ਭੁਜੰਗ ਪ੍ਰਿਆਤ ਛੰਦ ਗਇਓ ਖਾਨ ਜ਼ਿਆਦਾ ਪਿਤਾ ਪਾਸ ਭੱਜੰ। ਪਿਤਾ ਦੇ ਕੋਲ ਚਲਾ ਗਿਆ ਖਾਨ ਜ਼ਿਆਦਾ ਹਾਰ ਖਾ ਕੇ ਨਾ, ਚੜ ਕੇ ਆਇਆ ਸੀ ਨਾ ਅਨੰਦਪੁਰ ਸਾਹਿਬ ਤੇ। ਪਿਤਾ ਜਦੋਂ ਹਮਲਾ ਬਗੈਰ ਕਰੇ ਤੇ ਬਗੈਰ ਲੜਾਈ ਹੋਏ ਤੇ ਉਹਲੇ ਪਾਸੇ ਆਇਆ ਹੀ ਨਹੀਂ, ਨਦੀ ਦੇ ਪਰਲੇ ਪਾਸੇ ਦੀ ਭੱਜ ਗਿਆ। ਕੁਝ ਯੋਧੇ ਉਹਦੇ ਮਾਰੇ ਗਏ, ਜਿਹੜੇ ਮੂਹਰੇ ਆਏ ਵਧੇ ਉਹ ਰਾਤ ਨੂੰ ਗੋਲੀਆਂ ਨਾਲ ਮਾਰੇ ਗਏ, ਜਾਂ ਤੀਰਾਂ ਨਾਲ ਗੋਲੀਆਂ ਨਾਲ। ਪਿੱਛੇ ਚਲਾ ਗਿਆ, ਭੱਜ ਗਿਆ। ਹਾਂਜੀ, ਸਕੇ ਜਵਾਬ ਦੇਣਾ ਹਣੇ ਸੂਰ ਲੱਜੰ। ਕੁਛ ਸੂਰਮੇ ਜਿਹੜੇ ਚੰਗੇ ਚੰਗੇ ਮਰਵਾ ਕੇ ਚਲਾ ਗਿਆ ਖਾਲੀ ਹੱਥ, ਬਾਪ ਦੇ ਸਾਹਮਣੇ ਜਵਾਬ ਨਹੀਂ ਦੇ ਸਕਦਾ ਤੂੰ ਆ ਕਿਉਂ ਗਿਆ। ਉਹਨਾਂ ਦਾ ਹੁੰਦਾ ਵੀ ਤੂੰ ਵੀ ਮਰ ਜਾਂਦਾ ਉੱਥੇ, ਤੂੰ ਕਾਹਨੂੰ ਆਇਆ ਮੇਰੇ ਕੋਲ। ਇੱਕ ਤਾਂ ਇਹ ਗੱਲ ਹੋਈ। ਇੱਕ ਉਹਨੇ ਕਿਹਾ ਵੀ ਜਿਹੜੇ ਬਾਈ ਧਾਰੀਏ ਰਾਜੇ ਸੀ, ਕਿਉਂਕਿ ਉਹਨਾਂ ਦੀ ਸਾਡੇ ਨਾਲ ਸੁਲ੍ਹਾ ਹੋ ਚੁੱਕੀ ਸੀ, ਉਹਨਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਸੀ। ਇਹ ਵੀ ਉਹਨਾਂ ਨੇ ਸ਼ੱਕ ਕੀਤੀ ਹੋਵੇ ਸ਼ਾਇਦ ਵੀ ਬਾਈ ਧਾਰੀਆਂ ਦੇ ਵੀ ਬੰਦੇ ਹੁਣ ਸ਼ਾਇਦ ਆਏ ਹੋਏ ਪਹਿਲਾਂ ਹੀ ਮਦਦ ਤੇ, ਰਾਤ ਨੂੰ ਆ ਗਏ ਹੁਣ ਅਨੰਦਪੁਰ ਸਾਹਿਬ। ਰਾਤ ਨੂੰ ਹੀ ਹੋਈ ਆ, ਰਾਤ ਨੂੰ ਹੀ ਵਾਪਸ ਚਲੇ ਗਏ ਉਹ। ਵੀ ਰਾਤ ਨੂੰ ਆ ਸਕਦੇ ਨੇ ਬੰਦੇ, ਘੋੜਸਵਾਰਾਂ ਨੂੰ ਕੀ ਲੱਗਦਾ ਹੁਣ ਨੂੰ, ਜਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੋਵੇ ਨਾ ਮੁੰਡੇ ਦੇ ਆਉਣ ਦਾ, ਪਹਿਲਾਂ ਆ ਗਏ ਹੁਣ ਉੱਥੇ। ਵੀ ਬਾਈ ਧਾਰੀਆਂ ਨੇ ਜੰਮੂ ਇਹ ਆਇਆ ਐਡੀ ਦੂਰ, ਉਹਨਾਂ ਨੇ ਕਿਉਂ ਨਹੀਂ ਮਦਦ ਕੀਤੀ। ਇਸ ਗੱਲ ਨੂੰ ਉਹਨਾਂ ਨੂੰ ਆਪੇ ਆਉਣਾ ਚਾਹੀਦਾ ਸੀ, ਇਹਨੂੰ ਮਿਲਣਾ ਚਾਹੀਦਾ ਸੀ ਰਾਹ ਦੇ ਵਿੱਚ। ਤਾਂ ਠੋਕ ਬਾਹਾਂ ਹੁਸੈਨੀ ਗਰਜੀਆਂ। ਉਹਨੇ ਫਿਰ ਕਿਹਾ ਵੀ ਕੋਈ ਹੋਰ ਯੋਧਾ ਹੈ, ਦੁਬਾਰਾ ਇਸ ਮੁਹਿੰਮ ਤੇ ਜਾਣਾ ਚਾਹੀਦਾ। ਬੇਇੱਜ਼ਤੀ ਹੋ ਗਈ। ਤਾਂ ਹੁਸੈਨੀ ਨਾਮ ਦਾ ਇੱਕ ਯੋਧਾ ਸੀ, ਇਹ ਗੁਲਾਮਾ ਖਾਨਦਾਨ ਦਾ ਸੀ, ਗੁਲਾਮਾਂ ਦਾ ਰਾਜ ਹੋਇਆ ਇੱਥੇ ਪਹਿਲਾਂ। ਇਹਨੂੰ ਗੁਲਾਮ ਸੀ ਉਹ। ਗੁਲਾਮ ਤੋਂ ਜਿਹੜੇ ਇਹ ਅਸਲ ਦੇ ਵਿੱਚ ਤਾਂ ਗੁਲਾਮਾਂ ਉਹਦੇ ਵਿੱਚੋਂ ਜਿਹੜੇ ਫਿਰ ਥੋੜ੍ਹਾ ਜਿਹਾ ਰਾਜ ਰਿਹਾ, ਉਹਦੇ ਚੋਂ ਜਿਹੜੇ ਜਵਾਨ ਸੀ ਉਹਨਾਂ ਨੂੰ ਗੁਲਾਮ ਹੀ ਪੈ ਗਿਆ। ਉਹਨਾਂ ਦੇ ਵਿੱਚੋਂ ਸੀ ਯੋਧਾ ਹੈ, ਉਹ ਉੱਠਿਆ ਗੱਜਿਆ। ਤਾਂ ਠੋਕ ਬਾਹਾਂ ਹੁਸੈਨੀ ਗਰਜੀਆਂ। ਠੋਕ ਕੇ ਬਾਹਾਂ ਗਰਜਿਆ, ਮਤਲਬ ਡੌਲਿਆਂ ਤੇ ਹੱਥ ਮਾਰ ਕੇ ਕਿ ਮੈਂ ਜਾਊਂਗਾ ਇਸ ਮੁਹਿੰਮ ਤੇ। ਉਹਦਾ ਵੀ ਜੇ ਤਾਂ ਚਲਿਆ ਗਿਆ ਤਾਂ ਉਹਦਾ ਵੱਡਾ ਮਿਲ ਜਾਂਦਾ, ਤੇ ਨਹੀਂ ਤਾਂ ਮਾਰਿਆ ਜਾਊਗਾ। ਐਸੇ ਚਾਂਸ ਹੁੰਦੇ ਨੇ, ਕਦੇ ਕਦੇ ਹੀ ਹੁੰਦੇ ਨੇ ਫੌਜਾਂ ਦੇ ਵਿੱਚ। ਉਦੋਂ ਚਾਂਸ ਕਦੇ ਕਦੇ ਹੀ ਹੁੰਦੇ ਸੀ, ਜ਼ਿੰਦਗੀ 'ਚ ਕਦੀ ਵਾਰ ਚਾਂਸ ਹੁੰਦਾ। ਉਹ ਕਹਿੰਦਾ ਵੀ ਆਹੋ ਪਾਰ, ਉਹਨੂੰ ਨਾਲ ਸੀ ਵੀ ਮੁਹਿੰਮ ਕੋਈ ਬਹੁਤੀ ਔਖੀ ਨਹੀਂ ਹੈਗੀ। ਇਹ ਮੈਂ ਸੂਰਮੇ ਨੇ ਲੈ ਕੇ ਜਾਊਂਗਾ, ਬਾਈ ਧਾਰੀਏ ਤਾਂ ਮੇਰੇ ਨਾਲ ਪਹਿਲਾਂ ਲੈ ਲੂਗਾ। ਮੁੰਡਾ ਨੇ ਲੈ ਨਹੀਂ ਨਾ ਨਾਲ, ਮੁੰਡਾ ਤਾਂ ਸਿੱਧਾ ਹੀ ਆ ਗਿਆ। ਉਹ ਆਪਣੀ ਰਣਨੀਤੀ ਬਣਾਉ ਵੀ ਮੈਂ ਪਹਿਲਾਂ ਹੀ ਲੈ ਕੇ ਚੱਲੂ ਬਾਈ ਧਾਰੀਏ ਨੂੰ ਨਾਲ, ਸਾਰਿਆਂ ਨੂੰ ਜਿੱਦਾਂ ਜਾਊਂਗਾ। ਸਭੇ ਸੂਰ ਲੈ ਕੇ ਸਿਲਾ ਸਾਜ ਸੱਜੀਆਂ। ਸਾਰੇ ਸੂਰਮੇ ਉਹਨੇ ਆਪਣੇ 1000 ਯੋਧਾ ਛੰਟਵਾਂ ਲੈ ਲਿਆ, ਔਰ ਉਹਨਾਂ ਦੇ ਸਾਰੀਆਂ ਸੰਜੋਆ ਵਗੈਰਾ ਪਹਿਨ ਕੇ ਪੱਥਰ ਵਰਗੇ ਕਰ ਲਏ। ਸਿਲਾ ਹੁੰਦੀ ਹੈ ਪੱਥਰ, ਜਿਹਦੇ ਕੋਈ ਚੀਜ਼ ਲੱਗੇ ਉਹਤੇ ਅਸਰ ਨਾ ਹੋਵੇ। ਸਾਰਿਆਂ ਦੇ ਸਿਲਾ ਸਾਜ ਸੱਜੀਆਂ। ਹਾਂ, ਸਿਲਾ ਸਾਜ ਪੱਥਰ ਵਰਗੇ ਬਣਾਤੇ। ਕਰਿਓ ਜੋੜ ਸੈਨੰ ਹੁਸੈਨੀ ਭਿਆਨ। ਸੈਨਾ ਇਕੱਠੀ ਕਰਕੇ ਹੁਸੈਨੀ ਨੇ ਉੱਥੋਂ ਚਾਲਾ ਪਾਤਾ, ਚੱਲ ਪਿਆ। ਪ੍ਰਥਮ ਕੂਟ ਕੈ ਲੂਟ ਲੀਨੇ ਆਵਾਨ। ਪਹਿਲਾਂ ਉਹਨੇ ਆਵਾਮ ਲੁੱਟਿਆ। ਉਹਦੇ ਚੱਲ ਕੇ ਨਾ ਜੰਮੂ ਤੋਂ ਪਠਾਨਕੋਟ ਲੰਘ ਕੇ ਉੱਥੇ ਜੰਮੂ ਤੱਕ ਤਾਂ ਉਹਨਾਂ ਦਾ ਏਰੀਆ ਸੀ ਨਾ। ਆਪਣਾ ਏਰੀਆ ਟੱਪ ਕੇ ਕਾਂਗੜੇ ਦੇ ਏਰੀਏ 'ਚ ਆ ਵੜਿਆ। ਕਟੋਚੀਏ ਰਾਜੇ ਸੀ ਨਾ ਕਾਂਗੜੇ ਵਾਲੇ, ਇਹਨਾਂ ਦੇ ਏਰੀਏ 'ਚ ਆ ਕੇ ਲੁੱਟਮਾਰ ਸ਼ੁਰੂ ਕਰਤੀ। ਪੁੰਨ ਡਡਵਾਲਨ ਕਿਓ ਜੀਤ ਜੇਰੰ। ਫਿਰ ਡਡਵਾਲੀਆ ਰਾਜੇ ਨੂੰ ਆਪਣੇ ਅਧੀਨ ਕਰ ਲਿਆ। ਛੋਟੇ ਛੋਟੀਆਂ ਉੱਥੇ ਰਿਆਸਤਾਂ ਨੇ। ਅਸਲ 'ਚ ਕਾਂਗੜਾ ਸੀ ਇੱਕ। ਇਹ ਕਾਂਗੜੇ ਦੇ ਵਿੱਚ ਇੱਕ ਰਾਜ ਸੀ ਵੱਡਾ। ਉਹ ਫਿਰ ਇਹਦੀਆਂ ਵੰਡੀਆਂ ਜਿਹੀਆਂ ਪੈ ਗਈਆਂ, ਇਹਦੀਆਂ ਛੋਟੀਆਂ ਛੋਟੀਆਂ ਉਹ ਤਹਿਸੀਲਾਂ ਦੀਆਂ ਰਿਆਸਤਾਂ ਜਿਹੀਆਂ ਬੜੀਆਂ ਹੋਈਆਂ ਨੇ। ਕਾਂਗੜਾ ਪਹਿਲਾਂ ਵੱਡਾ ਸੀ ਕੋਈ ਰਾਜ, ਫਿਰ ਇਹ ਟੁਕੜੇ ਹੋ ਗਏ ਇਹਦੇ। ਕਰੇ ਬੰਦੀ ਕੈ ਰਾਜ ਪੁਤਰਾਨ ਸ਼ੇਰੰ। ਆ ਛੋਟੇ ਛੋਟੇ ਜਿਹੜੇ ਰਾਜਕੁਮਾਰ ਛੋਟੇ ਛੋਟੇ ਸੀ ਰਾਜੇ,
ਇਹ ਵੰਡ ਲੈਂਦੇ ਸੀ ਨਾ ਫਿਰ ਰਾਜੇ, ਜਦ ਹੁਣ 4 ਭਾਈ ਹੋਏ ਵੰਡ ਲਿਆ ਆਪਣਾ ਇਲਾਕਾ, ਰਾਜਪੁੱਤਰਾਂ ਨੂੰ ਆਪਣੇ ਗੁਲਾਮ ਬਣਾ ਕੇ ਨਾਲ ਆਪਣੇ ਨਾਲ ਲੈ ਲਿਆ, ਚਲੋ ਬਈ ਮੇਰੇ ਨਾਲ ਤੁਰੋ। ਪੁਨਰ ਦੂਣ ਕੋ ਲੂਟ ਲੀਨੋ ਸੁਧਾਰਨ। ਫਿਰ ਦੂਣ ਦੇ ਇਲਾਕੇ ਜਾ ਵੜਿਆ। ਦੂਣ ਆਪਾਂ ਦੁਆਬਾ ਕਹਿੰਦੇ ਹਾਂ, ਦੂਣ ਕਹਿ ਦਿੰਦੇ ਨੇ, 2 ਧਾਰਾਂ ਦੇ ਵਿਚਾਲੇ ਦੇ ਇਲਾਕੇ ਨੂੰ ਦੂਣ ਕਹਿੰਦੇ ਨੇ, ਜੇ ਆਪਾਂ ਦੁਆਬਾ ਕਹਿ ਦਿੰਦੇ ਹਾਂ। ਇੱਧਰ ਇੱਕ ਧਾਰ ਹੈ ਵੱਡੀ, ਇੱਕ ਇੱਧਰ ਧਾਰ ਹੈ, ਧਾਰਾਂ ਦੇ ਛੋਟੀਆਂ ਛੋਟੀਆਂ ਹੁੰਦੀਆਂ ਨੇ ਬਥੇਰੀਆਂ, ਪਰ ਧਾਰ ਹੁੰਦੀ ਹੈ ਜੀ ਪਾਣੀ ਵਗੇ। ਧਾਰ ਸੱਚੋ ਉਹਨੂੰ ਕਹਿੰਦੇ ਨੇ ਜੀ ਚ ਸਾਰਾ ਸਾਲ ਪਾਣੀ ਵਗੇ, ਸਾਰਾ ਸਾਲ ਨਾ ਵਗੇ ਉਹ ਕਾਹਦੀ ਧਾਰ ਹੈ, ਉਹਦੇ ਨਾਲ ਨਾਲੇ ਆਬਾਦੀ ਹੁੰਦੀ ਹੈ, ਧਾਰ ਦੇ ਨਾਲ ਨਾਲੇ, ਕਿਉਂਕਿ ਪਾਣੀ ਦੇ ਬਿਨਾਂ ਆਬਾਦੀ ਤਾਂ ਹੋ ਨਹੀਂ ਸਕਦੀ। ਜਿੱਥੇ ਪਾਣੀ ਨਹੀਂ ਉੱਥੇ ਆਬਾਦੀ ਨਹੀਂ ਹੋ ਸਕਦੀ। ਪਹਾੜ ਦੇ ਵਿੱਚ ਬੋਰ ਵੀ ਨਹੀਂ ਹੋ ਸਕਦਾ, ਖੂਬ ਨਹੀਂ ਲੱਗ ਸਕਦਾ। ਧਾਰ ਉਹ ਦੂਣ ਦਾ ਇਲਾਕਾ, ਪੁਨਰ ਦੂਣ ਕੋ ਲੂਟ ਲੀਨੋ ਸੁਧਾਰਨ। ਚੰਗੀ ਤਰ੍ਹਾਂ ਲੁੱਟਿਆ ਉਹਨੇ ਕੱਲਾ ਕੱਲਾ ਘਰ। ਉੱਥੇ ਦਾ ਅੰਨ ਖੋ ਕੇ ਨਾ ਉਹਨੇ ਗਰੀਬ ਲੋਕਾਂ ਤੇ ਆਪਣੀ ਫੌਜ ਨੂੰ ਵੰਡ। ਫੌਜ ਦੇ ਵਿੱਚ ਹੁੰਦੇ ਨੇ ਨਾ ਅਲੱਗ-ਅਲੱਗ ਲੰਗਰ, ਅਲੱਗ-ਅਲੱਗ ਲੰਗਰ ਹੁੰਦੇ ਨੇ, ਇੱਕ ਥਾਂ ਤੇ ਲੰਗਰ ਹੁੰਦਾ ਹੀ ਨਹੀਂ ਹੈ, ਉਹ ਆਪਣੇ ਅਲੱਗ-ਅਲੱਗ ਹੁੰਦੇ ਨੇ, ਅਲੱਗ-ਅਲੱਗ ਉਹਨੂੰ ਦੇ ਦਿੱਤਾ ਵੀ ਭਾਈ ਪਕਾਓ ਖਾਓ। ਕੋਈ ਸਾਮੂਹੇ ਹਵੈ ਸਕਿਓ ਨਾ ਗਵਾਰਨ। ਕੋਈ ਵੀ ਪਸ਼ੂ ਗਵਾ ਰਹੇ ਮੂਰਖ ਰਾਜਾ ਸਾਹਮਣੇ ਹੋ ਕੇ ਨਹੀਂ ਲੜਿਆ, ਉਹਦੀ ਤਾਕਤ ਵੱਧਦੀ ਗਈ, ਹੌਸਲਾ ਵੱਧਦਾ ਗਿਆ। ਨਹੀਂ ਜੇ ਇਕੱਠੇ ਹੋ ਕੇ ਲੜਦੇ ਕੀ ਗੱਲ ਸੀ, 1000 ਆਦਮੀ ਕੀ ਹੁੰਦਾ, ਨਾਲੇ ਨਾਲ ਦੇ ਆਦਮੀ ਨਹੀਂ ਲੜਦੇ ਹੁੰਦੇ, ਕੁਛ ਆਦਮੀ ਹੁੰਦੇ ਨੇ ਲੜਨ ਵਾਲੇ। ਖਾਲਸਾ ਸਿੱਧਾ ਜਾ ਪੈਂਦਾ ਸੀ ਉਹਦੇ ਤੇ, ਉਹੀ ਆਦਮੀ ਲੜਦੇ, ਬਾਕੀ ਭੱਜ ਜਾਂਦੇ ਸੀ, ਰਾਹ ਦੇ ਦਿੰਦੇ ਸੀ। ਉਹ ਵਜੀਦਾ ਐਵੇਂ ਮਾਰਿਆ ਸੀ, ਹੋਰ ਕੀ ਕੀਤਾ ਸੀ, ਸਿੱਧੇ ਜਾ ਪਏ ਵਜੀਦੇ ਨੂੰ, ਕਿਸੇ ਨੇ ਕੁਛ ਕਿਹਾ ਨਹੀਂ, ਹਾਥੀ ਤੇ ਜਾ ਚੜਿਆ, ਹਾਥੀ ਤੇ ਜਾ ਕੇ ਸਿਰ ਫੜ ਲਿਆ ਪਿੱਛੇ ਦੀ। ਉਹ ਸਿੱਧੇ ਪੈਂਦੇ ਸੀ ਲੀਡਰ ਨੂੰ, ਬਸ ਕੁਛ ਵੀ ਚੱਲੇ, ਗੋਲੀਆਂ ਚੱਲਣ, ਕੁਛ ਵੀ ਚੱਲੇ, ਸਿੱਧੇ ਹੀ ਜਾ ਪੈਣਾ। ਕਿੰਨੇ ਅਗ ਨੂੰ ਮਾਰ ਦੂ, ਜਿਹਨੇ ਮਾਰਨਾ ਉਹਨੇ ਤਾਂ ਮਰੇ ਜਾਣਾ, ਉਹ ਵੀ ਤਾਂ ਮਰਨਾ ਹੀ ਲੜ ਕੇ। ਲਿਓ ਛੀਨ ਅੰਨੰ ਦਲੰਗ ਬਾਟ ਦੀਆਂ। ਸਾਰਿਆਂ ਦਾ ਵਿਚਾਰਿਆਂ ਦਾ ਅੰਨ ਉਹਨਾਂ ਦਾ ਹੋਰ ਕੀ ਹੋਣਾ ਸੀ, ਅੰਨ ਛੀਨ ਕੇ ਦਲੰਗ ਬਾਟ ਦੀਆਂ ਆਪਣੇ ਦਲਾਂ 'ਚ ਵੰਡ ਦਿੱਤਾ। ਮਹਾ ਮੂੜੀਆਂ ਕੁਤ ਸੰਤੰ ਕਾਜ ਕੀਆਂ। ਕੁਤ ਸਤ ਕਾਮ ਕੀਆ, ਕੁਤ ਸਤਮ ਕਾਮ ਕੀਆ। ਮੂਰਖ ਨੇ ਬੁਰਾ ਕੰਮ ਕਰਤਾ, ਤੂੰ ਚੱਲਿਆ ਮੁਹਿੰਮ ਤੇ, ਪਾਪ ਕਰਤਾ ਤਾਂ ਪਹਿਲੇ ਹੀ ਗਰੀਬ ਲੋਕਾਂ ਦੇ ਬੱਚਿਆਂ ਨੂੰ, ਤੇਰੇ ਤਾਂ ਪੁੱਠਾ ਪੈ ਜਾਣਾ ਇਹ। ਮਹਾਮੂੜੀਆਂ ਉਹ ਜੰਗ ਦੇ ਟਾਈਮ ਤੇ ਤਾਂ ਧਰਮ ਕਰੀਦਾ ਹੁੰਦਾ, ਜੰਗ ਦੇ ਟਾਈਮ ਤੇ ਤਾਂ ਮੌਤ ਹਰ ਵਕਤ ਰਹਿੰਦੀ ਹੈ। ਪਰਮੇਸ਼ਰ ਦੇ ਇੱਕ ਪਲ ਦੇ ਫਰਕ 'ਚ ਤੇਰੀ ਜਾਨ ਚਲੀ ਜਾਣੀ ਹੈ। ਇਹੋ ਜਿਹੇ ਟਾਈਮ ਤਾਂ ਦਾਨ ਕਰਕੇ ਚੱਲਦੇ ਹੁੰਦੇ ਨੇ ਸਿਆਣੇ। ਉਹ ਜੰਗ ਨੂੰ ਜਾ ਰਹੇ ਆ, ਲੋਕਾਂ ਦੇ ਭਲੇ ਵਾਸਤੇ ਜਾਈਦਾ ਹੁੰਦਾ ਜੰਗ ਨੂੰ। ਬੁਰਾ ਰਾਜ ਖਤਮ ਕਰਨ ਵਾਸਤੇ ਜੰਗ ਕਰਦੇ ਨੇ ਲੋਕ, ਚੜਾਈ ਕਰਦੇ ਨੇ। ਦੁਖੀ ਹੋਈ ਹੈ ਪਬਲਿਕ, ਉਹ ਰਾਜ ਤੋਂ ਦੁਖੀ ਹੈ, ਉਹਦਾ ਦੁੱਖ ਤੋੜਨ ਵਾਸਤੇ ਹਮਲਾ ਕਰਕੇ ਉਹ ਰਾਜੇ ਤੋਂ ਛੁਟਕਾਰਾ ਦਵਾਈਦਾ। ਫਿਰ ਕੁਦਰਤ ਨਾਲ ਰਹਿੰਦੀ ਹੈ। ਜੇ ਦੁਖੀ ਕਰਨ ਜਾਣਾ ਹੋਵੇ ਤੇ ਕੁਦਰਤ ਕਾਹਦਾ ਸਾਥ ਦਊ ਤੇਰਾ? ਕੁਦਰਤ ਜਾਂ ਸਾਥ ਦਿੰਦੀ ਹੈ ਜਦ ਦੁਖੀਆਂ ਦਾ ਦੁੱਖ ਕੱਟਣ ਵਾਸਤੇ ਤੂੰ ਕੁਛ ਕਰਦਾ ਹੋਵੇ। ਤੂੰ ਤਾਂ ਉਹਨਾਂ ਦਾ ਅੰਨ ਖੋਲਿਆ ਗਰੀਬਾਂ ਦਾ। ਦੋਹਰਾ ਕਿਤਕ ਦਿਵਸ ਬੀਤਤ ਭਏ ਕਰਤ ਉਸੇ ਉਤਪਾਤ। ਕਿੰਨੇ ਦਿਨ ਉਤਪਾਤ ਕਰਦਾ ਰਿਹਾ, ਖਬਰ ਤਾਂ ਦੂਰ ਦੂਰ ਤੱਕ ਫੈਲ ਗਈ। ਉਤਪਾਤ ਕਰਦੇ ਦੀ ਖਬਰ ਤਾਂ ਆਖਰ ਫੈਲੇ ਜਾਂਦੀ ਹੈ। ਕਿੰਨੇ ਕੁ ਦੂਰ ਹੈ, ਘੋੜਿਆਂ ਤੇ ਜਾ ਕੇ ਖਬਰਾਂ ਦੇ ਦਿੰਦੇ ਤੇ ਸਪੈਸ਼ਲ ਡਾਕੀਏ, ਜੇ ਆਹ ਨਹੀਂ ਸੀ ਤਾਂ ਡਾਕੀਏ ਵੀ ਸਪੈਸ਼ਲ ਰੱਖੇ ਹੋਏ ਸੀ ਉਦੋਂ, ਜਿਹੜੇ ਘੋੜਿਆਂ ਤੇ ਜਾਂਦੇ ਸੀ ਫਟਾਫਟ ਖਬਰਾਂ ਦਿੰਦੇ ਸੀ। ਉਹ ਆਪਣਾ ਤਰੀਕਾ ਵਰਤਦੇ ਸੀ ਡਾਕ ਦਾ ਉਦੋਂ। ਨਗਾਰਿਆਂ ਦੇ ਡਾਕ ਜਾਂਦੀ ਸੀ ਅੱਗੇ, ਨਗਾਰੇ ਵਜਾਉਂਦੇ ਤੇ ਮੈਸੇਜ ਚਲੇ ਜਾਂਦੇ ਸੀ। ਨਗਾਰਿਆਂ ਦੇ ਉੱਤੇ ਰੱਖੇ ਤੇ ਉਹਦੇ ਤੇ ਮੈਸੇਜ ਚਲੇ ਜਾਂਦੇ ਸੀ। ਜਿਵੇਂ ਹੁਣ ਆਪਣੇ ਤੇ ਜਾਂਦੇ ਨੇ, ਤਾਰਾਂ ਜਾਂਦੀਆਂ ਸੀ ਟਿਕ ਟਿਕ ਤੇ, ਜਿਵੇਂ ਨਗਾਰਿਆਂ ਤੇ ਜਾਂਦੇ ਸੀ ਮੈਸੇਜ ਚਲੇ ਜਾਂਦੇ ਸੀ। ਉਹ ਪੜ੍ਹ ਲੈਂਦੇ ਸੀ ਆ ਕੇ। ਜਿਵੇਂ ਗੂੰਗਿਆਂ ਦੀ ਬੋਲੀ ਹੈ ਇਸ਼ਾਰੇ ਨਾਲ, ਉਹ ਵੀ ਤਾਂ ਸਮਝ ਲੈਂਦੇ ਨੇ। ਇਹੋ ਜਿਹੇ ਨਗਾਰੇ ਦੀ ਚੋੜ ਤੇ ਮੈਸੇਜ ਚਲੇ ਜਾਂਦੇ ਸੀ। ਖਤਰਾ ਹੈ। ਹਾਂ, ਗਵਾਲੇਰੀਅਨ ਕੀ ਪਰਤਪੀ ਆਨ ਮਿਲਨ ਕੀ ਬਾਤ।
ਗਵਾਲੇਰ ਦਾ ਜਿਹੜਾ ਇਲਾਕਾ ਸੀ, ਗਵਾਲੇਰ ਦਾ ਇਲਾਕਾ ਵੀ ਕਾਂਗੜੇ ਦੇ ਨਾਲ ਹੀ ਹੈ, ਕਾਂਗੜੇ ਦੇ ਵਿੱਚੋਂ ਹੀ ਹੈ। ਕਾਂਗੜੇ ਦਾ ਰਾਜਾ ਵੱਡਾ ਸੀਗਾ ਅਸਲ ਦੇ ਵਿੱਚ। ਇੱਕ ਵਾਰ ਕਾਂਗੜੇ ਦਾ ਰਾਜਾ ਜਿਹੜਾ ਸੀ ਨਾ, ਸ਼ਾਇਦ ਉਹਦਾ ਨਾਮ ਹਰੀ ਸਿੰਘ ਹੈ, ਉਹ ਸ਼ਿਕਾਰ ਕੱਢਣ ਗਿਆ, ਕਿਤੇ ਖੱਡੇ ਖੁੱਡੇ ਜਾਂ ਖੂਹ 'ਚ ਡਿੱਪਿਆ। ਖੂਹ ਤਾਂ ਖੈਰ ਨਹੀਂ ਹੋਣਾ, ਉੱਥੇ ਖੱਡਾ ਖੁੱਡਾ ਹੋਣਾ ਕੋਈ, ਪਾਣੀ ਪੂਣੀ ਨੂੰ ਪਟ ਲੈਂਦੇ ਨੇ ਨਾ ਕਈ ਖੱਡੇ ਤੌਰ ਤੇ ਉੱਥੇ ਪਾਣੀ ਆ ਜਾਂਦਾ, ਉਹਦੇ ਨਹੀਂ ਗਿਰ ਗਿਆ। ਉਹ ਗਿਰ ਗਿਆ, ਕਈ ਦਿਨ ਨਹੀਂ ਆਇਆ, ਕਿਤੇ ਵਿੱਚ ਪਿਆ ਰਿਹਾ। ਉਹਨਾਂ ਨੇ ਦੇਖਿਆ ਵੀ ਰਾਜਾ ਮਰ ਮੁਰ ਗਿਆ, ਕਿਤੇ ਸ਼ਿਕਾਰ ਖੇਡਣ ਗਿਆ। ਉਹਨਾਂ ਨੇ ਉਹਦਾ ਮੁੰਡਾ ਬਿਠਾਲਤਾ ਰਾਜ ਤੇ। ਕਈ ਦਿਨ ਬਾਅਦ ਪਤਾ ਨਹੀਂ ਉਹਨੇ ਕਿਹਨੂੰ ਕੱਢ ਲਿਆ, ਕਿਵੇਂ ਨਿਕਲ ਕੇ ਆ ਗਿਆ। ਜੇ ਉਹਨੇ ਦੇਖਿਆ ਮੁੰਡਾ ਮੇਰਾ ਰਾਜ ਕਰਦਾ ਹੈ, ਤਾਂ ਉਹ ਪਿੱਛੇ ਮੁੜਿਆ। ਉਹਨੇ ਕਹਾ ਵੀ ਇਹ ਯੋਗ ਨਹੀਂ ਹੈ, ਤਿਲਕ ਦੇ ਦਿੱਤਾ। ਕਿਉਂਕਿ ਰਾਜ ਜਿਹੜਾ ਮੁੰਡਾ ਵੀ ਬਹਿ ਜਾਵੇ ਉਹ ਵੀ ਚਿਪਕ ਜਾਂਦਾ ਰਾਜ ਨੂੰ। ਉਹ ਫਿਰ ਪਿੱਛੇ ਆ ਕੇ ਉਹਨੇ ਗਵਾਲੇਰ ਦਾ ਜਿਹੜਾ ਨਗਰ ਵਸਾਇਆ, ਉੱਥੇ ਫਿਰ ਉਹ ਰਾਜ ਕਰਨ ਲੱਗ ਗਿਆ ਥੋੜ੍ਹੇ ਜਿਹੇ ਏਰੀਏ 'ਚ ਆਪ। ਸੁਰਾਂ ਨਾਲੇ ਵੀ ਮੈਂ ਇੱਥੇ ਬਹਿ ਜਾਣਾ। ਤਹਿਸੀਲ ਸੀ ਇਹ ਕਾਂਗੜੇ ਦੀ, ਇਹ ਗਵਾਲੇਰੀਆ ਰਾਜਾ ਸੀ, ਕਾਂਗੜੇ ਦੇ ਹਿੱਸੇ ਹੋਏ ਨੇ। ਗਵਾਲੇਰੀਅਨ ਕੀ ਪਰਤਪੀ ਆਣ ਮਿਲਣ ਕੀ ਬਾਤ। ਜਦ ਕਟੋਜੀਆ ਉਹ ਹੀ ਹੈ ਇਹਨਾਂ ਦਾ ਵੱਡਾ ਹੀ, ਕਾਂਗੜੇ ਵਾਲਾ ਹੀ ਨਾਲ ਹੈ ਪਹਿਲਾਂ। ਤਾਂ ਫਿਰ ਉਹਨੇ ਕਹਾ ਆਪਾਂ ਵੀ ਚੱਲ, ਉਹਨੇ ਨਜ਼ਰਾਨਾ ਲੈ ਕੇ ਪਹਿਲਾਂ ਹੀ ਮਿਲ ਲੈਣਾ ਕਾਂਗੜੇ ਵਾਲੇ। ਤੇ ਇਹਨਾਂ ਦੀ ਆਪਸ ਵਿੱਚ ਹੀ ਲੱਗਦੀ ਸੀ ਗਵਾਲੇਰੀਆ ਕਾਂਗੜੇ ਵਾਲਿਆਂ ਦੀ। ਤਾਂ ਉਹਨੇ ਕਹਾ ਆਪਾਂ ਵੀ ਸੁਲਹ ਹੀ ਕਰ ਲਈਏ, ਲੜ ਕੇ ਕੀ ਫਾਇਦਾ, ਉਹ ਨਾਲ ਨੇ। ਹਾਂ, ਜੋ ਦਿਨ ਦੋਇਕ ਨਾਵੇ ਮਿਲਤ ਤਬ ਆਵਤ ਅਰ ਰਾਏ। ਜੇ ਕਹਿੰਦੇ ਦੋ ਕੁ ਦਿਨ ਇਹ ਨਾ ਹੈ ਉਹਦੇ ਨਾ ਮਿਲਣ ਉਹ ਗਵਾਲੇਰੀਏ, ਤਬ ਆਵਤ ਅਰ ਰਾਏ, ਤਾਂ ਉਹ ਸਾਡੇ ਤੇ ਆ ਜਾਣਾ। ਉਹਨੇ ਲੰਘੇ ਹੋਣਾ ਸੀ, ਗਾਹਾਂ ਲੰਘੇ ਹੋਣਾ ਸੀ। ਜੇ 2 ਦਿਨ ਖੁੱਝ ਜਾਂਦੇ, ਐਸਾ ਕੁਦਰਤ ਨੇ ਕੀਤਾ, ਉਹਨਾਂ ਦੇ ਦਿਮਾਗ 'ਚ ਕਰਤਾ ਵੀ ਆਪਾਂ ਮਿਲਣ ਚੱਲੀਏ। ਪਹਿਲੇ ਉਹਦੇ ਡੇਰੇ ਤੇ ਹੀ ਮਿਲਣ ਚਲੇ ਗਏ ਉਹਨੂੰ ਪਹਿਲਾਂ ਹੀ। ਭਾਵੀ ਤਾਂ ਕੋ ਭਾਵੀ ਦਾ ਹੈ, ਖੇਡ ਹੈ। ਆਇਆ ਅਨੰਦਪੁਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ, ਉਹ ਜਿੱਤਦਾ ਆ ਰਿਹਾ ਨਾਲ ਸਿੰਪਥੀ ਲੈ ਕੇ ਸਾਰਿਆਂ ਦੀ, ਤਾਂ ਕਿ ਕੋਈ ਉੱਧਰ ਜਾ ਕੇ ਸਪੋਰਟ ਨਾ ਕਰ। ਸਪੋਰਟ ਕਰ ਇਹਨਾਂ ਦੀਆਂ ਫੌਜਾਂ ਵੀ ਫਿਰ ਮੈਂ ਨਾਲ ਲੈ ਕੇ ਚੱਲਾਂ, ਫਿਰ ਹਮਲਾ ਕਰੂੰਗਾ। ਰਣਨੀਤੀ ਤਾਂ ਉਹਦੀ ਠੀਕ ਸੀ, ਪਰ ਅਕਲ ਮਾਰੀ ਜਾਂਦੀ ਹੈ ਜਦ ਸਮਾਂ ਹੁੰਦਾ ਨਾ, ਵਿਨਾਸ਼ ਕਾਲ ਹੁੰਦਾ, ਵਿਪਰੀਤ ਬੁੱਧੀ ਹੋ ਜਾਂਦੀ। ਕਾਲ ਤੈਨੂੰ ਕੇ ਘਰ ਵਿਖੇ ਡਾਰੀ ਕਲਹ ਬਣਾਏ। ਪਰਮੇਸ਼ਰ ਨੇ ਉਹਨਾਂ ਦੇ ਘਰ ਵਿਖੇ ਹੀ ਕਲਾ ਬਣਾਤੀ। ਕਾਲ ਇੱਥੇ ਵੀ ਲਫ਼ਜ਼ ਆਇਆ ਹੈ, ਕਾਲ। ਇਹਨਾਂ ਨੂੰ ਇਹ ਨਹੀਂ ਪਤਾ ਕਾਲ ਕਿਹਨੂੰ ਕਹਿੰਦੇ ਨੇ। ਕਾਲ ਨੇ ਕਲਾ ਬਣਾਈ ਹੈ, ਕਾਲ ਇਹ ਕਲਾ ਬਣਾਉਂਦਾ। ਪਰਮੇਸ਼ਰ ਕਲਾ ਨਹੀਂ ਬਣਾਉਂਦਾ। ਪਰਮੇਸ਼ਰ ਦਾ ਜਿਹੜਾ ਰੂਪ ਹੈ ਨਾ ਕਲਾ ਬਣਾਉਣ ਵਾਲਾ, ਉਹਦਾ ਨਾਂ ਹੀ ਕਾਲ ਹੈ। ਕਲਾ ਬਣਾਉਣ ਵਾਲਾ ਰੂਪ, ਮਾਰਨ ਵਾਲੇ ਰੂਪ ਦਾ ਨਾਂ ਕਾਲ ਹੈ, ਪੈਦਾ ਕਰਨ ਵਾਲੇ ਰੂਪ ਦਾ ਨਾਂ ਪਰਮੇਸ਼ਰ। ਦੋਏ ਰੂਪ ਉਹਦੇ ਹੀ ਨੇ। ਮਾਰਦਾ ਕਿਹੜਾ ਕੋਈ ਹੋਰ ਹੈ? ਉਹ ਜਿਹੜਾ ਹੁਕਮ ਨਾਲ ਉਹ ਨੁਕਸਾਨ ਕਰਦਾ ਹੈ, ਮਾਰਦਾ, ਖਤਮ ਕਰਦਾ ਹੈ, ਉਹ ਕਾਲ ਦਾ ਰੂਪ ਹੈ। ਕਾਲ ਤੈਨੂੰ ਕੇ ਘਰ ਵਿਖੇ ਡਾਰੀ ਕਲਹ ਬਣਾਏ। ਕਲਾ ਬਣਾ ਕੇ ਡਾਲਤੀ ਉਹਨੇ, ਕਲੇਸ਼ ਪਾਤਾ ਘਰ 'ਚ, ਫੁੱਟ ਪਾਤੀ। ਚੌਪਈ ਗਵਾਲੇਰੀਆ ਮਿਲਣ ਕੋ ਆਏ। ਗਵਾਲੇਰੀਆ ਮਿਲਣ ਨੂੰ ਆ ਗਿਆ। ਗਾਂ ਉਹਦਾ ਵਿਰੋਧੀ ਪਹਿਲਾਂ ਹੀ ਬੈਠਾ, ਕਾਂਗੜੇ ਵਾਲਾ, ਉਹ ਪਹਿਲਾਂ ਹੀ ਉੱਥੇ ਬੈਠਾ। ਰਾਮ ਸਿੰਘ ਵੀ ਸੰਗ ਸਿਧਾਏ। ਉਹ ਰਾਮ ਸਿੰਘ ਨੂੰ ਨਾਲ ਲਾਇਆ। ਰਾਮ ਸਿੰਘ ਵੀ ਉਹਦੇ ਨਾਲ ਦਾ ਰਾਜਾ, ਉਹਦੇ ਨਾਲ ਸਹਿਮਤ ਸੀ ਰਾਮ ਸਿੰਘ, ਉਹ ਨਾਲ ਲਿਆਂਦਾ ਉਹਨੇ। ਚਤਰਤ ਆਨ ਮਿਲਤ ਭਏ ਜਾਮੰ। ਸ਼ਾਮ ਦੇ ਟਾਈਮ ਚੌਥੇ ਪਹਿਰ ਦਿੰਦੇ ਉਹ ਆ ਕੇ ਮਿਲੇ, ਹੁਸੈਨ ਨੂੰ ਮਿਲੇ ਆ ਕੇ। ਨਾਲ ਉਹ ਬੈਠੇ ਨੇ ਕਟੋਚੀਆ। ਹਾਂ, ਫੂਟ ਗਈ ਲਖ ਨਜ਼ਰ ਗੁਲਾਮੰ। ਉਹ ਗੁਲਾਮ ਦੀ ਨਜ਼ਰ ਫੁੱਟ ਗਈ ਦੇਖ ਕੇ। ਇੱਕ ਤਾਂ ਇੱਥੇ ਬੈਠਾ ਸੀਗਾ ਆਪਣਾ ਭੀਮ ਚੰਦ, ਪਹਿਲਾਂ ਹੀ ਚਲਾ ਗਿਆ ਭੀਮ ਚੰਦ। ਭੀਮ ਚੰਦ ਨੂੰ ਪਤਾ ਸੀ ਵੀ ਅੱਗੇ ਮੇਰੇ ਤੇ ਪਹਿਲਾਂ ਹੀ ਕਰਤਾ ਸੀ ਅਟੈਕ ਉਹਨਾਂ ਨੇ, ਵੀ ਜੀ ਭੀਮ ਚੰਦ ਨੂੰ ਪਹਿਲਾਂ ਹੀ ਕਾਬੂ ਕਰ ਲਓ, ਬੜਾ ਅਸੀਂ
ਪਹਿਲਾਂ ਦਸਮ ਪਾਤਸ਼ਾਹ ਨੇ ਭੀਮ ਚੰਦ ਦੀ ਮਦਦ ਕਰਕੇ ਕਰਤਾ ਵੀ ਮੇਰੇ ਤੇ ਨਾ ਭੀਮ ਚੰਦ ਨੂੰ ਜਾਂ ਪਤਾ ਲੱਗਾ ਭੀਮ ਚੰਦ ਪਹਿਲਾਂ ਹੀ ਜਾ ਵੜਿਆ ਨਜ਼ਰਾਂ ਨਾਲ ਲੈ ਕੇ। ਉਹਨੇ ਕਿਹਾ ਵੀ ਇਹਨਾਂ ਨੇ ਸਾਰੇ ਕਾਂਗੜੇ ਵਗੈਰਾ ਨੇ ਮੇਰੇ ਤੇ ਹੀ ਅਟੈਕ ਕਰਾਉਣਾ, ਤੇ ਨਾਲੇ ਉਹ ਕਾਂਗੜੇ ਵਾਲਾ ਸੀ। ਭੀਮ ਚੰਦ ਨੂੰ ਯਾਰ ਉਹਨੂੰ ਤਾਂ ਆਪਣੇ ਨਾਲ ਦੇਖ ਲਿਆ ਉਹਨੇ ਵੀ ਮੇਰੇ ਨਾਲ ਸਹਿਮਤ ਨੇ। ਤੇ ਇਹ ਆਏ ਦੋਏ ਜਦ ਇਹ ਛੋਟੇ ਰਾਜੇ ਰਾਮ ਸਿੰਘ ਤੇ ਰਾਮ ਸਿੰਘ ਗਵਾਲੇਰੀਆ ਤੇ ਗੋਪਾਲ ਰਾਏ, ਇਹਨਾਂ ਨੂੰ ਗੋਪਾਲ ਹੈ। ਇਹਨਾਂ ਨੂੰ ਦੇਖ ਕੇ ਉਹਨੇ ਕਿਹਾ ਲਾ ਇਹ ਕਿਹੜੇ ਵਕਤ ਦੀ ਮੂਲੀ ਨੇ। ਉਹ ਗੁਲਾਮ ਨੂੰ ਪੁੱਛੇ ਵੀ ਤੇਰਾ ਦਾ ਪੈ ਕੋਈ ਨਹੀਂ, ਤੂੰ ਤਾਂ ਗੁਲਾਮ ਹੈ ਰਾਜੇ ਨੇ, ਉਹ ਪੈ ਦਾ ਜਿਹਨੇ ਤੈਨੂੰ ਭੇਜਿਆ ਉਹਦਾ। ਇਹਨਾਂ ਨੂੰ ਐਵੇਂ ਸਮਝਿਆ ਉਹਨੇ ਆਖਰ ਰਾਜੇ ਦੀ ਨਜ਼ਰ ਗੁਲਾਮ ਦੀ ਨਜ਼ਰ ਜਿਹੜੀ ਸੀਗੀ ਫਿੱਟ ਗਈ। ਹੰਕਾਰ ਨੇ ਉਹਦੀ ਬੁੱਧ ਭ੍ਰਸ਼ਟ ਕਰਤੀ। ਕਹਿਣ ਦਾ ਮਤਲਬ ਇਹ ਹੈ ਹੰਕਾਰ ਨੇ ਬੁੱਧ ਭ੍ਰਸ਼ਟ ਕਰਤੀ, ਕਿਉਂਕਿ ਰਾਜੇ ਦੋ ਤਾਂ ਪਹਿਲਾਂ ਹੀ ਬੈਠੇ ਨੇ, ਦੋ ਹੋਰ ਆ ਗਏ। ਉਹਨੇ ਕਹਾ ਉਹਦਾ ਮੁੰਡਾ ਖਾ ਕੇ ਗਿਆ ਹਾਰ ਮੇਰੇ ਕੋਲ, ਉਹ ਅਨੰਦਪੁਰ ਸਾਹਿਬ ਤੇ ਹੀ ਮੇਰੇ ਕੋਲ 4 ਰਾਜੇ ਹੁਣੇ ਆ ਕੇ ਬਹਿ ਗਏ। ਬੁੱਧੀ ਭ੍ਰਸ਼ਟ ਹੋ ਗਈ ਉਹਦੀ। ਦੋਹਰਾ ਜੈਸੇ ਰਵੀ ਕੇ ਤੇਜ ਤੇ ਰੇਤ ਅਧਿਕ ਤਪਤਾਏ। ਜਿਵੇਂ ਕਹਿੰਦੇ ਸੂਰਜ ਦੇ ਤੇਜ ਨਾਲ ਰੇਤਾ ਗਰਮ ਹੋ ਜਾਂਦਾ ਨਾ, ਉਹ ਕਿਵੇਂ ਕਹਿਣਾ ਉਹਨਾਂ ਨਾ, ਇੱਥੇ ਲਿਖਿਆ ਹੋਇਆ ਗੁਲਾਮ ਹੈ ਨਾ ਇਹ। ਉੱਪਰ ਕੌਣ ਹੈ? ਸੂਰਜ ਉੱਪਰ ਹੈ। ਉਹ ਉੱਪਰਲੇ ਸੂਰਜ ਦਾ ਪ੍ਰਤਾਪ ਹੈ ਜਿਹੜਾ ਤੈਨੂੰ ਦਿੱਲੀ ਦੇ ਤਖਤ ਦਾ, ਤੁਹਾਨੂੰ ਕੌਣ ਪੁੱਛਦਾ? ਜੈਸੇ ਰਬ ਕੇ ਤੇਜ ਤੇ ਜਿਵੇਂ ਧੁੱਪ ਦੇ ਨਾਲ ਰੇਤ ਅਧਿਕ ਤਪਤਾ ਹੈ, ਰੇਤਾ ਬਹੁਤ ਗਰਮ ਹੋ ਜਾਂਦਾ ਨਾ। ਰਬੀ ਵੱਲ ਸ਼ੁੱਧਰ ਨਾ ਜਾਣੀ ਆਪਣ ਤੇ ਕਰਵਾਇਆ, ਉਹਨੂੰ ਇਹ ਨਹੀਂ ਪਤਾ ਵੀ ਮੈਂ ਤਾਂ ਮੇਰਾ ਸੇਖ ਨਹੀਂ ਹੈ, ਸੇਖ ਤਾਂ ਮੈਨੂੰ ਕਿਤੋਂ ਮਿਲਿਆ ਹੋਇਆ। ਰਵੀ ਵੱਲ ਸ਼ੁੱਧਰ ਨਾ ਜਾਣੀ ਆਪਣੇ ਹੀ ਸ਼ੁੱਧਰ ਨੀਚ ਰੁੱਦਰ ਰਵੀ ਵੱਲ ਨੂੰ ਨਹੀਂ ਜਾਣਦਾ ਵੀ ਮੇਰੇ ਸਿਰ ਤੇ ਜਿਹੜਾ ਰਾਜਾ ਹੈ ਉਹਦਾ ਡਰ ਹੈ, ਮੇਰਾ ਕੋਈ ਨਹੀਂ ਡਰ। ਜਮੂਲੇ ਦਾ ਆਪਣੀ ਕਿਰਪਾ ਮੈਂ ਫੂਕ ਦੂ ਕਰਦਾ ਵੀ ਮੇਰੇ ਤੇ ਰੱਖ ਪੈਰ, ਮੈਂ ਐ ਕਰ ਦੂੰ। ਤੂੰ ਕੀ ਕਰ ਦੇਗਾ? ਜਿੰਨਾ ਚਿਰ ਸੂਰਜ ਹੈ ਉਹਨਾਂ ਚਿਰ ਤੂੰ ਹੈ। ਜਰਾ ਕੋ ਬੱਦਲ ਆ ਜਾ ਤੇਰੇ ਤਾਂ ਕੁਝ ਨਹੀਂ ਰਹਿਣਾ। ਹਾਂਜੀ ਚੌਪਈ ਤੈਸੇ ਹੀ ਫੁੱਲ ਗੁਲਾਮ ਜਾਤ ਭਇਓ। ਐਵੇਂ ਹੀ ਗੁਲਾਮ ਜਾਤ ਸੀ, ਜਿਹੜੀ ਜਾਤ ਦਾ ਗੁਲਾਮ ਸੀ ਨਾ, ਫੁੱਲ ਗਿਆ। ਮੈਂ ਮੈਥੋਂ ਹੀ ਖਨੀ ਡਰਦੇ ਨੇ, ਮੇਰਾ ਹੀ ਬਹੁਤ ਤਪ ਤੇਜ ਹੈ। ਗੁਲਾਮ ਜਾਤ ਫੁੱਲ ਗਿਆ। ਤੇਰੇ ਨਾਲ ਦ੍ਰਿਸ਼ਟ ਤਰੇ ਆਨਤ ਭਇਓ। ਰਾਜਾ ਨੂੰ ਰਾਜੇ ਨਹੀਂ ਸਮਝਿਆ ਉਹਨੇ, ਆਖਰ ਰਾਜਪੂਤ ਰਾਜੇ ਸੀ, ਉਹ ਆਦਰ ਵੀ ਨਹੀਂ ਕੀਤਾ ਕਿਸੇ ਦਾ। ਕਹਿਲੂਰੀਆ ਕਟੋਜ ਸੰਗ ਲਹਿ। ਕਹਿਲੂਰੀਆ ਕਟੋਜ ਨਾਲ ਸੀ। ਕਹਿਲੂਰੀਆ ਭੀਮ ਚੰਦ, ਕਟੋਜੀਆ ਹਰੀ ਸਿੰਘ, ਕਿਰਪਾਲ ਸਿੰਘ ਦਾ ਸ਼ਾਇਦ ਇਹਦਾ ਨੂੰ ਅੱਗੇ ਆਊਗਾ। ਜਾਨਾ ਆਣ ਨਾ ਮੂੰਹ ਸਰ। ਇਹ ਦੋਏ ਨਾਲ ਨੇ ਉਹਦੇ ਪਹਿਲਾਂ ਹੀ, ਇਹਨਾਂ ਦੀ ਪਰਵਾਹ ਨਹੀਂ ਕੀਤੀ ਉਹਨੇ। ਜਾਨਾ ਆਣ ਨਾ ਮੂੰਹ ਸਰ ਮੈਂ ਕਹਿੰਦਾ ਮੇਰੇ, ਉਹਨੇ ਸਮਝਿਆ ਮੇਰੇ ਵਰਗਾ ਤਾਂ ਕੋਈ ਯੋਧਾ ਹੀ ਨਹੀਂ ਹੈ, ਉਹਨੂੰ ਤਾਂ ਦੇਖ ਕੇ ਉਹੀ ਕੰਬੀ ਜਾਂਦੇ ਨੇ। ਤਿੰਨ ਜੋ ਧਨ ਆਨੋ ਸੋ ਸਾਥਾ। ਉਹ ਜਿਹੜਾ ਲਿਆਇਆ ਸੀ ਨਾ 4000 ਰੁਪਇਆ ਲਿਆਇਆ ਸੀ, ਉਹ ਕਹਿਲੂਰੀਆ ਨਾ ਗੁਲੇਰੀਆ 4000 ਰੁਪਇਆ ਲਿਆਇਆ ਸੀ। ਉਹ ਦੇਣ ਨੂੰ ਇਹਦਾ ਮਤਲਬ ਹੈ ਜਿਹੜਾ ਰਹਿੰਦਾ ਸੀ ਲਗਾਨ 4 ਸਾਲ ਦਾ ਬਣਦਾ ਸੀ 10,000। ਉਹਨੇ ਆਇਆ ਵੀ 4000 ਮੈਂ ਦੇ ਦਿੰਦਾ, ਬਾਕੀ ਫਿਰ ਦੇ ਦੂੰਗਾ। ਉਦੋਂ ਇਹਨੇ ਸਿਖਾਤਾ ਉਹਨੂੰ ਕਾਂਗੜੇ ਵਾਲੇ ਨੇ, ਇਹਦਾ 10,000 ਬਣਦਾ ਨੂੰ ਕਹ 10 ਦੇ ਵੀ ਨਹੀਂ, ਇਹਨੂੰ ਗ੍ਰਿਫਤਾਰ ਕਰ ਲੈ। ਉਹ ਚਾਹੁੰਦਾ ਸੀਗਾ ਵੀ ਇਹਨੂੰ ਬਰਬਾਦਾ, ਮੈਂ ਗ੍ਰਿਫਤਾਰ ਕਰ ਲਾਂ, ਇਹਦੀ ਰਿਆਸਤ ਤੇ ਹੜੱਪ ਲਾਂ। ਔਰ ਉਹ ਇਹ ਵੀ ਚਾਹੁੰਦਾ ਸੀ ਵੀ ਇਹਨਾਂ ਦਾ ਕਲੇਸ਼ ਪੈ ਜਾਵੇ। ਉਹ ਸ਼ਰਾਰਤ ਨੂੰ ਜਾਣ ਨਾ ਸਕਿਆ, ਯਾਨੀ ਵੀ ਮੈਨੂੰ ਇਹਦੇ ਖਿਲਾਫ ਭੜਕਾਉਂਦਾ, ਇਹਨਾਂ ਦੀ ਆਪਸ ਵਿੱਚ ਹੀ ਦੁਸ਼ਮਣੀ ਹੈ। ਉਹ ਸਮਝ ਨਾ ਸਕਿਆ ਸ਼ਾਸਤਰ ਨੂੰ ਇਹਨੂੰ। ਤੇ ਦੇ ਰਹੇ ਹੁਸੈਨੀ ਹੱਥ। ਉਹ ਹੁਸੈਨ ਨੂੰ ਕਹਿੰਦੇ ਵੀ 4000 ਰੁਪਇਆ ਲੈ ਲੈ, ਦੇ ਰਹੇ। ਦੇਤ ਲੇਤ ਆਪਨ ਕੁਰ ਰਾਨੇ। ਦਿੰਦੇ ਲੈਂਦੇ ਕਰਕੇ ਆਪਸ ਵਿੱਚ ਹੀ ਉਹਨਾਂ ਦੀ ਕੁਝ
ਤੂੰ ਮੈਂ ਹੋ ਗਈ, ਯਾਨੀ ਉਹਨਾਂ ਦੀ ਫਿੱਟਣਾ ਆਈ ਗੱਲ। ਤੇ ਧਨ ਲੈ ਕਹਿੰਦਾ ਮੈਂ ਤਾਂ 10,000 ਲਊਗਾ, ਮੈਂ ਨਹੀਂ 4,000 ਲੈਂਦਾ। ਉਹਨੇ ਸਿਖਾ ਜੋ ਦਿੱਤਾ 10,000 ਲਾਇਆ, ਤੇ ਉਹ ਸਮਝ ਗਿਆ ਵੀ ਇਹਨੇ ਕਲੇਸ਼ ਪਾਇਆ, ਵੀ ਇਹ ਤਾਂ ਫਿਰ ਮੈਨੂੰ ਥੋੜੀ ਜਾਣ ਨਹੀਂ ਦੇਣਾ ਘਰ ਨੂੰ। ਜੇ ਮੈਂ ਇੱਥੇ ਇਹਨਾਂ ਨੂੰ ਅੜਿਆ ਵੀ ਮੈਂ ਨਹੀਂ ਦਿੰਦਾ, ਫਿਰ ਤਾਂ ਮੈਨੂੰ ਜਾਣ ਨਹੀਂ ਦੇਣਾ ਇਹਨਾਂ ਨੇ ਘਰ ਨੂੰ, ਗ੍ਰਿਫਤਾਰ ਕਰ ਲੈਣਗੇ। ਉਹ ਕਹਿੰਦਾ ਚੰਗਾ ਮੈਂ ਘਰੋਂ ਲਿਆ ਕੇ ਦੇ ਦਿੰਦਾ, 10,000 ਲਿਆ ਦੇਣਾ, ਇਕੱਲੇ ਕੁਛ ਨਹੀਂ। ਇਹ ਤਾਂ ਵੀ ਮੈਂ ਜਿਹੜਾ ਤੰਗ ਸੀਗਾ, ਮੈਂ ਯਾਰ ਫੇਰ ਦੇ ਦਾਂਗੇ, ਘਰ ਦੀ ਗੱਲ ਹੈ, ਮੈਂ 6,000 ਹੋਰ ਲਿਆ ਕੇ ਦੇ ਦਿੰਦਾ। ਉਹ ਕਹਿੰਦੇ ਲਿਆ ਕੇ ਦੇ ਦੇ। ਉਹ ਆਪਣੇ ਜਾ ਕੇ ਕਿੱਲੇ 'ਚ ਵੜ ਗਿਆ, ਆਇਆ ਹੀ ਨਹੀਂ ਮੁੜ ਕੇ। ਤੇ ਧਨ ਲੈ ਨਿਜ ਧਾਮ ਸਿਧਾਨ, ਉਹ ਧਨ ਲੈ ਕੇ ਪਿੱਛੇ ਚਲਾ ਗਿਆ 4,000 ਵੀ। ਜੇ ਤਾਂ ਅਕਲ ਵਾਲਾ ਹੁੰਦਾ 4,000 ਤਾਂ ਫੜ ਲੈਂਦਾ, ਵੀ ਬਾਕੀ ਭਾਈ ਬਾਕੀ ਲਿਆ ਦੇ, ਵੀ 4,000 ਰੱਖ ਜਾ, ਬਾਕੀ ਲਿਆ ਦੇ। ਉਹਨੇ 4,000 ਵੀ ਨਹੀਂ ਲਿਆ, ਮੂਰਖ ਨੇ। ਵੀ ਚੱਲ ਇਹ ਰੱਖ ਜਾ, ਬਾਕੀ ਲਿਆ ਦੇ। ਉਹ 4,000 ਵੀ ਮੋੜਤਾ, ਆਕੜ ਚ ਆਏ ਨੇ। ਚੇਰੋ ਤਬੇ ਤੇਜ ਤਨ ਤਯੋ, ਬਸ ਚੇਰੋ ਗੁਲਾਮ ਕਰਕੇ ਗਿਆ ਨਾ, ਚੇਰੋ ਗੁਲਾਮ ਨੂੰ ਬਸ ਫਿਰ ਇੱਕ ਦਮ ਅੱਗ ਲੱਗ ਗਿਆ, ਅੱਗ ਭੂਕਾ ਹੋ ਗਿਆ। ਚੇਰੋ ਤਬੇ ਤੇਜ ਤਨ ਤਯੋ, ਹਾਂ ਅੱਗ ਭੂਕਾ ਹੋ ਗਿਆ। ਹੈ ਮੁੜ ਕੇ ਨਹੀਂ ਆਇਆ, ਸਮਝ ਗਿਆ ਵੀ ਉਹ ਜਾਣ ਕੇ ਨਹੀਂ ਆਇਆ, ਜਾ ਕੇ ਕਿਲਾ ਘੇਰ ਲਿਆ। ਭਲਾ ਬੁਰਾ ਕਛ ਲਖਤ ਨਾ ਭਇਓ, ਬਸ ਭਲਾ ਬੁਰਾ ਨਹੀਂ ਸੋਚਿਆ, ਜਾ ਕੇ ਘੇਰਾ ਪਾ ਲਿਆ ਕਿਲੇ ਨੂੰ। ਛੰਦ ਬੰਦ ਨਹਿ ਨੈਕ ਵਿਚਾਰਾ, ਆਪਣਾ ਰਾਜਨੀਤੀ ਦਾ ਛੰਦ ਬੰਦ ਕਹਿੰਦੇ। ਰਾਜਨੀਤੀ ਕਿਸੇ ਚਾਲ ਨੂੰ ਨਹੀਂ ਸਮਝਿਆ, ਰਣਨੀਤੀ ਦੀ ਕਿਸੇ ਚਾਲ ਨੂੰ ਨਹੀਂ ਸਮਝਿਆ। ਗੁਲਾਮ ਜੋ ਸੀਗਾ ਵੀ ਸੁਨੇਹਾ ਭੇਜ ਦਿੰਦੇ ਵੀ ਭਾਈ ਤੂੰ ਆਇਆ ਨਹੀਂ, ਕੀ ਗੱਲ ਹੈ, ਚੱਲ 4,000 ਭੇਜ ਦੇ, ਹਾਲੇ ਨਹੀਂ ਤੇਰੇ ਕੋਲ ਬਣੇ ਨੇ, ਇਹ ਤਾਂ ਭੇਜ ਦੇ। ਇੱਥੇ ਹੀ ਡੈਡਲੌਕ ਪੈਦਾ ਹੋ ਗਿਆ, ਸਾਰੇ ਇੱਥੇ ਇਕੱਠੇ ਹੋ ਗਏ। ਪਤਾ ਤਾਂ ਅਨੰਦਪੁਰ ਸਾਹਿਬ ਵੀ ਲੱਗ ਗਿਆ, ਇੱਥੇ ਤਾਂ ਪੰਗਾ ਪੈ ਜਾਊਗਾ। ਜਾਤ ਭਇਓ ਦੇ ਤਬ ਹੈ ਨਗਾਰਾ, ਮੈਂ ਨਗਾਰੇ ਦੇ ਚੋਟ ਮਾਰੀ, ਜਾ ਕੇ ਪੈ ਗਿਆ। ਕਿਉਂ ਹਾਥੇ ਕੋਈ ਬੁਰਾ ਨਹੀਂ ਸੀ ਨਾ ਆਇਆ। ਉਹਨੇ ਕਿਹਾ ਵੀ ਇਹ ਤਾਂ ਮੈਂ ਤਾਂ ਇੰਦਾ ਜਾਂਦੇ ਕਿਲਾ ਜਿੱਤ ਲੂਗਾ। ਦਾਵ ਕਹਾਵਤ ਨੈਕ ਨ ਕਰਾ, ਕੋਈ ਦਾਵ ਕੋ ਨਹੀਂ ਖੇਲਿਆ, ਦਾਵ ਕੋ ਖੇਲ ਸਕਦਾ ਸੀ ਵੀ ਭਾਈ ਚੱਲ ਨਹੀਂ ਭੇਜਦੇ, ਕੋਈ ਨਹੀਂ। ਯੁੱਧ ਨੀਤੀ ਰਾਜਨੀਤੀ ਜਿੰਨਾ ਚਿਰ ਆਉਂਦੀ ਨਹੀਂ, ਯੁੱਧ ਨੀਤੀ ਆ ਰਾਜਨੀਤੀ ਦੋ ਇਕੱਠੀਆਂ ਹੁੰਦੀਆਂ ਨੇ। ਸਰਕਾਰਾਂ ਦੀਆਂ ਯੁੱਧ ਨੀਤੀ ਦੇ ਨਾਲ ਰਾਜਨੀਤੀ ਮਿਲੀ, ਇਕੱਲੀ ਰਾਜਨੀਤੀ ਨਹੀਂ। ਕੁਝ ਰਾਜਨੀਤੀ ਹੁੰਦੀ ਆਪਣੇ ਆਪਣੇ ਦੇਸ਼ ਦੇ ਵਿੱਚ, ਸਾਡੀ ਆਪਸ ਵਿੱਚ ਹੀ ਰਾਜਨੀਤੀ ਹੈ ਵੋਟਾਂ ਤੱਕ ਦੀ। ਪਰ ਜਿਹੜੀ ਅੱਗੇ ਹੈ ਪਾਕਿਸਤਾਨ, ਉਹ ਰਾਜਨੀਤੀ ਯੁੱਧ ਨੀਤੀ ਇਕੱਠੇ ਹੈ ਦੂਜੇ ਮੁਲਕ ਨਾਲ। ਜਿਹਦੇ ਬਾਰਡਰ ਲੱਗਦਾ ਉਹਦੇ ਨਾਲ ਇਕੱਲੀ ਰਾਜਨੀਤੀ ਨਹੀਂ ਹੁੰਦੀ, ਯੁੱਧ ਨੀਤੀ ਮੇਨ ਹੁੰਦੀ ਹੈ, ਰਾਜਨੀਤੀ ਘੱਟ ਹੁੰਦੀ ਹੈ ਉੱਥੇ। ਇੱਥੇ ਦੋ ਪਾਰਟਾਂ ਚੱਲਦੀ ਹੈ। ਸਿੰਘੈ ਘੇਰ ਸਸਾ ਕਹੁ ਡਰਾ, ਐ ਸਮਝ ਲਓ ਵੀ ਜਿਵੇਂ ਸ਼ੇਰ ਘੇਰ ਕੇ ਨਾ ਸਾਹਿਲ ਨੂੰ ਡਰਾਉਂਦਾ ਹੁੰਦਾ, ਐ ਸਮਝਿਆ ਉਹਨੇ ਵੀ ਮੈਂ ਸ਼ੇਰ ਆ, ਖਰਗੋਸ਼ ਹੈ, ਮੈਂ ਡਰਾ ਦੇਣਾ, ਹੱਥ ਖੜੇ ਕਰਕੇ ਆ ਜੂ ਬਾਹਰ। 15 ਪਹਿਰ ਗਿਰਦ ਤਿਨ ਕੀਓ, 15 ਪਹਿਰ ਘੇਰਾ ਬਾਹਰ ਰੱਖਿਆ, ਯਾਨੀ 2 ਦਿਨ ਤਕਰੀਬਨ। 8 ਪਹਿਰ ਇੱਕ, 8 16 ਹੁੰਦੇ ਨੇ, ਤੇ ਪਹਿਰ ਇੱਕ ਘੱਟ ਸਿਰਫ 2 ਦਿਨ 48 ਘੰਟੇ ਤੇ। ਖਾਣ ਪਾਣ ਤਿਨ ਜਾਣ ਨ ਦਿਓ, ਅੰਦਰ ਖਾਣ ਪੀਣ ਕੁਝ ਨਹੀਂ ਜਾਣ ਦਿੱਤਾ ਉਹਨੇ। ਖਾਣ ਪੀਣਾ ਬੰਦ ਕਰਨਾ ਹੁੰਦਾ, ਕਿਲੇ ਦਾ ਹੋਰ ਕਰਨਾ ਹੁੰਦਾ। ਖਾਣ ਪਾਣ ਬਿਨ ਸੂਰ ਰਸਾਏ, ਸੂਰਮੇ ਖਾਣ ਪਾਣ ਦੇ ਬਿਨਾਂ ਅੰਦਰ ਗੁੱਸੇ ਹੋ ਗਏ। ਖਾਣ ਪਾਣ ਦੇ ਬਿਨਾਂ ਤਾਂ ਮੁਸ਼ਕਿਲ ਹੋ ਹੀ ਜਾਂਦੀ ਹੈ। ਸਾਮ ਕਰਨ ਹਿਤ ਦੂਤ ਪਠਾਏ, ਉਹਨੇ ਕਿਹਾ ਵੀ ਸੁਲਾਹ ਕਰ ਲਈਏ, ਸ਼ਾਮ ਸੁਲਾਹ ਨੂੰ ਕਹਿੰਦੇ ਨੇ। ਉਹਨੇ ਹੋਰ ਦੂਤ ਭੇਜਤੇ, ਸਾਮ ਕਰਨ ਹਿਤ ਦੂਤ ਪਠਾਏ, ਆਪੇ ਸੁਲਾਹ ਕਰ ਲੈਂਦੇ ਆ। ਹੁਣ ਵੀ ਅਜੇ ਤਾਂ ਕੋਈ ਗੱਲੇ ਨਹੀਂ ਹੋਈ, ਆ ਕੇ ਕਿਲੇ 'ਚ ਬੜਿਆ ਹੀ ਹੈ ਵੀ ਮੇਰੇ ਕੋਲ ਪੈਸੇ ਨਹੀਂ ਰੱਖੀ ਹੈ। ਦਾਸ ਨਿਰਖ ਸੰਗ ਸੈਨ ਪਠਾਨੀ, ਹਾਂ ਦਾਸ ਨਿਰਖ ਸੰਗ ਸੈਨ ਪਠਾਨੀ। ਉਹਨੇ ਦਾਸ ਨੇ ਦੀ ਸੈਨਾ ਦੇ ਵਿੱਚ ਦਾਸ ਦਾਸ ਨੇ ਦੇਖਿਆ ਵੀ ਮੇਰਾ ਤਾਂ ਪਠਾਨੀ ਸਾਡੇ
ਪਠਾਨੀ ਸੈਨਾ ਨੂੰ ਦੇਖ ਕੇ ਨਾ ਇਹ ਜਿਹੜਾ ਸੀ ਹੁਸੈਨੀ ਪਠਾਨੀ ਸੈਨਾ ਸੀ ਨਾ ਨਾਲ, ਆਪ ਪਠਾਨ ਨਹੀਂ ਸੀ ਇਹ, ਆਪ ਤਾਂ ਦੂਆ ਸੀਗਾ ਇਹ ਸੀਗਾ ਗੁਲਾਮਾਂ, ਇਹ ਮੁਗਲ ਸੀ। ਮੇਰਾ ਖਿਆਲ ਹੈ ਸ਼ੇਰ ਸਾਹਿਬ ਸੂਰੀ ਸੀ ਨਾ ਜਿਹੜਾ ਗੁਲਾਮ, ਉਹਦੇ ਖਾਨਦਾਨ ਵਿੱਚੋਂ ਹੈ, ਉਹਨੇ ਰਾਜ ਕਾਇਮ ਕਰ ਲਿਆ ਸੀ ਨਾ। ਇਹ ਗੁਲਾਮ ਅੱਲਾ ਦੀ ਗੁਲਾਮਾਂ ਦਾ ਰਾਜ ਜਿਹੜਾ ਹੋਇਆ ਉਹਦੇ ਵਿੱਚੋਂ ਸੀ ਇਹ। ਇਹਨੇ ਕਹਾ ਮੇਰੇ ਨਾਲ ਪਠਾਨ ਯੋਧੇ ਨੇ ਐਡੇ ਬੜੇ ਬੜੇ, ਉਹਨੇ ਸੁਲਾਹ ਦੀ ਗੱਲ ਵੀ ਨਹੀਂ ਮੰਨੀ, ਉਹਨਾਂ ਦੀ ਰੱਦ ਕਰਤੀ। ਫੂਲ ਗਏ ਤਿਨ ਕੀ ਨਹੀਂ ਮਾਨੀ, ਸੁਲਾਹ ਵਾਲਿਆਂ ਦੀ ਵੀ ਨਹੀਂ ਮੰਨੀ ਉਹਨੇ। 10 ਹੰਸਰਾ ਵੀ ਕਹਿ ਦੇ ਹੂੰ, ਉਹ ਕਹਿੰਦਾ ਮੈਂ ਤਾਂ ਹੁਣੇ ਲਊਂਗਾ 10,000 ਰੁਪਇਆ, ਨਹੀਂ ਤਾਂ ਇਹ ਸਮਝ ਲਓ ਵੀ ਤੁਹਾਡੀ ਮੌਤ ਹੈ। ਨਾ ਤਾਂ ਮੌਤ ਨੂੰ ਮੰਨੋ ਸਿਰ ਤੇ ਆਪਣੇ, ਜਾਂ 10,000 ਰੁਪਇਆ ਦੋ, ਨਾ ਤਾਂ ਮੀਚ ਮੂੰਡ ਪਰ ਲੈ ਹੂੰ, ਆਹ ਨਹੀਂ ਤਾਂ ਤੁਹਾਡੇ ਸਿਰ ਤੇ ਮੌਤ ਸਮਝ ਲਓ ਆ ਗਈ। ਸਿੰਘ ਸੰਗਤੀਆ ਤਹਾਂ ਪਠਾਏ, ਸੰਗਤੀਆ ਸੀ ਉੱਥੇ ਇੱਕ ਗੁਰੂ ਕਾ ਸੰਗਤੀਆ ਸਿੰਘ, ਉੱਥੇ ਗੁਰੂ ਸਾਹਿਬ ਨੇ ਉਹਨੂੰ ਭੇਜਤਾ ਕੁਝ ਸਿੰਘ ਦੇ ਕੇ। ਸੰਗਤੀਆ ਉਹ ਪਤਾ ਲੱਗ ਗਿਆ ਸੀ ਅਨੰਦਪੁਰ ਸਾਹਿਬ, ਉਹਨਾਂ ਨੇ ਕੁਝ ਸਿੰਘ ਨਾਲ ਭੇਜਤੇ ਸੰਗਤੀਏ ਦੇ, ਇੱਥੇ ਦਾ ਸੀ ਇਸ ਏਰੀਏ ਦਾ, ਮਦਦ ਵਾਸਤੇ। ਉਹਨਾਂ ਨੇ ਕਿਹਾ ਮਦਦ ਵਾਸਤੇ, ਪਹਿਲਾਂ ਵੀ ਉੱਥੇ ਹੀ ਕਰ ਲਈ ਉਹਦੇ ਨਾਲ ਥੋੜਾ ਜਿਹਾ, ਉਹ ਭੇਜ ਦਿੱਤਾ। ਗੋਪਾਲੇ ਸੋ ਧਰਮ ਦੇ ਲਿਆਏ, ਉਹ ਸੰਗਤੀਏ ਨੂੰ ਕਹਿੰਦੇ, ਗੁਰੂ ਕੀ ਸੰਗਤੀਆ ਸੀ ਉਹ, ਵੀ ਤੁਸੀਂ ਗੋਪਾਲੇ ਨੂੰ ਭੀਮ ਚੰਦ ਕੋਲ ਲਿਆਓ। ਭੀਮ ਚੰਦ ਦਾ ਡੇਰਾ ਹੱਡ ਸੀ, ਉਹ ਹੁਸੈਨੀ ਦਾ, ਕਿਉਂਕਿ ਫਿਰ ਵੀ ਡੇਰੇ ਫਰਕ ਨਾਲ ਰੱਖਦੇ ਹੁੰਦੇ ਸੀ ਇਹ, ਫੌਜਾਂ ਨਹੀਂ ਸੀ ਨੇੜੇ ਰੱਖਦੇ ਇੱਕ ਦੂਏ ਦੇ, ਐਵੇਂ ਕੋਈ ਲੜ ਪਵੇ ਫੌਜੀ ਕੀ ਪਤਾ ਹੁੰਦਾ ਕਿਸੇ ਗੱਲ ਤੇ ਲੜ, ਉਹਦਾ ਡੇਰਾ ਉੱਧਰ ਹੈ, ਉਹਦਾ ਇੱਧਰ ਦੂਰ ਹੈ, ਫਰਕ। ਗੋਪਾਲੇ ਸੋ ਧਰਮ ਦੇ ਲਿਆਏ, ਗੋਪਾਲੇ ਨੂੰ ਕਹਿੰਦੇ ਧਰਮ ਦੇ ਕੇ ਵੀ ਧਰਮ ਦੀ ਕਸਮ ਖੜਾ ਕੇ ਲੈ ਆਏ ਕਿ ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਤੇਰੇ ਨਾਲ ਕੋਈ ਧੋਖਾ ਨਹੀਂ ਕਰਦਾ, ਤੂੰ ਲੈ ਆ ਜਾ, ਉਹ ਗੱਲ ਕਰ ਲੈ। ਭੀਮ ਚੰਦ ਨੂੰ ਵਿੱਚ ਪਾ ਲੈਂਦੇ। ਭੀਮ ਚੰਦ ਕਹਿੰਦੇ ਮੇਰੇ ਕੋਲ ਆਇਓ, ਮੈਂ ਸੁਲ੍ਹਾ ਕਰਾ ਦਿੰਦਾ। ਉਹਨੇ ਪਹਿਲਾਂ ਜਵਾਬ ਦੇ ਦਿੱਤਾ। 420 ਹੁਣ ਇਹ ਪਹਾੜੀਏ ਕਰ ਰਹੇ ਨੇ, ਪਹਾੜੀਏ ਰਾਜੇ ਨਾਲੇ। ਇਹ 400 ਤਾਂ ਕਰਕੇ ਗੁਰੂ ਸਾਹਿਬ ਇਹਨਾਂ ਦਾ ਭਰੋਸਾ ਨਹੀਂ ਸੀ ਕਰਦੇ, ਇਹ ਤਾਂ ਘਰਦਿਆਂ ਨਾਲ ਦਗੇ ਕਰਦੇ ਰਹੇ ਨੇ ਵੀ ਇਹਨੂੰ ਧਰਮ ਦੇ ਕੇ ਲੈ ਆਓ, ਫਿਰ ਇਹਨੂੰ ਗ੍ਰਿਫਤਾਰ ਕਰਾ ਦਾਂਗੇ, ਖਤਮ ਕਰਾ ਦਾਂਗੇ। ਜਿਹੜਾ ਘਰਦਿਆਂ ਨਾਲ ਏਦਾਂ ਕਰਦਾ ਹੋਵੇ ਉਹਦਾ ਗੁਰੂ ਸਾਹਿਬ ਭਰੋਸਾ ਕਿਵੇਂ ਕਰ ਲੈਂਦੇ? ਉਹ ਜਾਣਦੇ ਸੀ ਇਹਨਾਂ ਦੀ ਹਿਸਟਰੀ ਨੂੰ, ਵੀ ਲੋਕ ਨੀਚ ਨੇ ਬਹੁਤ ਜ਼ਿਆਦਾ ਵਰਤੀ ਦੇ। ਕੱਚੇ ਪਹਾੜੀਆਂ ਲਿਖਿਆ ਇਹਨਾਂ ਨੂੰ, ਹੋਰ ਤੋਂ ਕੱਚਾ ਹੁੰਦਾ, ਝੂਠੇ ਨੂੰ ਕਹਿੰਦੇ ਨੇ ਕੱਚਾ। ਇਤਿਹਾਸ ਵਿੱਚ ਇਹਨਾਂ ਨੂੰ ਕੱਚੇ, ਉਹ 50 ਸਾਲ ਪਹਿਲਾਂ ਦੇ ਸਾਰੇ ਸਿੰਘ ਕੱਚਾ ਪਹਾੜੀਆਂ ਕਹਿੰਦੇ ਸੀ। ਇਹ ਤਾਂ ਸੰਤਾਂ ਤੋਂ ਵੇਲੇ ਤੇ ਹਟੇ ਨੇ, ਇਹ ਬੋਲੀ ਬਦਲਤੀ ਇਹਨੇ, ਇਹਨਾਂ ਨੂੰ ਨਹੀਂ ਪਤਾ ਕੀ ਹੈ ਗੱਲ ਪਿਛਲੀ। ਪਿੱਛੇ ਨਾ ਕੋਈ ਸਿੰਘ ਦਾ ਜੁੜਿਆ ਹੋਇਆ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਪਿੱਛੇ ਕੀ ਹੈ। ਕੱਚੇ ਪਹਾੜੀ ਦਾ ਝੂਠੇ ਪਹਾੜੀ, ਕੱਚੀ ਬਾਣੀ ਝੂਠੀ ਬਾਣੀ। ਗੋਪਾਲੇ ਸੋ ਧਰਮ ਦੇ ਲਿਆਏ, ਧਰਮ ਦਾ ਦੇ ਕੇ ਨਾ ਸੰਗਤੀਏ ਦਾ ਉਹਨੇ ਵਿਸ਼ਵਾਸ ਕਰ ਲਿਆ। ਗੁਰੂ ਦੇ ਸੰਗਤੀਏ ਸੀ, ਵਿਸ਼ਵਾਸ ਵਾਲਾ ਆਦਮੀ ਸੀ। ਤਿਨ ਕਹਿ ਸੰਗ ਨਾ ਉਨਕੀ ਬਣੀ, ਉਹਨਾਂ ਦੇ ਨਾਲ ਵੀ ਗੱਲਬਾਤ ਸਿਰੇ ਨਾਲ ਚੜੀ, ਗੱਲ ਸਿਰੇ ਨਹੀਂ ਚੜੀ। ਉਹ ਕਹਿੰਦਾ ਮੇਰੇ ਕੋਲ ਤਾਂ 4,000 ਰੁਪਇਆ ਹੈਗਾ, ਇਹ 5,000 ਕਹਿੰਦਾ, ਉਹ ਹੋਰ ਨਹੀਂ, ਸਿਰੇ 10,000 ਵਾਲੀ ਗੱਲ ਸਿਰੇ ਨਾਲ ਚੜੀ। ਤਬ ਕਿਰਪਾਲ ਚਿੱਤ ਮੋ ਇਹ ਗਣੀ, ਇਹ ਕਿਰਪਾਲ ਹੈ, ਕਟੋਚੀਆ, ਕਟੋਚੀਆ ਕਿਰਪਾਲ ਹੈ। ਕਿਰਪਾਲ ਕਹਿਣ ਲੱਗਿਆ, ਕਿਰਪਾਲ ਨੂੰ ਕਹਿਣ ਵਾਲਾ ਇੱਕ ਹੋਰ ਹੈ ਹਿੰਮਤ। ਹਿੰਮਤ ਨੇ ਕਿਰਪਾਲ ਦੇ ਕੰਨ 'ਚ ਕਿਹਾ, ਕਿਰਪਾਲ ਨੇ ਕਹਾ ਕਹਿਤਾ ਵੀ ਇਹਨੂੰ ਹੁਣ ਆਪਾਂ ਜਾਣ ਨਾ ਦਈਏ, ਜੇ ਕਿਲੇ ਚਲੇਗਾ ਕੰਮ ਖਰਾਬ ਹੋ ਜਾਊਗਾ। ਕੱਲੇ ਨੂੰ ਤੇ ਫੜ ਲਓ, ਹੁਣ ਗੱਲ ਖਤਮ ਹੋਈ। ਉਹ ਤੇ ਆਪਣੇ ਵੀ ਮੰਨਣਗੇ, ਇਹਦੇ ਵੀ ਮੰਨਣਗੇ, ਆਪੇ ਦੇ ਕੇ ਛੜਾ ਕੇ ਲੈ ਜਾਣਗੇ, ਇਹਨੂੰ ਖਤਮ ਕਰ ਦਾਂਗੇ। ਐਸੀ ਘਾਤ ਫਿਰ ਹਾਥ ਨਾ ਹੈ, ਬਸ ਹੁਣ ਇਹਦੇ ਨਾਲ ਘਾਟ, ਐਸੀ ਮੌਕਾ ਨਹੀਂ ਹੱਥ ਆਉਣਾ ਫਿਰ ਆਪਣੇ।
ਉਹਨੇ ਗਿੱਟਪਿੱਟ ਜਦ ਕੀਤੀ ਉਹਨਾਂ ਨੇ ਪਛਾਣ ਲਿਆ ਬਈ ਇਹ ਉਹਨੂੰ ਜਾਣਦੇ ਸੀ ਨਾ ਕਿਰਪਾਲ ਨੂੰ ਤਾਂ ਵੀ ਕਿਹੋ ਆਦਮੀ ਹੈ, ਕਪਟੀ ਹੈ। ਉਹ ਬੰਦਾ ਠੀਕ ਸੀ, ਗੋਪਾਲਾ ਬੰਦਾ ਪੱਧਰ ਸੀ, ਇਹ ਕਪਟੀ ਸੀ। ਇਹਨਾਂ ਭੀਮ ਚੰਦ ਵੀ ਬੁਰਾ ਨਹੀਂ ਸੀ ਜਿੰਨਾ ਦੂਆ ਬੁਰਾ ਸੀ, ਜਿੰਨਾ ਕਟੋਜੀਆ ਬੁਰਾ। ਹਾਂ ਕਟੋਜੀਆ ਜਿੰਨਾ ਬੁਰਾ ਸੀ। ਉਹ ਸ਼ਰੀਕ ਸੀ ਨਾਲ ਦਾ। ਸਭੂ ਫੇਰ ਸਮੂਹ ਛਲ ਜੈ ਹੈ। ਕਹਿੰਦੇ ਸਮਾਂ ਹੱਥ ਨਹੀਂ ਆਉਣਾ, ਇਹ ਸਮਾਂ ਛਲ ਕਰ ਜਾਂਦਾ ਹੁੰਦਾ। ਆਪਣੇ ਨਾਲ ਛਲ ਹੋ ਜਾਊਗਾ ਜੇ ਆਪਾਂ ਇਹ ਕੰਮ ਨਾ ਕੀਤਾ, ਸਮਾਂ ਗਵਾ ਬੈਠਾਂਗੇ ਆਪਾਂ। ਗੋਪਾਲੇ ਸੋ ਅਬੇ ਗਹਿ ਲੀਜੈ। ਹੁਣੇ ਫੜ ਲਓ ਕਹਿੰਦੇ ਗੋਪਾਲੇ ਨੂੰ, ਜਾਣਨਾ ਦੋ ਕਿਲੇ ਚੋਂ ਫੜਨਾ ਔਖਾ ਹੋ ਜਾਊਗਾ। ਕੈਦ ਕੀਜੀਏ ਕਹਿ ਵੱਧ ਕੀਜੈ। ਜਾਂ ਤਾਂ ਕੈਦ ਕਰ ਲਓ ਜਾਂ ਇਹਨੂੰ ਖਤਮ ਕਰ ਦੋ, ਇੱਥੇ ਹੀ ਆਪਾਂ ਹੀ ਖਤਮ ਕਰ ਦੋ ਉਹਨੂੰ। ਜਦ ਇਹਨੂੰ ਮਾਰ ਦਾਂਗੇ ਕਿਲਾ ਆਪੇ ਲੁੱਟ ਲਾਂਗੇ ਜਾ ਕੇ, ਉੱਥੇ ਨੰਬਰ ਬਣ ਜਾਣਗੇ ਆਪਣੇ। ਸਮਝਿਆ ਨਹੀਂ? ਤਨਕ ਭਣਕ ਜਬ ਤੈਨੂੰ ਸੁਣ ਪਾਈ। ਉਹਨਾਂ ਨੇ ਥੋੜੀ ਜਿਹੀ ਭਣਕ ਪੈ ਗਈ ਉਹਨੂੰ ਵੀ। ਏਦਾਂ ਤਾਂ ਨਾਲ ਖੜਾ ਸੀ ਸੰਗਤੀਆ ਵੀ, ਉਹਦੇ ਵੀ ਬੰਦੇ ਸੀ ਉੱਥੇ। ਐਡੀ ਛੇਤੀ ਦਾ ਫੰਡ ਨਹੀਂ ਸੀ ਦਿੰਦਾ ਉਹ, ਪਰ ਉਹਨਾਂ ਨੂੰ ਭੁਲੇਖਾ ਸੀ ਵੀ ਸ਼ਾਇਦ ਅਸੀਂ ਏਦਾਂ ਕਰ ਲਾਂਗੇ। ਨਿਜ ਦਲ ਜਾਤ ਭਇਓ ਪਠਰਾਈ। ਉਹ ਆਪਣੇ ਦਲ 'ਚ ਜਾਵੜ, ਕੱਲਾ ਨਹੀਂ ਆਉਂਦਾ ਹੁੰਦਾ ਰਾਜਾ ਕਦੇ। ਫੌਜਾਂ ਲੈ ਕੇ ਆਇਆ ਸੀ, ਥੋੜਾ ਜਿਹਾ ਫਰਕ ਨਾਲ ਖੜੇ ਸੀ, ਕੱਲੇ ਆਉਂਦੇ ਹੁੰਦੇ ਨੇ। ਆਪਣੇ ਬਾਡੀਗਾਰਡ ਨਾਲ ਲੈ ਕੇ ਆਇਆ ਸੀ ਉਹ ਵੀ, ਤੇ ਬੰਦੇ ਇਹਦੇ ਵੀ ਨਾਲ ਸੀ, ਸੰਗਤੀ ਇਹਦੇ ਵੀ ਨਾਲ ਸੀ। ਸੈਨਾ ਲੜਾਈ ਦੇ ਮੋਰਚੇ ਤੇ ਖੜੇ ਆ, ਕੱਲੇ ਦਾ ਉੱਥੇ ਕੀ ਮਤਲਬ, ਦੂਰ ਦੀ ਸੈਨਾ ਵਿੱਚ ਜਾਣਾ। ਇਹ ਫਿਰ ਦੋਏ ਰਾਜੇ ਅਲੱਗ ਦੂਰ। ਭੀਮ ਚੰਦ ਵੀ ਦੂਰ ਖੜੂਗਾ ਜਾ ਕੇ ਸੈਨਾ ਦੇ ਵਿੱਚ, ਉਹਦੀ ਵੀ ਨਹੀਂ ਜਾ ਸਕਦੇ। ਇਸ਼ਾਰਾ ਕੀਤਾ, ਉਹ ਇਸ਼ਾਰਾ ਸਮਝ ਗਿਆ, ਉਹ ਆਪਣੇ ਬੰਦੇ ਜਾ। ਤਨਕ ਭਣਕ ਜਬ ਤੈਨੂੰ ਸੁਣ ਪਾਈ। ਨਿਜ ਦਲ ਜਾਤ ਭਇਓ ਪਠਰਾਈ। ਹਾਂ ਗੋਪਾਲਾ ਆਪਣੇ ਫੌਜ 'ਚ ਜਾ ਵੜਿਆ, ਆਪਣੇ ਬੰਦਿਆਂ ਜਾ ਵੜਿਆ। ਮਦ ਭਾਰ ਛੰਦ ਜਬ ਗਇਓ ਗੋਪਾਲ ਕੁਪਿਓ ਕਿਰਪਾਲ। ਕਿਰਪਾਲ ਨੂੰ ਬੜਾ ਗੁੱਸਾ ਆਇਆ, ਜਾ ਗੋਪਾਲ ਭੱਜ ਗਿਆ, ਚਲਾ ਗਿਆ ਕਹਿ ਕੇ ਉਹਨੂੰ। ਲੋਹਾ ਲਾਖਾ ਹੋ ਗਿਆ। ਹਿੰਮਤ ਹੁਸੈਨ ਜੁਮੈ ਲੁਜੈਨ। ਆ ਦੇਖੋ ਹਿੰਮਤੀਆ ਸੀ ਜਿਹੜਾ, ਉਹ ਗੱਲ ਦੇ ਹਿੰਮਤੀਆ ਨਹੀਂ ਸੀ। ਉਹਨੇ ਕਿਹਾ ਵੀ ਚਲੋ ਚੜਾਈ ਕਰ ਦੋ, ਹੁਣੇ ਫੜ ਲਓ। ਦੇਖੋ ਨਾਲ ਹੁੰਦਾ ਨਾ। ਹਾਂਜੀ ਹਿੰਮਤ ਹੁਸੈਨ ਜੁਮੈ ਲੁਜੈਨ। ਵੱਲ ਜੁਮੇ ਹੋ ਗਿਆ ਲੜਨ ਦੇ, ਜੰਗ ਨੂੰ ਜਾ ਪਿਆ ਉਹਦੇ ਤੇ। ਸ਼ਰਾਰਤ ਇਹਦੀ ਸੀ, ਕਹਿੰਦਾ ਲੈ ਫੜ ਲੈਨੇ ਆਪਾਂ ਹੁਣੇ, ਭੱਜ ਕੇ ਜਾ ਪਿਆ। ਕਰਕੇ ਗੁਮਾਨ ਜੁਮੇ ਜਵਾਨ। ਬਸ ਜਿਹੜੇ ਜਵਾਨ ਸੀਗੇ ਨਾ ਨੇੜੇ ਖੜੇ ਦੋਹਾਂ ਦੇ ਬਾਡੀਗਾਰਡ, ਉਹ ਹੰਕਾਰ ਨਾ ਜਾ ਪਏ ਇਹਨਾਂ ਦੇ ਉਹਨਾਂ ਤੇ। ਬੱਜੇ ਤਬਲ ਦੁੰਦਬ ਦਬਲ। ਦੋਹਾਂ ਪਾਸੇ ਤੋਂ ਨਗਾਰੇ ਪਾਏ, ਉਹਨਾਂ ਨੇ ਆਪਣੇ ਨਗਾਰੇ ਵਜਾਤੇ, ਇਹਨਾਂ ਨੇ ਵਜਾਤੇ, ਭੇੜ ਹੋ ਗਿਆ। ਬੱਜੇ ਨਿਸ਼ਾਨ ਨੱਚੇ ਕਿਕਾਨ। ਬਸ ਤਾਂ ਉਸੇ ਵੱਜ ਪਏ, ਘੋੜੇ ਨੱਚਣ ਲੱਗ ਗਏ। ਘੋੜਿਆਂ ਨੂੰ ਪਤਾ ਹੁੰਦਾ, ਘੋੜੇ ਜਦੋਂ ਡੰਗਾ ਵੱਜਦਾ ਘੋੜੇ ਆਪੇ ਹੀ ਪਤਾ ਵੀ ਜੰਗ ਦਾ ਹੁਣ ਉਹ। ਬਾਹੇ ਤੜਾਕ ਉੱਠੇ ਕੜਾਕ। ਬੰਦੂਕਾਂ ਚੱਲ ਪਈਆਂ, ਕੜਾਕੇ ਪੈਣ ਲੱਗ ਗਏ। ਕਿਲੇ 'ਚ ਵੀ ਪਤਾ ਲੱਗ ਗਿਆ, ਕਿਲੇ ਵਾਲੇ ਵੀ ਹੋਰ ਆ ਕੇ ਭੱਜ ਗਏ। ਲੜਾਈ ਤਾਂ ਬਾਹਰੇ ਹੋਣੀ ਸੀ। ਬੱਜੇ ਨਿਸੰਗ ਗੱਜੇ ਨਿਹੰਗ। ਬਸ ਸੂਰਮੇ ਗੱਜਣ ਲੱਗ ਗਏ। ਨਿਹੰਗ ਅਸਲ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ, ਸ਼ੇਰ ਵਾਂਗੂ ਸੂਰਮੇ ਗੱਜਣ ਲੱਗ ਗਏ। ਛੁੱਟੇ ਕਿਰਪਾਨ ਲਿਟੇ ਜਵਾਨ। ਬਾ ਕਿਰਪਾਨਾਂ ਚੱਲਦੀਆਂ ਤੇ ਜਵਾਨ ਲਿਟੀ ਜਾਂਦੇ ਸੀ, ਜਿਹਦੇ ਲੱਗਦੀ ਸੀ ਪੈਂਦਾ ਸੀ। ਤੁਪਕ ਤੜਾਕ ਕੈਬਰ ਕੜਾਕ। ਤੋਪਾਂ ਦੀ ਕੜਕੜ ਹੁੰਦੀ ਸੀ। ਕੈਬਰਾਂ ਜਿਹੜੀਆਂ ਛੋਟੀਆਂ ਕਿਰਪਾਨ, ਕੈਬਰ ਥੋੜੀ ਚੌੜੀ ਹੁੰਦੀ ਹੈ, ਕੋ ਦਿਖਾਉਂਦੇ ਨੇ ਉਹਦੇ ਵਿੱਚ ਜਿਹੜਾ ਉਹਦੀ ਕਰਦੇ ਨੇ ਨਾ, ਉਹ ਐਡ ਮੁੰਡਾ ਉਹਦੀ ਕਰਦਾ ਇਹ ਜਿਹੜਾ ਆਪਾਂ ਖਾਂਦੇ ਨਹੀਂ ਚਮਨਪ੍ਰਾਸ਼ ਦੀ, ਉਹ ਦੇਖਿਆ ਉਹਦੇ ਕੋਲ ਕੀ ਹੈ, ਛਾਲ ਜੀ ਮਾਰਦਾ ਜਿਹੜਾ, ਉਹ ਜਿਹਾ ਹਥਿਆਰ ਕੈਬਰ ਹੁੰਦੀ ਹੈ। ਸਹਿਤੀ ਸੜਾਕ ਛੋਹੀ ਛੜਾਕ। ਸਹਿਤੀ ਸੜਾਕ, ਸਹਿਤੀਆਂ ਸੜਕ ਕੱਢ ਕੇ ਮਿਆਨ ਚੋਂ ਕੱਢ ਲਈਆਂ ਤਲਵਾਰਾਂ, ਨਿਕਲੇ ਆਈਆਂ ਸਭ ਦੀਆਂ ਤਲਵਾਰਾਂ ਬਾਹਰ ਆ ਗਈਆਂ। ਗੱਜੇ ਸੋ ਵੀਰ ਵੱਜੇ ਗਹੀਰ। ਬਸ ਸੂਰਮੇ ਗੱਜਣ ਲੱਗ ਗਏ,
ਜਿਹੜੇ ਨਗਾਰੇ ਢੋਲ ਹੋਰ ਵੱਜਣ ਲੱਗੇ, ਬਾਜੇ ਜਿਹਨੇ ਸੀ ਵੱਜਣ ਲੱਗੇ। ਵਿਚਰੇ ਨਿਹੰਗ ਜੈਸੇ ਪਿਲੰਗ। ਹਾਂ, ਜਿਵੇਂ ਸ਼ੇਰ ਭੁੱਖੇ ਮਾਸ ਖਾਣ ਨੂੰ ਫਿਰਦਾ ਨੇ ਨਾ, ਪਹਿਲਾਂ ਕਹਿੰਦੇ ਨੇ ਚਿੱਤੇ ਨੂੰ, ਜਿਵੇਂ ਚਿੱਤਾ ਫਿਰਦਾ ਨੇ ਸ਼ਿਕਾਰ ਦੇ ਆਲੇ ਦੁਆਲੇ, ਐ ਇੱਕ ਦੂਏ ਦੇ ਆਲੇ ਦੁਆਲੇ ਫਿਰਨ ਲੱਗੇ ਤਾਕ ਚ, ਵੀ ਕੋਈ ਮੈਂ ਉਹਨੂੰ ਜਾ ਮਾਰਾਂ, ਮੈਂ ਉਹਨੂੰ ਜਾ ਮਾਰਾਂ, ਆਪਣੇ ਆਪਣੇ ਨਿਸ਼ਾਨੇ ਮਿਥਲੇ। ਹੁੱਕੇ ਕਿਕਾਣ ਧੁੱਕੇ ਨਿਸ਼ਾਨ। ਘੋੜੇ ਵੀ ਹਿਲਕ ਪਏ, ਘੋੜੇ ਬੋਲਣ ਲੱਗ ਗਏ। ਬਾਹੇ ਤੜਾਕ ਝੱਲੇ ਚੜਾਕ। ਹਾਂ, ਕੋਈ ਗੋਲੀ ਚਲਾਉਂਦਾ ਤਾਂ ਦੂਏ ਦੇ ਜਾ ਕੇ ਲੱਗਦੀ ਹੈ, ਚੱਲਦੇ ਨੇ। ਕੋਈ ਗੋਲੀਆਂ ਚੱਲ ਮਾਰ ਰਹੇ ਨੇ, ਕੋਈ ਗੋਲੀਆਂ ਚੱਲ ਰਹੇ ਨੇ, ਕੋਈ ਤੀਰ ਵੱਜ ਰਹੇ ਨੇ, ਕੋਈ ਤੀਰ ਬਾਹ ਰਹੇ ਨੇ। ਜੂਝੇ ਨਿਹੰਗ ਲਿਟੇ ਮਲੰਗ। ਹਾਂ, ਐ ਸੂਰਮੇ ਮਰੇ ਪਏ ਨੇ ਜਿਵੇਂ ਮਲੰਗ ਜਿਹੜੇ ਨੇ ਨਾ, ਭੰਗ ਛਕਾ ਕੇ। ਇਹ ਜਿਹੜੇ ਮਲੰਗ ਨੇ ਨਾ, ਮੁਸਲਮਾਨਾਂ ਦੇ ਹੁੰਦੇ ਨੇ, ਮੁਸਲਮਾਨਾਂ ਦੇ ਫਕੀਰਾਂ ਨੂੰ ਮਲੰਗ ਕਹਿੰਦੇ ਨੇ। ਉਹ ਵੀ ਇਹ ਸੁੱਖਾ ਛਕਦੇ ਨੇ, ਉਹ ਭੰਗ ਕਹਿੰਦੇ ਨੇ, ਸੁੱਖਾ ਨਹੀਂ ਕਹਿੰਦੇ, ਪਰ ਉਹ ਵੀ ਛਕਦੇ ਨੇ। ਬਾਬਰ ਖੁਦ ਸੁੱਖਾ ਵੀ ਛਕਦਾ ਹੁੰਦਾ ਸੀ। ਤੁਸੀਂ ਕਿ ਬਾਬਰੀ ਜੋ ਪੜ੍ਹ ਲੈਣਾ ਜਿਹਨਾਂ ਨੂੰ ਜ਼ਿਆਦਾ ਹੈ, ਇਹ ਤਾਂ ਪਾਗਲ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਕੋਈ ਰਾਜਾ ਔਰ ਸਰਦਾਰ ਬਿਨਾਂ ਫੀਮ ਤੇ ਨਹੀਂ ਸੀ ਰਹਿੰਦਾ ਪਿੱਛੇ। 24 ਘੰਟੇ ਚਿੰਤਾ ਰਹਿੰਦੀ ਹੈ ਰਾਜ ਵਾਲੇ ਨੂੰ। ਆ ਜਿਹਨਾਂ ਨੂੰ ਚਿੰਤਾ ਰਹਿੰਦੀ ਹੈ ਉਹਨਾਂ ਨੂੰ ਆ ਕੀ ਹੁੰਦਾ? ਹਾਰਟ ਅਟੈਕ ਕਾਹਦੇ ਹੁੰਦਾ? ਡਿਪਰੈਸ਼ਨ ਕਾਹਦੇ ਹੁੰਦਾ? ਜੇ ਨਾ ਨਸ਼ਾ ਖਾਵੇ ਡਿਪਰੈਸ਼ਨ ਹੋਣ ਲੱਗ ਜਾਂਦਾ। ਡਿਪਰੈਸ਼ਨ ਦਾ ਇਲਾਜ ਹੈ ਨਸ਼ੇ ਦੀ ਦਵਾਈ ਹੈ। ਫਿਰ ਡਿਪਰੈਸ਼ਨ ਵਾਲੇ ਨੂੰ ਨਸ਼ਾ ਦਿੰਦੇ। ਜੇ ਪਹਿਲਾਂ ਨਸ਼ਾ ਖਾਂਦਾ ਰਹੇ ਡਿਪਰੈਸ਼ਨ ਹੁੰਦਾ ਹੀ ਨਹੀਂ। ਡਿਪਰੈਸ਼ਨ ਹੋ ਜਾਂਦਾ ਹੈ ਚਿੰਤਾ ਵਾਲੇ ਨੂੰ। ਤਾਂ ਦੂਆ ਚੜ ਕੇ ਆਉਣਾ, ਚੜ ਕੇ ਨਾ ਆ ਜਾਵੇ, ਨਾ ਹੋ ਜਾਵੇ, ਉਹ ਨਾ ਹੋ ਜਾਵੇ। ਕਿੰਨਾ ਵਜ਼ਨ ਰਹਿੰਦਾ ਰਾਜੇ ਦੇ ਉੱਤੇ। ਰਾਜੇ ਦੇ ਦਿਮਾਗ ਤੇ ਹਮੇਸ਼ਾ ਚਿੰਤਾ ਰਹਿੰਦੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਇਹ ਤਾਂ ਮਾਇਆ ਵਾਲੇ ਨੂੰ ਚਿੰਤਾ ਰਹਿੰਦੀ ਹੈ। ਉਹ ਤਾਂ ਰਾਜਾ ਸਗਲੇ ਸ੍ਰਿਸ਼ਟ ਕੋ ਰਾਜਾ ਦੁਖੀਆ। ਦੁਖੀਆ। ਦੁਖੀ ਆਦਮੀ ਕੀ ਕਰੂਗਾ? ਜਿਹੜੇ ਦੁਖੀ ਹੁੰਦੇ ਨੇ ਮਰੀਜ਼, ਉਹਨਾਂ ਦੇ ਟੀਕੇ ਨਹੀਂ ਲਾਉਂਦੇ ਡਾਕਟਰ ਨਸ਼ੇ ਦੇ, ਦੁੱਖ ਚ ਲਾਉਂਦੇ ਨੇ। ਤੇ ਅੰਗਰੇਜ਼ ਇਹ ਤਾਂ ਹੋਰ ਕੁਝ ਕਹਿੰਦੇ ਨੇ। ਉਹ ਕਹਿੰਦੇ ਅਨਈਜ਼ੀ ਲਾਈਜ਼ ਦੀ ਹੈਡ ਦੈਟ ਬੀਅਰ ਦੀ ਕਰਾਊਨ। ਜਿਹੜੇ ਸਿਰ ਤੇ ਤਾਜ ਹੈ ਉਹਨੂੰ ਨੀਂਦ ਵੀ ਨਹੀਂ ਆਉਂਦੀ। ਜੇ ਸੌਂਦਾ ਵੀ ਹੈ ਤਾਂ ਵੀ ਉਹ ਨੀਂਦ ਨਹੀਂ ਆਉਂਦੀ ਉਹਨੂੰ ਚੰਗੀ ਤਰ੍ਹਾਂ। ਅਨਈਜ਼ੀ ਸੌਂਦਾ, ਚਿੰਤਾ ਵਿੱਚ ਸੌਂਦਾ। ਤੇ ਸੌਣ ਵਾਸਤੇ ਫਿਰ ਡਾਕਟਰ ਕੀ ਦਿੰਦੇ ਨੇ? ਗੋਲੀ। ਕੋਈ ਇਲਾਜ ਨਹੀਂ ਹੈਗਾ ਚਿੰਤਾ ਦਾ। ਹੋਰ ਇਹ ਚਿੰਤਾ ਦਾ ਗਿਆਨ ਇਲਾਜ ਹੈ, ਨਸ਼ਾ, ਇਹ ਨਸ਼ਾ ਇਲਾਜ ਹੈ। ਹੋਰ ਕੋਈ ਇਲਾਜ ਨਹੀਂ ਹੈ। डॉक्टरों को संसार को नशा इलाज है या फिर ब्रह्म ज्ञान इलाज है? ब्रह्म ज्ञान तो बाद की गल है ना। जब चोटी ते पहुंचो, चोटी ते पहुंचण तो पहला किहड़ी चीज़ की लोड़ है? राह दे विच किहड़ी चीज़ की लोड़ है? जब पहुंचू, जद पहुंचू उत्थे तां या पौड़ी ते चढ़दा ते जोर लगदा, ਜਾਂ सिरे कोठे ते चढ़ जांदा फिर जोर लगदा ही नहीं, फिर ते चढ़ गया। जब पौड़ी चढ़ना जाता जोर लगना ही है। चिंता भी है, जोर, दो चीज़ां लगदी हैं। इन्होंने जिन्होंने कुछ भी नहीं ना करना, धर्म की पौड़ी डंडा चढ़ना ही नहीं, उन्होंने दी गल्लां ने। नशा के खिलाफ, नशा के खिलाफ उन्हें करना ना, कतरना लैना देना। उन्होंने धर्म ना की तो विद्वान ने। उन्होंने भावें धर्म मजाक है, तुम 2 पौड़ियां चढ़ के तो दिखाओ, कुछ छड्ड के दिखाओ संसार दे विचों। मोह छड्ड के दिखाओ। एक चीज़ छड्ड दो, तुसीं मोह छड्ड के दिखा दो कोई इन्हां चों। लोभ तां इन्हां ने की छड्डना, मोह छड्ड देना। लोभ तां बहुत औखा छड्डना। पर वो कहंदे ने, कबीर की कहंदा? कबीर कहंदा माया ते जी तो क्या पिया। धार्मिक आदमी ने माया तज दी, कहंदा कुछ भी नहीं तजा तज। तजण माया पहले देखा किहड़ा तज दू इन्हां चों नशा के खिलाफ रौला पाउणे वाले ने। इतने माया तजी वाला भी कुछ नहीं है। अजो माया तजी तो क्या पिया जो मान तजा ना जाए। हंकार तज के दिखा। मान मुनि मुन बर गले, मान सभै को खाए। इन्हों की पता धर्म की होंगे? धर्म कमाऊ जो उन्होंने पता होंगे की होंगे। धार्मिक आदमी कोई नशे के खिलाफ कदे नहीं बोलिया, कोई ग्रंथ नहीं बोलिया। जो चढ़ू ना पहाड़ ते उन्होंने पता की लोड़ है। पहाड़ के चढ़न वाले को पता की लोड़ है नाल।
ਚੀਜ਼ਾਂ ਦੀ ਲੋੜ ਵੀ ਹੈ ਨਾਲ ਚੜ੍ਹਨ ਵਾਲੇ ਨੂੰ। ਉਹ ਪੱਧਰ 'ਚ ਜ਼ਮੀਨ ਤੇ ਤੁਰਨ ਵਾਲੇ ਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਮੈਦਾਨ 'ਚ ਤੁਰਨ ਵਾਲੇ ਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਜਿਹੜੀ ਪਹਾੜ 'ਤੇ ਚੜ੍ਹਨ ਵਾਲੇ ਨੂੰ ਲੋੜ ਹੈ। ਉਹ ਮੈਦਾਨੀ ਇਲਾਕੇ ਦੇ ਰਹਿਣ ਵਾਲੇ ਨੂੰ ਚੀਜ਼ਾਂ ਕੀ ਕਰਨੀਆਂ ਜਿਹਨੇ ਪਹਾੜ 'ਤੇ ਚੜ੍ਹਨਾ, ਐਵਰੈਸਟ 'ਤੇ ਚੜ੍ਹਨਾ। ਉਹਨਾਂ ਕੋਲ ਸਮਾਨ ਹੋਰ ਹੁੰਦਾ, ਉਹਨਾਂ ਦਾ ਹੋਰ ਹੁੰਦਾ। ਇੰਨੀ ਕੱਚੀ ਬੁੱਧੀ ਦੇ ਆਦਮੀ ਵੀ ਜਿਹੜਾ ਤੁਹਾਡਾ ਵਿਸ਼ਾ ਹੀ ਨਹੀਂ ਹੈ ਧਰਮ, ਤੁਸੀਂ ਉਹਦੇ ਤੇ ਟਿੱਪਣੀਆਂ ਕਰਦੇ ਹੋ। ਉਹ ਟੈਕਨੀਕਲ ਅਲੱਗ-ਅਲੱਗ ਗਿਆਨ ਹੈ, ਅਲੱਗ-ਅਲੱਗ ਚੀਜ਼ਾਂ ਨੇ। ਡਾਕਟਰਾਂ ਦਾ ਵਿਸ਼ਾ ਅਲੱਗ ਹੈ, ਇੰਜੀਨੀਅਰਿੰਗ ਦਾ ਵਿਸ਼ਾ ਅਲੱਗ ਹੈ। ਤੁਸੀਂ ਪੜ੍ਹ ਕੇ ਕਿਤਾਬਾਂ ਮੈਨੂੰ ਅਰਥ ਕਰਕੇ ਦਿਖਾਓ, ਵਕਾਲਤ ਦੀਆਂ ਕਿਤਾਬਾਂ ਪੜ੍ਹ ਕੇ ਦੱਸੋ ਕੀ ਲਿਖਿਆ ਹੈ। ਵਕੀਲਾਂ ਨੂੰ ਪਤਾ ਨਾ ਉਹਨਾਂ ਚੀਜ਼ਾਂ ਦਾ। ਤਾਂ ਡਾਕਟਰ ਦੀ ਕਿਤਾਬ ਤੁਸੀਂ ਪੜ੍ਹ ਕੇ ਡਾਕਟਰ ਬਣ ਜਾਓਗੇ। ਸਾਨੂੰ ਕੀ ਪਤਾ ਉੱਥੇ ਟੈਕਨੀਕਲ ਗੱਲਾਂ ਨੇ ਉਹਦੀ। ਡਾਕਟਰ ਸਮਝਦੇ ਨੇ ਕੀ ਗੱਲ ਹੈ। ਜਿਵੇਂ ਧਾਰਮਿਕ ਬੰਦੇ ਸਮਝਦੇ ਨੇ ਧਰਮ ਦੀਆਂ ਕਿਤਾਬਾਂ ਗ੍ਰੰਥਾਂ 'ਚ ਕੀ ਲਿਖਿਆ ਹੋਇਆ। ਜਿਹਨਾਂ ਨੇ ਜ਼ਿੰਦਗੀ ਲਾ ਕੇ ਪੜ੍ਹਿਆ, ਉਹਨਾਂ ਨੇ ਪੜ੍ਹਿਆ, ਡਾਕਟਰਾਂ ਨੇ ਡਾਕਟਰੀ ਪੜ੍ਹੀ ਹੈ ਤਾਂ ਸਮਝਦੇ ਨੇ ਉਹ। ਇੰਜੀਨੀਅਰਿੰਗ ਪੜ੍ਹੀ ਹੈ ਤਾਂ ਸਮਝਦੇ ਨੇ ਉਹ। ਵਕਾਲਤ ਪੜ੍ਹੀ ਹੈ ਤਾਂ ਸਮਝਦੇ ਨੇ ਉਹ। ਦੂਆ ਕਿਵੇਂ ਸਮਝ ਲੂਗਾ ਦੂਏ ਦੀ ਗੱਲ? ਧਰਮ ਨੂੰ ਹਰੇਕ ਕਹਿੰਦਾ ਵੀ ਮੈਂ ਸਮਝ ਰਿਹਾ। ਇਹ ਮੂਰਖ ਨੇ ਸਾਰੇ, ਤਾਂ ਹੀ ਤਾਂ ਮੂਰਖ ਨੇ। ਧਰਮ ਦਾ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧਰਮ ਚਲਾਤੀ। ਸਾਰੇ ਧਰਮ ਫੋਕਟ ਕਹਿੰਦੀ ਹੈ ਬਾਣੀ। ਇੱਕ ਧਰਮ ਤੇ ਬਿਨਾਂ ਸਾਰੇ ਹੀ ਧਰਮ ਫੋਕਟ, ਧਰਮ ਕਛੂ ਫਲ ਨਾ ਹਨ। ਉਹਨਾਂ ਨੇ ਜ਼ਿੰਦਗੀਆਂ ਲਾਤੀਆਂ। ਘਰ-ਬਾਰ ਛੱਡੀ ਫਿਰਦਾ, ਖਲਣ ਬੈਠੀ ਫਿਰਦਾ ਜੋਗੀ ਸ਼ਿਵ ਜੀ। ਤਾਂ ਨਹੀਂ ਸਮਝ ਆਈ ਗੱਲ ਕੀ ਹੈ। ਇਹ ਮਜ਼ਾਕ ਸਮਝਦੇ ਨੇ ਕਿਤੇ। ਛੱਡ ਕੇ ਦਿਖਾਉਣ ਪਹਿਲਾਂ ਘਰ-ਬਾਰ, ਪਹਿਲਾਂ ਘਰ-ਬਾਰ ਤਾਂ ਛੱਡ ਕੇ ਦਿਖਾਉਣ। ਫੇਰ ਵੀ ਨਹੀਂ ਸਮਝ ਆਈ। ਕਬੀਰ ਨੂੰ 80 ਸਾਲ ਤੱਕ ਸਮਝ ਨਹੀਂ ਆਈ। ਉਹ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬੇਰ ਮਗਰ ਉਠਾਇਆ। ਇਹਨਾਂ ਨੂੰ ਕੀ ਪਤਾ ਧਰਮ ਦੀ ਹਿਸਟਰੀ ਕੀ ਹੈ। ਬਕਵਾਸ ਕਰੀ ਜਾਂਦੇ ਨੇ। ਫਿਰ ਇਹਨਾਂ ਨੂੰ ਪੁੱਛਦਾ ਵੀ ਕੌਣ ਹੈ ਜੇ ਬਕਵਾਸ ਕਰਦੇ ਨੇ। ਸੈਟਿਸਫਾਈ ਕਰਾ ਕੇ ਦਿਖਾਉਣ ਧਰਮ ਦਾ ਕਿਸੇ ਨੂੰ। ਧਰਮ ਦੇ ਵਿੱਚ ਸੈਟਿਸਫੈਕਸ਼ਨ ਦੂਜੇ ਨੂੰ ਕਰਾਉਣੀ ਜ਼ਿੰਮੇਵਾਰੀ ਹੈ। ਸੈਟਿਸਫਾਈ ਕਰਾਓ ਦੂਏ ਨੂੰ। ਉਹਨਾਂ ਦੇ ਨਾਲ ਸੈਟਿਸਫਾਈ ਕਰਨ ਕੀ ਲੈਣਾ? ਇਹਦਾ ਸੰਪਰਦਾਇਕ ਆਦਮੀ ਨੇ। ਸੰਪਰਦਾਇਕ ਆਦਮੀ ਨਫ਼ਰਤ ਫੈਲਾ ਕੇ, ਗਰੁੱਪ ਬਣਾ ਕੇ ਲੋਕਾਂ ਨੂੰ ਲੁੱਟਦੇ ਹੁੰਦੇ ਨੇ ਪੈਸੇ ਲੈ ਕੇ। ਅਸੀਂ ਜੀ ਸਿੱਖਾਂ ਵਾਸਤੇ ਲੜਦੇ ਹਾਂ, ਅਸੀਂ ਜੀ ਉਹ ਕਰਦੇ ਹਾਂ, ਅਸੀਂ ਜੀ ਉਹ ਕਰਦੇ, ਆਹ ਕਰਦੇ ਹੁੰਦੇ ਨੇ। ਇਹ ਤਾਂ ਸੰਪਰਦਾਇਕ ਦਾ ਧੜੇਬੰਦੀ ਹੈ। ਧਰਮ ਧੜੇਬੰਦੀ ਨਹੀਂ ਪੈਦਾ ਕਰਦਾ ਹੈ। ਧਰਮ ਸਭ ਵਾਸਤੇ ਹੈ। ਧਰਮ ਧੜੇਬੰਦੀ ਖਤਮ ਕਰਦਾ। ਖਤਮ ਕਰੋ ਤੁਸੀਂ ਧੜੇਬੰਦੀ। ਜਿਹੜਾ ਧੜੇਬੰਦੀ ਪੈਦਾ ਕਰਦਾ ਉਹ ਧਰਮ ਨਹੀਂ ਹੈ। ਗੁਰਬਾਣੀ ਧੜਾ ਸੱਚ ਨਾਲ ਹੈ। ਇਹਨੇ ਵੀ ਲਿਖਿਆ ਸੀ ਜੋਗਿੰਦਰ ਸਿੰਘ ਨੇ, ਮੇਰਾ ਸੱਚ ਨਾਲ ਧੜਾ ਝੂਠ ਨਾਲ ਹੈ, ਮੈਂ ਸਾਬਤ ਕਰ ਦੂੰ। ਇੱਕੋ ਹੀ ਗੱਲ ਤੇ ਚਲੋ ਅਸੀਂ ਉਹ ਬਹਿਸ ਕਰ ਲਵੇ ਕੀ ਉਹਦਾ ਧੜਾ ਸੱਚ ਨਾਲ ਹੈ, ਮੈਂ ਕਹਿੰਦਾ ਉਹਦਾ ਝੂਠ ਨਾਲ ਹੈ। ਉਹ ਕਹਿੰਦਾ ਸੱਚ ਨਾਲ ਹੈ। ਇੱਥੇ ਹੀ ਫੈਸਲਾ ਹੋ ਜਾਊਗਾ। ਤੂੰ ਕਿੱਧਰ ਖੜਾ? ਹਰ ਚੀਜ਼ ਸਾਬਤ ਹੋ ਸਕਦੀ ਹੈ। ਝੂਠ ਨਾਲ ਉਹਦਾ ਧੜਾ, ਸੱਚ ਨਾਲ ਕਿੱਥੇ? ਰੋਜ਼ ਝੂਠ ਬੋਲਦਾ। ਕੱਲ ਲਿਖ ਰਿਹਾ 80% ਆਦਮੀ ਨੇ ਉਹਦੇ ਨਾਲ ਝੂਠ ਹੈ। ਪ੍ਰੋਫੈਸਰ ਦਰਸ਼ਨ ਸਿੰਘ ਸੁਣੋ, ਇਹ ਝੂਠ ਜਿੱਦਾਂ ਇਲੈਕਸ਼ਨ ਹੋਣਾ, ਇਲੈਕਸ਼ਨ ਸ਼੍ਰੋਮਣੀ ਕਮੇਟੀ ਦਾ ਪਤਾ ਲੱਗ ਝੂਠ ਸਾਹਮਣੇ ਆ ਜੂ। ਨਿਰਾ ਝੂਠ ਬੋਲਦਾ। ਤੂੰ ਕਹਿੰਦਾ ਮੇਰਾ ਸੱਚ ਨਾਲ ਧੜਾ, ਤੂੰ ਨਿਰਾ ਝੂਠ ਬੋਲਦਾ। ਝੂਠ ਕਾਮਯਾਬ ਕਿਵੇਂ ਹੋ ਜੂਗਾ? ਸਾਰੀ ਦੁਨੀਆ ਜਾਣਦੀ ਹੈ ਤੇਰੇ ਕਹੇ ਤੇ ਵੀ ਦੁਨੀਆ। ਤੂੰ ਤਾਂ ਐਂ ਕਰਦਾ ਵੀ ਜਿਵੇਂ ਜੋ ਮੈਂ ਕਹੂੰ ਸਾਰੀ ਦੁਨੀਆ ਮੰਨ ਲੂਗੀ। ਇਹ ਉਹਨਾਂ ਆਦਮੀਆਂ ਨੂੰ ਗੁੰਮਰਾਹ ਕਰਦਾ ਜਿਹੜੇ ਇਹਦੇ ਨਾਲ ਨੇ। ਜਿਵੇਂ ਵੋਟਾਂ ਵਾਲੇ ਗੁੰਮਰਾਹ ਕਰਦੇ ਹੁੰਦੇ ਨੇ ਵੀ ਸਾਰੇ ਆਪਣੇ ਨਾਲ ਨੇ, ਫਿਕਰ ਨਾ ਕਰੋ, ਚਾਹੇ ਜ਼ਮਾਨਤ ਜ਼ਬਤ ਹੋ ਜਾਏ। ਅਖੀਰ ਤੱਕ ਨਹੀਂ ਮੰਨਦੇ ਹੁੰਦੇ ਵੀ ਅਸੀਂ ਹਾਰ ਗਏ। ਇਹ ਉਹਨਾਂ ਚੋਂ ਹੈ ਵੀ ਜਿਹੜੇ 10 ਆਦਮੀ ਨਾਲ ਨੇ ਉਹਨਾਂ ਟੁੱਟ ਜਾਣ ਤਾਂ 80% ਲਿਖਦਾ। ਹਾਂਜੀ, ਖੁੱਲੇ ਕਸਾਰ ਜਨ ਜਟਾ ਧਾਰ। ਖੁੱਲੇ ਕਸਾਰ ਕੇਸ ਖੁੱਲੇ ਹੋਏ ਨੇ ਲੋਕਾਂ ਦੇ। ਜਨ ਜਟਾ ਧਾਰ ਜਿਵੇਂ ਜਟਾਧਾਰ ਜੋਗੀ ਫਿਰਦੇ ਨੇ ਨਾ, ਐ ਕੇਸ ਖੁੱਲੇ ਲਈ ਫਿਰਦੇ ਨੇ। ਸਜੇ ਗਜਿੰਦਰ ਗਜੇ ਗਜਿੰਦਰ। ਹਾਥੀ ਸਜਾਏ ਹੋਏ ਨੇ ਔਰ ਗੱਜਦੇ ਫਿਰਦੇ ਨੇ। ਹਾਥੀ ਸਜੇ ਹੋਏ ਹਾਥੀ ਗੱਜਦੇ ਨੇ। ਉਤਰੇ ਖਾਨ ਲੈ ਲੈ ਕਮਾਨ। ਖਾਨ ਵੀ ਉਤਰੇ ਨੇ ਮੈਦਾਨ 'ਚ। ਉੱਥੋਂ ਖਾਨ ਵੀ ਆ ਗਏ। ਪਰੇ ਸੀ ਨਾ ਡੇਰਾ,
ਜਦ ਰੌਲਾ ਪੈ ਗਿਆ ਨਗਾਰੇ ਵੱਜ ਗਏ, ਖਾਨ ਵੀ ਆ ਗਏ, ਫਿਰ ਹੋਣੇ ਸੀ ਨਾ ਕਮਾਣਾ ਲੈ ਕੇ ਉਹ ਵੀ ਆ ਗਏ, ਭਿੜ ਗਏ ਆ ਕੇ। ਤ੍ਰਿਭੰਗੀ ਛੰਦ ਕਪਿਓ ਕਿਰਪਾਲ ਸਾਜੰ ਮਰਾਲ ਬਾਹਾ ਵਿਸਾਲੰ ਧਰ ਢਾਲੰ। ਕਿਰਪਾਲ ਫਿਰ ਆਪ ਆਇਆ ਮੈਦਾਨ ਚ ਪੂਰੇ। ਦੇਖੋ ਭੀਮ ਚੰਦ ਬੜਾ ਸ਼ੈਤਾਨ ਹੈ, ਭੀਮ ਚੰਦ ਨਹੀਂ ਲੜ ਰਿਹਾ ਲੋਰੀ, ਉਹ ਭੀਮ ਚੰਦ ਨਹੀਂ ਲੜ ਰਿਹਾ, ਕਿਰਪਾਲ ਨੂੰ ਉਹਦੇ ਨਾਲ ਖੁੰਨਸ ਸੀ, ਗੁਆਂਢੀ ਸੀ ਉਹਦਾ। ਭੀਮ ਚੰਦ ਤਾਂ ਆਪਣਾ ਤਮਾਸ਼ਾ ਦੇਖਣ ਵਾਲਾ ਹੋ ਗਿਆ ਇੱਥੇ। ਕਿਰਪਾਲ ਨੇ ਕਿਹਾ ਸੀ ਨਾ ਇਹਨੂੰ ਫੜ ਲਈਏ, ਉਹ ਪੰਗਾ ਛੇੜ ਕੇ ਰਾਜੀ ਸੀ ਵੀ ਸੁਲ੍ਹਾ ਹੋ ਨਾ ਜਾਵੇ। ਭੀਮ ਚੰਦ ਸੁਲ੍ਹਾ ਕਰਾਉਂਦਾ ਸੀ, ਉਹ ਪੰਗਾ ਛੇੜ ਕੇ ਰਾਜੀ ਸੀ। ਕਿਰਪਾਲ ਖੁਦ ਮੈਦਾਨ ਚ ਢਾਲ ਲੈ ਕੇ ਤਲਵਾਰ ਲੈ ਕੇ ਨਾ ਮੈਦਾਨ ਚ ਆਪ ਉਤਰਿਆ ਆ। ਧਾਏ ਸਭ ਸੂਰੰ ਰੂਪ ਕਰੂਰੰ। ਸਾਰੇ ਸੂਰਮੇ ਨਾਲ ਨੇ ਉਹਦੇ ਆਪਣੇ, ਉਹ ਵੀ ਹੱਲਾ ਬੋਲ ਕੇ ਜਾ ਪਏ। ਥੋੜੇ ਹੀ ਬੰਦੇ ਸੀ ਪਰ ਨਾਲ, ਕਿਉਂ ਉਹਦੀ ਰਿਆਸਤ ਤੋਂ ਦੂਰ ਹੈ ਨਾ। ਆਪਣੀ ਉਹ 19 ਨਾਲ ਬੋਡੀਗਾਰਡ ਜਿਹੀ ਨਾਲ ਲੈ ਕੇ ਆਉਂਦੇ ਹੁੰਦੇ ਨੇ 20-50 ਆਦਮੀ, ਰੂਪ ਕਰੂਰੰ ਕਰੂਰ ਰੂਪ ਧਾਰਨ ਕਰਕੇ ਜਾ ਪਏ। ਚਮਕਤ ਨੂਰੰ ਮੁਖ ਲਾਲੰ। ਹਾਂ, ਨੂਰ ਚਮਕਦਾ ਚਿਹਰਿਆਂ ਤੇ, ਲਾਲ ਮੁਖ ਹੋਏ ਨੇ ਸਾਰਿਆਂ ਦੇ। ਲੈ ਲੈ ਸੋ ਕਿਰਪਾਨ ਬਾਣ ਕਮਾਣੰ। ਕਿਰਪਾਨਾਂ ਨੇ ਕੋਲ ਜਾਂ ਬਾਣ ਕਮਾਣਾ ਨੇ ਕੋਲ, ਕਿਸੇ ਦੇ ਹੱਥ ਤਲਵਾਰ ਹੈ, ਕਿਸੇ ਕੋਲ ਤੀਰ ਕਮਾਨ ਹੈ। ਸਜੇ ਜਵਾਨੰ ਤਨ ਤਤੰ। ਸਾਰੇ ਜਵਾਨ ਸਜੇ ਹੋਏ ਨੇ ਔਰ ਸਾਰੇ ਗੁੱਸੇ 'ਚ ਨੇ। ਗੁੱਸੇ, ਕਿਉਂਕਿ ਜੰਗ ਦੇ ਟਾਈਮ ਗੁੱਸਾ ਹੀ ਹੋਣਾ, ਹੋਰ ਕੀ ਹੋਣਾ ਇੱਥੇ। ਰਣ ਰੰਗ ਕਲੋਲੰ ਮਾਰ ਹੀ ਬੋਲੰ। ਹਾਂ, ਰਣ ਦੇ ਵਿੱਚ ਰੌਲਾ ਪੈ ਗਿਆ, ਮਾਰ ਦਾ ਰੌਲਾ ਪੈ ਗਿਆ, ਜਨ ਗੱਜ ਮਾਰੋ ਹੀ ਹੋ ਰਹੀ ਹੈ। ਜਨ ਗੱਜ ਡੋਲੰ ਬਣ ਮੱਤੰ। ਬਸ ਜਿਵੇਂ ਗੱਜ ਨੇ ਉਹ ਭੱਜੇ ਫਿਰਦੇ ਨੇ, ਹਾਥੀ ਵੀ ਇੱਧਰ ਉੱਧਰ, ਸਾਰਿਆਂ ਦੇ ਉੱਤੇ ਜੰਗ ਦਾ ਨਸ਼ਾ ਚੜਿਆ ਹੋਇਆ। ਜਿਵੇਂ ਹਾਥੀ ਬਣ ਦੇ ਵਿੱਚ ਮਸਤ ਫਿਰਦੇ ਹੁੰਦੇ ਨੇ, ਐ ਫਿਰਦੇ ਨੇ ਮਸਤ ਹਾਥੀਆਂ ਵਾਂਗੂ। ਜਿਵੇਂ ਜੰਗਲ 'ਚ ਮਸਤ ਹਾਥੀ ਫਿਰਦਾ ਨਾ, ਐ ਫਿਰਦੇ ਨੇ ਜਵਾਨ। ਭੁਜੰਗ ਛੰਦ ਤਬੈ ਕੋਪੀਆਂ ਕਾਂਗੜੇ ਸੰਗ ਕਟੋਚੰ। ਕਾਂਗੜੇ ਦਾ ਸੀ ਨਾ ਇਹ ਕਟੋਚ। ਕਿਰਪਾਲ ਇਹ ਗੁੱਸੇ 'ਚ ਆ ਗਿਆ, ਕਾਂਗੜੇ ਵਾਲਾ ਕਟੋਚ ਇਹਨਾਂ ਦਾ ਗੋਤ ਹੈ, ਕਟੋਚੀਏ। ਮੁਖੰ ਰਕਤ ਨੈਣੰ ਤਜੇ ਸਰਬ ਸੋਚੰ। ਹਾਂ, ਅੱਖਾਂ ਲਾਲ ਨੇ, ਕੋਈ ਪਿੱਛੇ ਦਾ ਫਿਕਰ ਛੱਡਤਾ ਹੁਣ ਕਰਦਾ, ਕੀ ਹੋਊ ਕੀ ਨਹੀਂ ਹੋਊ ਨਾ। ਤਜੇ ਸਰਬ ਸੋਚੰ। ਇਹ ਤਾਂ ਸੋਚ ਛੱਡ ਕੇ ਜੰਗ ਹੁੰਦੀ ਹੈ। ਜੇ ਉਹਨੇ ਦੇਖਿਆ ਵੀ ਨਿਆਣੇ ਪਿੱਛੋਂ ਕੀ ਕਰਨਗੇ, ਕੀ ਹੋਊ, ਫਿਰ ਲੜਾਈ ਕਿੱਥੇ ਹੁੰਦੀ। ਮਾਰਨਾ ਜਾਂ ਮਾਰਨਾ, ਪਰ ਮਾਰਨਾ ਜਦ ਆਦਮੀ ਆ ਜਾਂਦਾ ਫਿਰ ਸੋਚ ਵਿਸਰ ਜਾਂਦੀ ਹੈ। ਇਹ ਦੇਖੋ ਦੋ ਜਗ੍ਹਾ ਸੋਚ ਵਿਸਰਦੀ ਹੈ। ਇਹ ਤਾਂ ਇੱਥੇ ਆ ਕੇ ਸੋਚ ਵਿਸਰਦੀ ਹੈ ਆਦਮੀ ਦੀ, ਇਹ ਨਾਮ ਲੋ ਵਿਸਰਦੀ ਹੈ। ਇੱਥੇ ਆ ਕੇ ਸੋਚ ਵਿਸਰ ਗਈ, ਸੰਸਾਰ ਵਿਸਰ ਗਿਆ, ਇਹ ਫਿਰ ਨਾਮ ਨਾ ਵਿਸਰਿਆ। ਉਹ ਜਿਉਂਦਾ ਮਰਿਆ ਹੋਇਆ, ਇਹ ਮਰਨ ਨੂੰ ਤਿਆਰ ਹੋਇਆ ਹੋਇਆ, ਮਰਨ ਕਬੂਲਿਆ ਹੋਇਆ। ਇੱਥੇ ਵੀ ਮਰਨ ਕਬੂਲਿਆ ਹੋਇਆ, ਤਾਂ ਹੀ ਉਹ ਕਹਿ ਰਹੇ ਨੇ ਜਾ ਰਹੇ ਨੇ ਸੁਰਗ ਨੂੰ, ਕਿਉਂਕਿ ਪਹਿਲਾ ਮਰਨ ਕਬੂਲਿਆ ਹੋਇਆ। ਜਦ ਮਰਨ ਦੀ ਭੈ ਦੇ ਵਿੱਚ ਮਰਦਾ ਨਾ ਆਦਮੀ, ਚਾਹੁੰਦਾ ਨਹੀਂ ਮਰਨਾ, ਮਰ ਜਾਂਦਾ ਹੈ। ਉਦੋਂ ਦੁਬਦਾ 'ਚ ਹੈ ਮਰਦਾ, ਦੁਬਦਾ 'ਚ ਮਰਦਾ ਜਿਹੜਾ ਹੈ, ਇਹ ਹੋਰ ਗੱਲ ਹੈ। ਦੁਬਦਾ ਤੋਂ ਬਿਨਾਂ ਮਰਨਾ ਹੋਰ ਗੱਲ ਹੈ। ਉਤੇ ਉੱਠੀਆਂ ਖਾਨ ਖੇਤੰ ਖਤੰਗਮ। ਉਤੇ ਉੱਠੀਆਂ ਖਾਨ ਖੇਤੰ ਖਤੰਗਮ। ਉਧਰ ਖਾਨ ਜਿਹੜੇ ਨੇ ਸੂਰਮੇ, ਉਹ ਵੀ ਖੇਤ ਦੇ ਵਿੱਚ, ਰਣ ਦੇ ਵਿੱਚ ਗੱਜੇ ਹੋਏ ਨੇ। ਉਧਰ ਉਹਨਾਂ ਦੇ ਤੀਰਾਂ ਦੀ ਮਾਰ ਵੀ ਵਰਖਾ ਸ਼ੁਰੂ ਹੋਈ ਹੈ। ਮਨੋ ਬਹਿਚਰੇ ਮਾਸ ਹੇਤੰ ਪਿਲਗਮ। ਪਿਲੰਗਮ ਜਿਵੇਂ ਮਾਸ ਖਾਣ ਨੂੰ ਨਾ ਚਿੱਤੇ ਘੁੰਮਦੇ ਹੁੰਦੇ ਨੇ, ਉਹ ਵੀ ਬਹੁਤ ਦੇਰ ਦੇ ਫਿਰਦੇ। ਤੇ ਉਹਨਾਂ ਦੀ ਜੋ ਜੰਗ ਹੋਈ ਨਹੀਂ ਨਾ, ਪਹਿਲੀ ਵਾਰੇ ਹੋਈ ਆ ਨਾ, ਜਦੋਂ ਤੋਂ ਚੱਲੇ ਨੇ ਲੋਕ, ਇਹ ਲੁੱਟੇ ਨੇ ਗਰੀਬ, ਜਾ ਕੇ ਕਿਸੇ ਨੇ ਮੂਹਰੇ ਦੇ ਹੱਥ ਤੇ ਚੱਕਿਆ ਹੀ ਨਹੀਂ। ਉਹ ਵੀ ਚਾਉ ਲਾਲ ਲਾਹੌਰ ਨੂੰ ਫਿਰਦੇ ਸੀ। ਬਜੀ ਭੇਰ ਪੁੰਕਾਰ ਤੀਰੰ ਤੜਕੇ। ਭੇਰੀ ਵੱਜ ਗਈ, ਭੇਰੀ ਤੇ ਫੂਕ ਮਾਰਤੀ ਉਹਨੇ, ਤੇ ਤੀਰ ਚੱਲ ਪਏ। ਕਮਾਣਾ ਦੇ ਕੜਾਕੇ ਪੈਣ ਲੱਗੇ,
ਮਿਲੇ ਹੱਥ ਬੰਕੰ ਕਿਰਪਾਣੰ ਕੜਕੇ ਮੇਰੇ ਹੱਥ ਬੱਕਲ ਬੰਕਮ ਕਿਰਪਾਣੰ ਕੜਕੇ ਕਮਾਣਾ ਦੇ ਕੜਾਕੇ ਪੈਣ ਲੱਗੇ। ਕਿਸੇ ਦੀ ਕਮਾਨ ਟੁੱਟ ਜਾਂਦੀ ਹੈ, ਕਿਸੇ ਦਾ ਤਲਵਾਰ ਟੁੱਟ ਜਾਂਦੀ ਹੈ। ਵਜੇ ਜੰਗ ਨਿਸ਼ਾਨ ਕਥੇ ਕਥੀਰੰ ਜੰਗ ਦੇ ਨਿਸ਼ਾਨ ਵੱਜ ਗਏ। ਉਹ ਤਾਂ ਜੰਗ ਦੇ ਨਿਸ਼ਾਨ ਵੱਜਦੇ ਨੇ। ਉਧਰ ਵਾਰਾਂ ਗਾਉਂਦੇ ਨੇ ਕਥੇ ਕਥੀਰੰ, ਜਿਹੜੇ ਆਪਣੇ ਜਿਵੇਂ ਉਹ ਗਾਉਂਦੇ ਨੇ ਦੇਸ਼ ਬਾਬਰ ਮੋਹੇ ਸਪੀਕਰ ਤੇ, ਉੱਥੇ ਪੱਟ ਹੁੰਦੇ ਸੀ ਨਾਲ ਲੈ ਕੇ ਜਾਂਦੇ। ਕਥੇ ਕਥੀਰੰ, ਹਾਂ ਪੱਟ ਉਹ ਆਪਣੇ ਮੁਸਲਮਾਨ ਆਪਣੇ ਲੋਕ ਲੈ ਕੇ ਜਾਂਦੇ ਸੀ। ਉਹ ਜਵਾਨਾਂ ਨੂੰ ਕਵਿਤਾਵਾਂ ਉਹ ਸੁਣਾ ਕੇ ਨਾ ਉਸ ਚੀਜ਼ ਦੀਆਂ ਪਿੱਛੇ ਜੋਸ਼ ਦਿੰਦੇ ਨੇ, ਵੀਰ ਰਸ ਪੈਦਾ ਕਰਦੇ ਸੀ। ਪੱਟ 12 ਸੁਣਾ ਰਹੇ ਨੇ ਪਿੱਛੇ ਤੇ। ਫਿਰੇ ਰੁੰਡ ਮੁੰਡਕ ਤਨ ਤਛੰ ਤੀਰੰ, ਰੁੰਡ ਮੁੰਡ ਫਿਰਦੇ ਨੇ। ਅਦ ਵੱਡੇ ਕਈਆਂ ਦੇ ਸਿਰ ਵੱਡੇ ਹੋਏ ਨੇ, ਕਈਆਂ ਦੇ ਤੀਰਾਂ ਨਾਲ ਸਰੀਰ ਤੱਛੇ ਹੋਏ ਨੇ। ਉੱਟੇ ਟੋਪ ਟੁੰਕੰ ਗੁਰਜੇ ਪ੍ਰਹਾਰੇ, ਜਾਂ ਗੁਰਜ ਲੱਗਦੀ ਆ ਪ੍ਰਹਾਰ ਪੈਂਦਾ ਨਾ, ਟੋਪ ਹੁੰਦਾ ਸਿਰ ਦੇ ਉੱਤੇ ਲੋਹੇ ਦਾ, ਮੁਸਲਮਾਨਾਂ ਦੇ ਹੁੰਦਾ ਸੀ। ਜਾਂ ਗੁਰਜ ਪੈਂਦੀ ਆ ਟੋਪ ਦੇ ਉੱਤੇ, ਉਹਦਾ ਕਿਤੇ ਉਹਦੀ ਆਵਾਜ਼ ਆ ਰਹੀ ਹੈ। ਲੋਹੇ ਤੇ ਉਹ ਵੱਜਦਾ ਨਾ, ਲੋਹੇ ਦਾ ਹੁੰਦਾ ਨਾ ਟੋਪ। ਰੁਲੇ ਲੁੱਥ ਜੁੱਥੰ ਗਿਰੇ ਵੀਰ ਮਾਰੇ, ਲੁੱਥ ਜੁੱਥਾਂ ਗੁੱਥ ਜੁੱਥ ਹੋਈਆਂ ਲੋਥਾਂ ਪਈਆਂ ਨੇ, ਲੋਥ ਤੇ ਲੋਥ ਚੜੀ ਪਈ ਹੈ। ਪਰੇ ਕਤੀਆਂ ਘਾਤ ਨਿਰਘਾਤ ਵੀਰੰ, ਹਾਂ ਕਰੇ ਕਾਤੀਆਂ ਨੇ ਘਾਤ ਨਿਰਘਾਤ ਕੀਤੇ ਨੇ। ਕਈਆਂ ਦੇ ਫੱਟ ਲੱਗੇ ਨੇ ਤਲਵਾਰਾਂ ਦੇ। ਫਿਰੇ ਰੁੰਡ ਮੁੰਡੰ ਤਨ ਤਛੰ ਤੀਰੰ, ਰੁੰਡ ਮੁੰਡ ਫਿਰਦੇ ਨੇ ਵੱਡੇ ਟੁੱਕੇ। ਕਿਸੇ ਦੀ ਬਾਂਹ ਵੱਡੀ ਹੈ, ਕਿਸੇ ਦਾ ਕੁਝ ਵੱਡਿਆ ਹੈ, ਕਿਸੇ ਤੀਰਾਂ ਨਾਲ ਤੱਛੇ ਪਏ ਨੇ ਸਰੀਰ। ਬਹੀ ਬਾ ਅਘਾਤ ਨਿਰਘਾਤ ਬਾਣੰ, ਹਾਂ ਬਾਣਾ ਦੀ ਵਰਖਾ ਹੋਣ ਲੱਗੀ, ਬਾਣਾ ਦੀ ਵਰਖਾ ਹੋ ਰਹੀ ਹੈ। ਉਠੇ ਨਦ ਨਾਦ ਕੜਕੇ ਕਿਰਪਾਣੰ, ਬੜੀ ਆਵਾਜ਼, ਬੜਾ ਉੱਚੀ ਉੱਚੀ ਰੌਲਾ ਪੈ ਰਿਹਾ, ਉੱਚੀ ਉੱਚੀ ਸ਼ੋਰ ਮਚ ਰਿਹਾ। ਛਕੇ ਛੋਭ ਛਤਰੀ ਕੋਈ ਤਜੇ ਬਾਣ ਲਲਕਾਰ ਰਾਜੀ, ਰਿਹਾ ਵੀ ਤੁਸੀਂ ਇੱਧਰ ਦੀ ਹੋ ਜਾਓ, ਇਹ ਘੇਰ ਲਓ। ਕੋਈ ਕਹਿੰਦਾ ਕੁਛ ਆਪਣੇ ਆਪਣੇ ਯੋਧਿਆਂ ਨੂੰ ਆਰਡਰ ਜਿਹੜੇ ਕਰਦੇ ਨੇ, ਉੱਥੇ ਕਿਹੜਾ ਸਪੀਕਰ ਹੁੰਦੇ ਸੀ, ਇਹ ਮੋਬਾਈਲ ਹੁੰਦੇ ਸੀ। ਉੱਚੀ ਆਵਾਜ਼ ਨਾਲੇ ਬੋਲ ਕੇ ਦੱਸਦੇ ਸੀ, ਲੜਾਉਂਦੇ ਸੀ। ਲੜਾਉਣੇ ਵਾਲੇ ਪਿੱਛੇ ਲੜਾ ਰਹੇ ਨੇ, ਹੱਕ ਉੱਚੀ ਉੱਚੀ ਹਾਕਾਂ ਮਾਰ ਕੇ। ਛਕੇ ਛੋਭ ਛਤਰੀ ਤਜੇ ਬਾਣ ਰਾਜੀ, ਛਕੇ ਛੋਭ ਛਤਰੀ ਤਜੇ ਬਾਣ ਰਾਜੀ, ਛਤਰੀ ਸੀ ਜਿਹੜੇ ਜੰਗ ਕਰਕੇ ਰੱਜ ਲਏ, ਜਿਹੜਾ ਦਾ ਚਾਅ ਸੀ ਨਾ ਜੰਗ ਦਾ, ਆਨੰਦ ਹੋ ਲੈ ਜੰਗ ਕਰਕੇ। ਹਾਂ ਬਹੇ ਜਾਏ ਖਾਲੀ ਫਰੇ ਛੂਛ ਤਾਜੀ, ਬਸ ਕਈਆਂ ਦੇ ਬਾਣ ਫੋਕੇ ਚਲੇ ਜਾਂਦੇ ਨੇ, ਕਈ ਤੀਰ ਇਹੋ ਜਿਹੇ ਨੇ ਫਿਰ ਘੋੜਾ ਖਾਲੀ ਕਰ ਦਿੰਦੇ ਨੇ। ਜਾਂ ਲੱਗਿਆ ਸਵਾਰ ਡੇਪਿਆ, ਘੋੜਾ ਖਾਲੀ ਹੋ ਗਿਆ। ਛੂਛ ਕਰਦੇ ਤਾਜੀ, ਤਾਜੀ ਘੋੜੇ ਨੂੰ ਕਹਿੰਦੇ, ਘੋੜੇ ਖਾਲੀ ਕਰ ਦਿੰਦੇ ਨੇ। ਕੋਈ ਬਾਣ ਖਾਲੀ ਵੀ ਚਲੇ ਜਾਂਦੇ ਨੇ, ਤੀਰ ਖਾਲੀ ਚਲੇ ਜਾਂਦੇ ਨੇ, ਗੋਲੀਆਂ ਖਾਲੀ ਵੀ ਚਲੀ ਜਾਂਦੀਆਂ ਨੇ। ਜੁਟੇ ਆਪ ਮੈਂ ਵੀਰ ਵੀਰੰ ਜੁਝਾਰੇ, ਆਪਸ ਵਿੱਚ ਹੀ ਵੀਰ ਬਹਾਦਰਾਂ ਨਾਲ ਭਿੜ ਪਏ। ਜਿਹੜੇ ਮੂਹਰੇ ਹੋ ਕੇ ਜਿਹੜੇ ਲੜਦੇ ਹੁੰਦੇ ਨੇ, ਥੋੜੇ ਆਦਮੀ ਹੁੰਦੇ ਨੇ, ਉਹ ਹੀ ਵੀਰ ਜੁਝਾਰੇ ਉਹਨਾਂ ਨੂੰ ਕਿਹਾ ਹੈ। ਉਧਰੋਂ ਆਉਂਦਾ ਜਿਹੜਾ ਫਿਰ ਉਹਦੇ ਮੁਕਾਬਲੇ ਤੇ ਜਿਹੜਾ ਆਉਂਦਾ ਨਾ, ਉਹ ਫਿਰ ਦੋਏ ਲੜਦੇ ਨੇ ਅਸਲ 'ਚ। ਬਾਕੀ ਤਾਂ ਐਵੇਂ ਖੜੇ ਹੀ ਦੇਖਦੇ ਨੇ। ਮਨੋ ਗੱਜ ਜੁਟੇ ਦੰਤਾਰੇ ਦੰਤਾਰੇ, ਐਸੇ ਸਮਝ ਲਓ ਵੀ ਦੋ ਹਾਥੀ, ਦੰਦਾਂ ਵਾਲੇ ਦੋ ਹਾਥੀ ਆਪਸ ਵਿੱਚ ਹੀ ਜੁਟੇ ਹੋਏ ਨੇ। ਦੰਦਾਂ ਵਾਲੇ ਹਾਥੀ ਲੜਦੇ ਹੁੰਦੇ ਨੇ, ਵੀ ਦੋ ਦੰਦਾਂ ਵਾਲੇ ਹਾਥੀ ਇਸ ਤਰੀਕੇ ਨਾਲ ਦੋ ਦੰਦ ਯੁੱਧ ਹੋ ਰਿਹਾ ਦੋ ਪਾਸਿਆਂ ਤੋਂ। ਕਿਦੋ ਸਿੰਘ ਸੋ ਸਾਰ ਦੂਲੰ ਅਰੁਜੇ, ਜਿਵੇਂ ਕਿਤੇ ਸ਼ੇਰ ਦੇ ਨਾਲ ਸ਼ੇਰ ਭਿੜ ਰਿਹਾ। ਸਿੰਘ ਵੀ ਕਹਿੰਦੇ, ਸਾਰਦੂਲ ਵੀ ਸ਼ੇਰ ਨੂੰ ਕਹਿੰਦੇ ਨੇ, ਪਰ ਦੋ ਕਿਸਮ ਦੇ ਸ਼ੇਰ ਨੇ। ਸਾਰਦੂਲ ਸ਼ੇਰ ਨਾਲ ਸ਼ੇਰੇ ਭਿੜ ਰਿਹਾ, ਐ ਸਮਝ ਲਓ। ਤਿਸੀ ਭਾਂਤ ਕਿਰਪਾਲ ਗੋਪਾਲ ਜੁਝੇ, ਇਸ ਤਰੀਕੇ ਨਾਲ ਗੋਪਾਲ ਔਰ ਕਿਰਪਾਲ ਜੁਝੇ ਹੋਏ ਨੇ। ਕਟੋਚੀ ਹੈ, ਉਹ ਗੁਲੇਰੀ ਹੈ। ਗੋਪਾਲ ਔਰ ਕਿਰਪਾਲ ਐ ਨੇ, ਦੋਏ ਭਿੜਦੇ ਜਿਵੇਂ ਸ਼ੇਰ ਭਿੜਦੇ ਹੁੰਦੇ ਨੇ, ਜਾਂ ਦੰਦਾਂ ਵਾਲੇ ਹਾਥੀ ਭਿੜਦੇ ਹੁੰਦੇ ਨੇ। ਪ੍ਰੈਸਟੀ ਇਸ਼ੂ ਬਣਾ ਲਿਆ, ਇੱਕ ਬਚੂਗਾ, ਦੋਏ ਨਹੀਂ ਬਚ ਸਕਦੇ ਹੁਣ। ਹਰੀ ਸਿੰਘ ਧਾਇਓ ਤਹਾਂ ਏਕ ਵੀਰੰ, ਇੱਕ ਯੋਧਾ ਹਰੀ ਸਿੰਘ ਉਹਦਾ ਉੱਥੇ ਆਇਆ, ਦੇਖਿਆ ਗੋਪਾਲ ਦੀ ਤਰਫ ਤੇ ਆਇਆ। ਕਿਰਪਾਲ ਦਾ ਕੁਛ ਪਾਸਾ ਭਾਰੀ ਜਿਹਾ ਦੇਖਿਆ ਨਾ, ਹਰੀ ਸਿੰਘ ਪਿੱਛੋਂ ਆਇਆ, ਕੁਛ ਆਪਣੇ ਬੰਦੇ ਲੈ ਕੇ। ਉਹ ਆ ਗਿਆ ਮੂਹਰੇ, ਮੈਦਾਨ 'ਚ ਆ ਗਿਆ, ਵੀ
ਜਦ ਦਬਦਾ ਹੁੰਦਾ ਨਾ ਪਾਸਾ, ਫਿਰ ਪਿੱਛੇ ਜਿਹੜੇ ਜਵਾਨ ਨੇ ਫਿਰ ਉਹ ਆਉਂਦੇ ਨੇ, ਉਹਨਾਂ ਦੀ ਮਦਦ, ਜਿਹੜੇ ਦਬਦੇ ਹੁੰਦੇ ਨੇ। ਸਹਿ ਦੇ ਆਪੰ ਭਲੀ ਭਾਂਤ ਤੀਰੰ, ਬੜੇ ਤੀਰ ਚੱਲਦੇ, ਤੀਰਾਂ ਦੇ ਵਿੱਚ ਆ ਬੜਿਆ ਉਹ ਤੀਰ ਚੱਲਦਿਆਂ ਦੇ ਵਿੱਚ ਤੀਰ ਲੱਗਦੇ ਰਹੇ, ਵੱਧਦਾ ਰਿਹਾ ਉਹ ਤੀਰ, ਬਰਦਾਸ਼ਤ ਕਰਦਾ ਹੀ ਆਉਂਦਾ ਚਲਿਆ ਆਇਆ ਪੂਰੇ। ਮਹਾ ਕੋਪ ਕੈ ਵੀਰ ਬ੍ਰਿੰਦੰ ਸੰਘਾਰੇ, ਬੜੇ ਗੁੱਸੇ ਨਾਲ ਆ ਕੇ ਜਿਹੜੇ ਮੁਖੀ ਯੋਧੇ ਸੀ ਉਹਨਾਂ ਦੇ ਉਹ ਮਾਰੇ ਉਹਨੇ, ਜਿਹੜੇ ਦਬਾਅ ਪਾ ਰਹੇ ਸੀ ਆ ਕੇ ਕਈ ਆਦਮੀ ਉਹ ਮਾਰਤੇ ਉਹਨੇ। ਬੜੋ ਜੁਦ ਕੈ ਦੇਵ ਲੋਕੰ ਪਧਾਰੇ, ਬਸ ਕਾਫੀ ਦੇਰ ਜੰਗ ਕਰਕੇ ਆਪ ਉਹ ਸ਼ਹੀਦ ਹੋ ਗਿਆ, ਦੇਵਲੋਕ ਚਲਾ ਗਿਆ। ਯਾਨੀ ਉਸ ਆਦਮੀ ਦੀ ਗੱਲ ਕਰਦੇ ਨੇ ਜਿਹੜਾ ਆ ਕੇ ਨਿਰਭੈ ਹੋ ਕੇ ਲੜਿਆ, ਮੌਤ ਵਾਸਤੇ ਹੀ ਲੜਿਆ ਵੀ ਹੁਣ ਮਰਨਾ ਹੀ ਹੈ, ਮੈਂ ਪਿੱਛੇ ਨਹੀਂ ਹਟਣਾ। ਇਹ ਆਦਮੀ ਸੀ ਉਹ। ਹੁਣ ਜਿਹੜਾ ਆਦਮੀ ਲਿਖ ਰਿਹਾ ਹੈ, ਹਾਲਾਂਕਿ ਇਸ ਜੰਗ ਦੇ ਵਿੱਚ ਦਸਮ ਪਾਤਸ਼ਾਹ ਹੈ ਨਹੀਂ, ਦੇਖ ਨਹੀਂ ਰਹੇ, ਪਰ ਜਿਹੜਾ ਆਦਮੀ ਨੇ ਦੇਖੀ ਹੈ ਉਹ ਤਾਂ ਵਿੱਚ ਸੀ ਨਾ। ਉਹ ਇਸ ਤਰੀਕੇ ਨਾਲ ਲਿਖ ਰਹੇ ਨੇ, ਬਹੁਤਾ ਵਿਸਤਾਰ ਵੀ ਨਹੀਂ ਕਰ ਰਹੇ ਕਿਸੇ ਆਦਮੀ ਦਾ। ਇੱਕ ਇੱਕ ਲਾਈਨ ਦੇ ਵਿੱਚ ਇੱਕ ਯੋਧੇ ਦੀ ਗੱਲ, ਦੋ ਲਾਈਨਾਂ ਚ ਇੱਕ ਯੋਧੇ ਦੀ ਗੱਲ ਕਰ ਸਕਦੇ। ਜਿਹੜੇ ਆਮ ਕਵਿਤਾ ਵਾਲੇ ਨੇ ਉਹ ਤਾਂ ਕਿਤਾਬ ਲਿਖ ਦਿੰਦਾ ਇਸ ਇਕੱਲੀ ਜੰਗ ਤੇ, ਦੇਖੋ ਹੋਰ ਆਦਮੀ ਲਿਖਦਾ ਪੂਰੀ ਪੁਸਤਕ ਲਿਖ ਦਿੰਦਾ। ਇਹਨਾਂ ਨੇ ਗੜਵੇਂ ਛੰਦਾਂ ਦੇ ਵਿੱਚ ਖਤਮ ਕਰ ਦੇਣੀ ਹੈ ਸਾਰੀ ਸਾਖੀ, ਕਿੱਡੀ ਵੱਡੀ ਜੰਗ। ਹਾਂਜੀ, ਹਠਿਓ ਹਿੰਮਤੰ ਕਿਮਤੰ ਲੈ ਕਿਰਪਾਣੰ, ਹਿੰਮਤੰ ਉਹਦੇ ਮੁਕਾਬਲੇ ਹਿੰਮਤ, ਉਹ ਹਿੰਮਤੀਆ ਉਹੀ ਆਇਆ। ਕਿਮਤ ਔਰ ਹਿੰਮਤ ਦੋ ਭਾਈ ਨੇ, ਦੋਏ ਜਾਣੇ ਆਏ। ਲਏ ਗੁਰਜ ਚੱਲੰ ਸੋ ਜਲਾਲ ਖਾਨੰ, ਜਲਾਲ ਖਾਨ ਵੀ ਨਾਲ ਚੜਿਆ ਗੁਰਜ ਲੈ ਕੇ। ਹਠੇ ਸੂਰਮਾ ਮਤ ਜੋਧਾ ਜੁਝਾਰੰ, ਹਟੇ ਸੂਰਮਾ ਮਤ ਜੋਧਾ ਜੁਝਾਰੰ, ਜੋਧੇ ਹੱਠ ਨਾਲ ਲੜਦੇ ਨੇ, ਪਿੱਛੇ ਨਹੀਂ ਹਟਦੇ, ਹੱਠ ਕਰਕੇ ਲੜਦੇ ਨੇ। ਪਰੀ ਕੁੱਟ ਕੁੱਟੰ ਉਠੀ ਸ਼ਸਤਰ ਝਾਰੰ, ਬੜੀ ਕੁੱਟ ਹੋ ਰਹੀ ਹੈ, ਇੱਕ ਦੂਏ ਦੇ ਲੱਗ ਵੀ ਰਹੇ ਨੇ, ਫਿਰ ਵੀ ਡਿੱਗਦੇ ਨਹੀਂ, ਸੰਭਲ ਜਾਂਦੇ ਨੇ, ਫਿਰ ਵੀ ਸ਼ਸਤਰ ਵਹਾਈ ਜਾਂਦੇ ਨੇ। ਉਠੀ ਸ਼ਸਤਰ ਝਾੜ, ਸ਼ਸਤਰ ਇੱਕ ਦੂਏ ਤੇ ਪ੍ਰਹਾਰ ਹੋ ਰਹੇ ਨੇ, ਪਰ ਕੋਈ ਭਜਦਾ ਨਹੀਂ ਹੈ, ਪਿੱਛੇ ਨਹੀਂ ਹਟਦਾ। ਰਸਾਵਲ ਛੰਦ ਜਸਮ ਵਾਲ ਧਾਏ ਤੁਰੰਗ ਨਚਾਏ, ਜਸਵਾਲੀਆ ਆਇਆ ਭੱਜ ਕੇ, ਜਸਵਾਲੀਆ ਆਪ ਆਇਆ ਭੱਜ ਕੇ, ਘੋੜਾ ਨਚਾਇਆ ਉਹਨੇ। ਲਿਓ ਘੇਰ ਹਸੈਨੀ ਹਣਿਓ ਸਾਂਗ ਪੈਨੀ, ਉਹਨੇ ਹੁਸੈਨੀ ਨੂੰ ਘੇਰ ਲਿਆ, ਜਸਵਾਲੀਏ ਨੇ ਆ ਕੇ ਹੁਸੈਨੀ ਉਹ ਆ ਘੇਰਿਆ, ਹੁਸੈਨੀ ਨੂੰ ਘੇਰਾ ਪਾ ਲਿਆ, ਕਿਉਂਕਿ ਜਦੋਂ ਉਹਦੇ ਨਾਲ ਦੇ ਜੋ ਉਹਦੇ ਗਾਹਾਂ ਚਲੇ ਗਏ, ਹੁਸੈਨੀ ਪਿੱਛੇ ਥੋੜੇ ਆਦਮੀ ਦਾ ਰਹਿ ਗਿਆ, ਉਹਨੇ ਹੁਸੈਨੀ ਘੇਰ ਲਿਆ ਜਾ ਕੇ। ਹਣਿਓ ਸਾਂਗ ਪਾਨੀ, ਪਹਿਲੀ ਬੜੀ ਸਾਂਗ ਸੀ ਉਹਦੇ ਕੋਲ, ਬਰਛਾ ਸੀ, ਤਿੱਖਾ ਛਾਤੀ 'ਚ ਮਾਰਿਆ ਉਹਦੇ ਹੁਸੈਨੀ ਨੇ। ਉਹ ਸਾਂਗ ਪਾਈ ਹੋਈ ਸੀ, ਉਹਦੇ ਪਾਈ ਸੀ ਨਾ ਉਹ ਆਪਣੇ ਜਰਾ ਬਖਤਰ ਸੰਜੋ ਨੇ ਉਹਨੂੰ ਬਚਾ ਲਿਆ ਕੁਛ, ਪਰ ਡਿੱਗ ਪਿਆ, ਡਿੱਗ ਤਾਂ ਪਿਆ ਉਹ, ਪਰ ਮਰਿਆ ਨਹੀਂ। ਇਹਦੇ ਨਾਲ ਥੋੜਾ ਜ਼ਖਮੀ ਜ਼ਰੂਰ ਹੋਇਆ ਮਾਮੂਲੀ। ਤੈਨੂੰ ਬਾਣ ਬਾਹੇ ਬੜੇ ਸੈਨ ਗਾਹੇ, ਮੂੰਹ ਤੇ ਮਾਰੀ ਹੋਊ, ਮੂੰਹ ਤੇ ਨਾ ਲੱਗੀ, ਜੇ ਤਾਂ ਮੂੰਹ 'ਚ ਲੱਗ ਜਾਂਦੀ ਫਿਰ ਤਾਂ ਮਰ ਜਾਂਦਾ। ਛਾਤੀ 'ਚ ਲੱਗੀ ਹੋਊ, ਛਾਤੀ ਬਚ ਗਈ ਉਹਦੀ, ਛਾਤੀ 'ਚੋਂ ਬਚ ਗਿਆ। ਹਾਂ, ਤੈਨੂੰ ਬਾਣ ਬਾਹੇ ਬੜੇ ਸੈਨ ਗਾਹੇ, ਫਿਰ ਹੁਸੈਨੀ ਨੇ ਬੜੇ ਤੀਰ ਚਲਾਏ, ਹੁਸੈਨੀ ਨੇ ਫਿਰ ਬੜੇ ਤੀਰ ਚਲਾਏ। ਹੁਸੈਨੀ ਦਬਦਾ ਦੇਖ ਕੇ ਨਾ, ਅਸਲ 'ਚ ਹੁਸੈਨੀ ਆਪ ਵਧਿਆ ਗਾ, ਦਬਦਾ ਪਾਸਾ ਦੇਖ ਕੇ ਉਹ ਆਇਆ ਨਾ ਪਹਿਲਾਂ, ਜੱਸੀ ਕਿਹੜਾ ਹਿੰਮਤੰ ਨਹੀਂ ਉਹ ਤਾਂ ਪਹਿਲਾਂ ਇੱਕ ਹਰੀ ਸਿੰਘ ਧਾਇਓ, ਹਰੀ ਸਿੰਘ ਨੇ ਫਿੱਕੀ ਪਾਤੀ ਇਹਨਾਂ ਦੀ ਜੰਗ, ਠੰਡੀ ਪਾਤੀ। ਜਾਂ ਠੰਡੀ ਪਾਤੀ ਹੁਸੈਨੀ ਫਿਰ ਆਪ ਆਇਆ, ਇਹਨੇ ਕਹਾ ਇਹ ਤਾਂ ਇੰਨਾ ਡਰ ਗਏ ਇੱਕ ਆਦਮੀ ਦੇ ਲੋਭ ਨਾਲੇ, ਮੈਂ ਤਾਂ ਹਾਰ ਜਾਊਂਗਾ। ਫਿਰ ਪਿੱਛੇ ਖੜਾ ਜਿਹੜੇ ਨਾਲ ਉਹਦੇ ਜੋਧੇ ਸੀ ਉਹਨੂੰ ਲੈ ਕੇ ਆਇਆ ਵੀ ਦੁਬਾਰਾ ਫੇਰ ਆਪਾਂ ਚੜ੍ਹਤ ਆਪਣੀ ਬਣਾਈਏ। ਜਿਸੇ ਅੰਗ ਲਾਗਿਓ ਤੁਸੇ ਪ੍ਰਾਣ ਤਿਆਗਿਓ, ਭਾਜੀ ਤੇ ਲੱਗ ਗਿਆ ਤੀਰ ਉਹਦਾ ਹੁਸੈਨੀ ਦਾ, ਬਚਿਆ ਨਹੀਂ ਹੈ, ਪ੍ਰਾਣ ਤਿਆਗ ਤੇ ਉਹਦੇ। ਜਬੇ ਘਾਵ ਲਾਗਿਓ ਤਬੈ ਕੋ ਬਜਾਗਿਓ, ਭਾਜੀ ਤੇ ਘਾ ਲੱਗ ਜਾਂਦਾ ਸੀ ਨਾ, ਉਹ ਲੜਦੇ ਨਹੀਂ ਸੀ ਸਾਰੇ ਅਸਲ ਦੇ ਵਿੱਚ। ਜਿਹਦੇ ਤੀਰ ਜਾ ਵੱਜਦਾ ਸੀ ਫੇਰ ਇਹ ਗੁੱਸੇ ਜਾ ਕੇ ਤੀਰ ਪ੍ਰਹਾਰ ਕਰਦਾ ਸੀ। ਦੇਖਣ ਵਾਲੇ ਜ਼ਿਆਦਾ ਨੇ, ਲੜਨ ਵਾਲੇ ਘੱਟ ਨੇ। ਸੰਭਾਰੀ ਕਮਾਨ ਹਣੇ ਵੀਰ ਬਾਣੰ, ਕਮਾਣਾ ਸੰਭਾਲ ਕੇ ਫਿਰ ਉਹ ਤੀਰ ਆਪਣੇ ਤੀਰਾਂ ਨਾਲ ਯੁੱਧ ਕਰ ਰਹੇ ਨੇ, ਮਾਰ ਰਹੇ ਨੇ। ਚਹੂ ਔਰ ਢੁਕੇ ਮੁਖੰ ਮਾਰ ਕੂਕੇ, ਚਾਹਾਂ ਪਾਸਿਆਂ ਤੋਂ
ਹਮਲੇ ਹੋ ਰਹੇ ਨੇ, ਮਾਰੋ ਮਾਰੋ ਦੇ। ਇੱਕੋ ਹੀ ਆਵਾਜ਼ ਆ ਰਹੀ ਹੈ, ਮਾਰੋ ਮਾਰੋ ਦੀ ਚਾਰੋਂ ਪਾਸੇ ਤੋਂ। ਮੁਖੰ ਮਾਰ ਕੂਕੇ, ਹਾਂ, ਮੁਖਾਂ ਤੋਂ ਮਾਰੋ ਮਾਰੋ ਕਹਿ ਰਹੇ ਨੇ। ਨਿਰਭੈ ਸ਼ਸਤਰ ਬਾਹ ਹੈ, ਦੋ ਜੀਤ ਚਾਹੈ, ਦੋ ਜੀਤ ਚਾਹੈ। ਦੋਵੇਂ ਪਾਸਿਆਂ ਦੇ ਨਿਰਭੈ ਹੋ ਕੇ ਹਥਿਆਰ ਚਲਾ ਰਹੇ ਨੇ, ਜੰਗ ਕਰ ਰਹੇ ਨੇ। ਦੋਵੇਂ ਪਾਸਿਆਂ ਦੇ ਆਦਮੀ ਆਪਣੀ ਆਪਣੀ ਜਿੱਤ ਚਾਹੁੰਦੇ ਨੇ। ਅਜੇ ਤੱਕ ਕੋਈ ਧਿਰ ਵੀ ਫਿੱਕੀ ਨਹੀਂ ਪਈ। ਦੋਵੇਂ ਪਾਸਿਆਂ ਨੂੰ ਆਸ ਹੈ ਆਪਣੀ ਆਪਣੀ ਜਿੱਤ ਦੀ। ਜੰਗ ਬਰਾਬਰ ਚੱਲ ਰਹੀ ਹੈ। ਜੋ ਇੱਕ ਕੋਲ ਉਹਨਾਂ ਨੇ ਕਰਤਾ, ਇੱਕ ਉਹਨਾਂ ਨੇ ਕਰਤਾ, ਇਹੋ ਜਿਹਾ ਕੋਈ ਚੱਲਦਾ। ਕਦੇ ਉਹ ਲੈ ਕੇ ਦੱਬ ਕੇ, ਕਦੇ ਉਹ ਲੈ ਗਏ, ਕਦੇ ਉਹ ਭਾਰੂ ਪੈ ਗਏ, ਕਦੇ ਉਹ ਪੈ ਗਏ। ਇਹੋ ਜਿਹਾ ਕੋਈ ਚੱਲ ਰਿਹਾ। ਰਿਸੇ ਖਾਨ ਜਾਦੇ ਮਹਾਮਦ ਮਾਦੇ। ਖਾਨ ਜਾਦੇ ਜਿਹੜੇ ਸੀ ਪਠਾਨ, ਉਹਨਾਂ ਨੇ ਕਿਹਾ ਬੇਇੱਜ਼ਤੀ ਹੋ ਗਈ। ਗੁੱਸੇ ਚ ਆਏ ਫੇਰ ਬਈ ਗੱਲ ਬਣਨੀ ਦਿੰਦੀ ਵੀ ਇਹ ਤਾਂ ਅਸੀਂ ਤਾਂ ਮਾਮੂਲੀ ਜਿਹਾ ਸਮਝਦੇ ਸੀਗੇ। ਦੋ ਰਾਜੇ ਸਾਡੇ ਵੱਲ ਨੇ, ਇੱਕ ਰਾਜਾ ਇੱਧਰ ਹੈ ਇਕੱਲਾ। ਉਹ ਜਿਹੜੀ ਫੌਜ ਸੀ ਨਾ ਦੋਈ ਸੰਗਤੀ ਦੀ ਨਾਲ ਸਿੰਘ, ਉਹਨਾਂ ਦੇ ਸਿਰ ਤੇ ਜ਼ਿਆਦਾ ਲੜਾਈ ਹੋ ਰਹੀ ਸੀ। ਉਹਨਾਂ ਨਾਲ ਬੜਾ ਭਾਰੀ ਫਰਕ ਪੈ ਗਿਆ। ਹੋਰ ਵੀ ਆਲੇ ਦੁਆਲੇ ਆ ਗਏ ਸੀ ਬੰਦੇ ਰਾਜੇ ਦੀ ਮਦਦ, ਕਿਉਂਕਿ 2-3 ਦਿਨ ਗੱਲ ਚੱਲਦੀ ਰਹੀ ਨਾ। ਹੋਰ ਵੀ ਆ ਗਈ ਸੀ ਮਦਦ ਉਹਨੂੰ। ਹਾਂ, ਰਿਸੇ ਖਾਨ ਜਾਦੇ ਮਹਾਮਦ ਮਾਦੇ। ਮਹਾਮਦ ਮਾਦੇ ਬੜੇ ਹੰਕਾਰ ਦੇ ਵਿੱਚ ਵੀ ਲੈ ਅਸੀਂ ਕਰਦੇ ਹਾਂ ਹੁਣ ਜਾ ਕੇ ਸਫਾਈ। ਇਹਨਾਂ ਤੇ ਨਹੀਂ ਹੁੰਦਾ ਕੁਝ, ਪਿੱਛੇ ਖੜੇ ਨੂੰ ਭੁਲੇਖਾ ਹੁੰਦਾ ਨਾ। ਮਹਾਬਾਣ ਵਰਖੇ ਸਭੇ ਸੂਰ ਹਰਖੇ। ਉਹਨਾਂ ਨੇ ਹਰਖ ਕੇ ਸਾਰੇ ਸੂਰਮੇ ਨੇ ਤੀਰ ਆਪਣੇ ਬਾਣ ਚਲਾਉਣੇ ਸ਼ੁਰੂ ਕਰਤੇ। ਤੀਰ ਕਮਾਨਾਂ ਦੇ ਵਿੱਚ ਤੀਰ ਕੱਸ ਕੇ ਚਲਾਉਣੇ ਸ਼ੁਰੂ ਕਰਤੇ। ਕਰੇ ਬਾਣ ਅਰਚਾ ਧਨੁਰ ਵੇਦ ਚਰਚਾ। ਬਾਣ ਅਰਚਾ ਕਰਦੇ ਨੇ। ਅਰਚਨਾ ਹੁੰਦਾ ਚੜਾਵਾ ਚੜਾਉਣਾ, ਅਰਚਾ ਪੂਜਾ ਹੁੰਦਾ ਨਾ। ਉੱਥੇ ਹੁਣ ਅਰਚਾ ਕਾਹਦੀ ਹੁੰਦੀ ਹੈ? ਜੰਗ ਚ ਬਾਣਾਂ ਦੀ ਹੁੰਦੀ ਹੈ। ਇੱਕ ਦੂਜੇ ਨੂੰ ਬਾਣ ਪੇਸ਼ ਕਰ ਰਹੇ ਨੇ, ਜਿਵੇਂ ਦੇਵਤੇ ਤੇ ਚੜਾਈ ਦਾ ਕੁਛ ਚੜਾਵਾ ਬਾਣਾਂ ਦਾ ਚੜਾ ਰਹੇ ਨੇ ਇੱਕ ਦੂਜੇ ਨੂੰ। ਹਥਿਆਰ ਫੜਾਈ ਜਾਂਦੇ। ਉਹ ਜਿਹੜੀ ਹੁੰਦੀ ਆ ਨਾ ਆਵਾਜ਼, ਕਹਿੰਦੇ ਵੇਦ ਚਰਚਾ, ਧਨੁਰ ਵੇਦ ਚਰਚਾ। ਆਹੋ, ਜੇ ਲੱਗਦੇ ਜਾ ਕੇ ਸੰਜੋਗ ਤੇ ਜਿਹੜੀ ਆਵਾਜ਼ ਆਉਂਦੀ ਉਹ ਵੇਦ ਚਰਚਾ ਹੈ। ਜਿਹੜੇ ਬਾਣ ਛੱਡਦੇ ਨੇ ਇੱਕ ਦੂਜੇ ਤੇ ਉਹ ਅਰਚਾ ਹੈ, ਉਹਨਾਂ ਦੀ ਪੂਜਾ ਹੈ। ਉਹ ਚੜਾ ਰਹੇ ਨੇ ਇੱਕ ਦੂਜੇ ਨੂੰ ਚੜਾਵਾ। ਉਹ ਜਿਵੇਂ ਕਹਿੰਦੇ ਨਿਉਂਦਾ ਪਾਉਣਾ, ਪਰ ਨਿਉਂਦਾ ਨਹੀਂ ਕਹਿੰਦੇ। ਉਹ ਅਰਚਾ ਪੂਜਾ ਕਰ, ਅਰਚਾ ਚਰਚਾ ਕਰਤੀ ਨਾ ਉਹਨਾਂ ਦੇ ਨਾਲ। ਵੀ ਜੰਗ ਤਾਂ ਇਹੀ ਹੁੰਦਾ। ਹੁਣ ਹੋਰ ਕੀ ਹੁੰਦਾ? ਉਹ ਭਾਜੀ ਕਹਿੰਦੇ, ਭਾਜੀ ਬੋਲਣੀ ਹੈ ਆਪਾਂ ਪੰਜਾਬੀ ਚ। ਸੁਸਾਗ ਨੂੰ ਸੰਭਾਲੇ ਵੀ ਆਇਆ ਤੇਗੀ ਤੇਰੀ ਤੇਗੀ ਤੀਰੀ ਤੇਗੀ ਜਮਣੀ ਰਣ ਵੰਡੀ ਭਾਜੀ। ਚੰਡੀ ਦੀ ਵਾਰ ਚ ਆਇਆ ਨਹੀਂ, ਉੱਥੇ ਭਾਜੀ ਵੀ ਆਇਆ ਹੋਇਆ। ਸੋ ਸਾਗੰ ਸੰਭਾਲੇ ਕਰੇ ਤੌਣ ਠਾਮੰ। ਸੋ ਸਾਗਮ ਸੰਭਾਲੇ ਸੰਭਾਲਨ ਸਾਗੰ ਸੰਭਾਲੰ ਕਰੇ ਤੌਣ ਠਾਮੰ। ਉਸ ਜਗ੍ਹਾ ਸੰਭਾਲ ਕੋਈ ਕਿਹਦੀ ਕਰੇ? ਕੋਈ ਕਹਿੰਦੀ ਨਹੀਂ, ਆਪਣੀ ਆਪਣੀ ਆ ਸਭ ਨੂੰ। ਬਲੀ ਵੀਰ ਰੁੱਝੇ ਸਮੂਹ ਸ਼ਸਤਰ ਜੂਝੇ। ਬੜੇ ਬੜੇ ਸੂਰਮੇ ਜੰਗ ਦੇ ਵਿੱਚ ਸ਼ਹੀਦ ਹੋ ਰਹੇ ਨੇ। ਜੰਗ ਦੇ ਵਿੱਚ ਰੁੱਝੇ ਹੋਏ ਨੇ ਔਰ ਸ਼ਹੀਦ ਵੀ ਹੋ ਰਹੇ ਨੇ। ਲੱਗੇ ਤੀਰ ਧੱਕੇ ਕਿਰਪਾਨੰ ਝਨਕੇ। ਲੱਗੇ ਤੀਰ ਧੱਕੇ, ਤੀਰਾਂ ਦੇ ਫੱਟ ਲੱਗ ਰਹੇ ਨੇ। ਤੀਰ ਜਾਂ ਲੱਗਦਾ ਹੈ, ਕਈ ਵਾਰ ਘੋੜਾ ਮਰ ਜਾਂਦਾ ਤਾਂ ਉਹਨੂੰ ਧੱਕਾ ਲੱਗਦਾ। ਕਈ ਬਰਾਬਰ ਦਾ ਬੰਦਾ ਮਰ ਜਾਂਦਾ ਉਹਨੂੰ ਧੱਕਾ ਲੱਗਦਾ। ਨਾਲ ਦਾ ਮਰ ਜਾਂਦਾ ਨਾ, ਉਹ ਧੱਕਾ ਲੱਗਦਾ। ਕੋਈ ਆਪਣਾ ਯੋਧਾ ਜ਼ਿਆਦਾ ਵੱਡਾ ਮਰ ਗਿਆ, ਉਹ ਧੱਕਾ ਲੱਗਦਾ। ਤੀਰਾਂ ਦੇ ਧੱਕੇ ਇਸ ਤਰੀਕੇ ਨਾਲ ਲੱਗਦੇ ਨੇ। ਕੋਈ ਚੁਣਵਾ ਬੰਦਾ ਆਪਣਾ ਮਾਰਿਆ ਗਿਆ ਤਾਂ ਉਹ ਨਾਲ ਦੇ ਨੂੰ ਧੱਕਾ ਲੱਗਦਾ। ਕਿਰਪਾਨੰ ਝਨਕੇ। ਕਿਰਪਾਨ ਨਾਲ ਜਿਹੜੀ ਹੈ ਉਹ ਝਣਕਾਰਾਂ ਪੈ ਰਹੀਆਂ ਨੇ। ਕੜਕੇ ਕਮਾਨੰ ਝੜਕੇ ਕਿਰਪਾਨੰ। ਕਮਾਨਾਂ ਦੇ ਆਵਾਜ਼ਾਂ ਵੀ ਆ ਰਹੀਆਂ ਨੇ, ਕੜਾਕ ਕੜਾਕ ਦੀਆਂ। ਛੜ ਜਿਹੜੀ ਹੈ ਤਲਵਾਰਾਂ ਦੀਆਂ ਹੋਰ ਕਿਸਮ ਦੀਆਂ ਆਵਾਜ਼ਾਂ ਹੁੰਦੀਆਂ ਨੇ। ਜਾਂ ਲੱਗਦੀ ਹੈ ਤਲਵਾਰ ਨਾਲ ਤਲਵਾਰ ਲੱਗ ਜਾਂਦੀ ਹੈ, ਜਾਂ ਤਲਵਾਰ ਲੱਗ ਜਾਂਦੀ ਹੈ ਸੰਜੋਗ ਦੇ ਉੱਤੇ। ਲੋਹੇ ਤੇ ਲੋਹਾ ਵੱਜ ਜਾਂਦਾ, ਹੋਰ ਤਰ੍ਹਾਂ ਦੀ ਆਵਾਜ਼ ਹੁੰਦੀ ਹੈ। ਤੀਰ ਦੀ ਹੋਰ ਤਰ੍ਹਾਂ ਦੀ ਆਵਾਜ਼ ਹੁੰਦੀ ਹੈ। ਟੋਪ ਦੇ ਉੱਤੇ ਉਹ ਲੱਗ ਜਾਂਦੀ ਹੈ, ਗੁਰਜੋ ਦੀ ਹੋਰ ਤਰ੍ਹਾਂ ਦੀ ਆਵਾਜ਼ ਹੁੰਦੀ ਹੈ। ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ ਦੇ ਨਾਲ ਹੀ ਹਥਿਆਰਾਂ ਦੇ ਨਾਂ ਰੱਖੇ ਹੋਏ ਨੇ। ਹਥਿਆਰ ਜਾਂ ਚਲਾਈ ਦਾ ਜਿਹੜੀ ਉਹਦੀ ਆਵਾਜ਼ ਹੈ, ਉਹਦੇ ਤੋਂ ਉਹਦਾ ਨਾਮ ਲਿਖਿਆ ਜਾਂਦਾ। ਛਵੀ ਦਾ ਨਾਮ, ਛਵੀ ਜਾਂ ਚੱਲਦੀ ਹੈ ਉਹਦੀ ਹੋਰ ਤਰ੍ਹਾਂ ਦੀ ਆਵਾਜ਼ ਹੁੰਦੀ ਹੈ।
ਆਵਾਜ਼ਾਂ ਦੇ ਉੱਤੇ ਨੌਂਦ ਘੜੇ ਹੋਏ ਨੇ ਇਹਨਾਂ ਦੇ ਹਥਿਆਰਾਂ ਦੇ। ਕੜੰਕਾਰ ਛੁੱਟੇ ਚਣੰਕਾਰ ਉੱਠੇ, ਕੜੰਕਾਰ ਛੁੱਟੇ ਚਣੰਕਾਰ ਉੱਠੇ। ਜਿਸ ਵਕਤ ਕਮਾਨ ਚੋਂ ਤੀਰ ਨਿਕਲਦਾ ਆਵਾਜ਼ ਹੋਰ ਹੁੰਦੀ ਹੈ, ਕਮਾਨ ਦੀ ਆਵਾਜ਼ ਹੁੰਦੀ ਹੈ। ਜਦ ਤੀਰ ਜਾ ਕੇ ਵੱਜਦਾ ਉਹਦੀ ਆਵਾਜ਼ ਹੋਰ ਹੁੰਦੀ ਹੈ, ਉਹਦੀ ਚਣੰਕਾਰ ਦੀ ਆਵਾਜ਼ ਹੁੰਦੀ ਹੈ। ਹਠੀ ਸ਼ਸਤਰ ਝਾਰੇ ਨਾ ਸ਼ੰਕਾ ਵਿਚਾਰੈ, ਬਹੜੀ ਉਹ ਇਹਨੇ ਸ਼ਸਤਰ ਵਾਹੀ ਜਾਂਦੇ ਨੇ, ਕੋਈ ਸ਼ੰਕਾ ਨਹੀਂ ਹੈਗੀ। ਸ਼ੰਕਾ ਕੋਈ ਨਹੀਂ ਵਿਚਾਰਦੇ, ਲੱਗੇ ਚਾਹੇ ਨਾ ਲੱਗੇ। ਆਪਣੇ ਆਪਣੇ ਤੀਰ ਤਲਵਾਰਾਂ ਚਲਾਉਂਦੇ ਨੇ। ਇਹ ਕੋਈ ਨਹੀਂ ਹੈ ਵੀ ਇਹਦੇ ਨਾਲ ਇਹਦਾ ਰਿਜ਼ਲਟ ਕੀ ਹੋਊਗਾ। ਹਾਂ, ਕਰੇ ਤੀਰ ਮਾਰਨ ਫਿਰੈ ਲੋਹ ਧਾਰਨ, ਤੀਰ ਆਪਣੀ ਮਾਰ ਕਰ ਰਹੇ ਨੇ, ਤਲਵਾਰ ਦੀਆਂ ਧਾਰਾਂ ਆਪਣੀ ਮਾਰ ਕਰ ਰਹੀਆਂ ਨੇ। ਲੋਹੇ ਦੀ ਧਾਰ ਚੱਲ ਰਹੀ ਹੈ ਨਾ, ਧਾਰ ਤੀਰ ਦੀ ਵੀ ਹੁੰਦੀ ਹੈ, ਧਾਰ ਤਲਵਾਰ ਦੀ ਵੀ ਹੁੰਦੀ ਹੈ, ਧਾਰ ਹਰ ਚੀਜ਼ ਦੀ ਧਾਰ ਬਰਛੇ ਦੀ ਵੀ ਹੁੰਦੀ ਹੈ। ਤਲਵਾਰ ਦੀਆਂ ਧਾਰਾਂ ਲੋਹ ਧਾਰੰਗ ਲਿਖਿਆ ਨਾ, ਲੋਹੇ ਦੀ ਧਾਰ ਹੈ ਜਿਹੜੀ ਉਹ ਮਾਰ ਕਰ ਰਹੀ ਹੈ। ਨਦੀ ਸਰੋਣ ਪੂਰੰ ਫਿਰੈ ਗੈਨ ਹੂਰੰ, ਬਸ ਐ ਸਮਝ ਲਓ ਵੀ ਖੂਨ ਦੀ ਇੱਕ ਦੂਏ ਦੇ ਨਦੀਆਂ ਬਹਿ ਕੇ ਕਰਾਣਾ ਚੱਲ ਪਰਨਾਲੇ ਵਾਂਗੂ ਚੱਲਦੇ ਨੇ ਖੂਨ। ਫਿਰੇ ਗੈਨ ਹੂਰੰ, ਹਾਂ, ਆਕਾਸ਼ ਦੇ ਵਿੱਚ ਹੂਰਾਂ ਜਿਹੜੀਆਂ ਨੇ ਰੂਹ ਇਹਨਾਂ ਚੋਂ ਨਿਕਲੀਆਂ ਹੋਈ ਉਹ ਫਿਰ ਰਹੀਆਂ ਨੇ। ਉਬੇ ਖੇਤ ਪਾਲਨ ਬਕੈ ਬਿਕਰਾਲੰ, ਉਬੇ ਖੇਤ ਪਾਲਨ, ਖੇਤ ਦੇ ਵਿੱਚ ਬੜੇ ਕਾਲੇ ਹੋਏ ਨੇ ਸਾਰੇ। ਉਬੇ ਹੁੰਦਾ ਕਾਲਾ, ਉਬੇ ਖੇਤ ਪਾਲਨ। ਹਾਂ, ਖੇਤ ਹੁੰਦਾ ਰਣ ਭੂਮੀ, ਸਾਰੇ ਕਾਲੇ ਪਏ ਹੋਏ ਨੇ ਖੇਤ ਦੇ ਵਿੱਚ। ਬਕੇ ਬਿਕਰਾਲੰ, ਔਰ ਵਿਕਰਾਲ ਭਿਆਨਕ ਬੋਲੀ ਬੋਲਦੇ ਨੇ। ਐਂ ਕਰਕੇ ਛੱਡਾਂਗੇ, ਅਸੀਂ ਵੀ ਜਿੱਤਾਂਗੇ, ਫਲਾਨਾ ਹੋਵਾਂਗੇ। ਉਹ ਜਿਵੇਂ ਦੂਜੇ ਤੇ ਪ੍ਰਭਾਵ ਪਾਉਣ ਵਾਸਤੇ, ਆਪਣੇ ਬੰਦਿਆਂ ਨੂੰ ਹੌਸਲਾ ਦੇਣ ਵਾਸਤੇ, ਪਰਵਾਹ ਨਾ ਕਰਿਓ, ਇਹ ਨਾ ਕਰਿਓ, ਉਹ ਹਲਾਸ਼ੇਰੀ ਦੇਣ ਵਾਸਤੇ ਵਿਕਰਾਲ ਬੋਲੀ ਬੋਲਦੇ ਨੇ, ਭਿਆਨਕ ਬੋਲੀ ਦੂਏ ਨੂੰ ਡਰਾਉਣ ਵਾਸਤੇ। ਪਾਦੜੀ ਛੰਦ ਤੈ ਹੜ ਹੜਾਏ ਹੱਸੇ ਮਸਾਨ, ਹਸਾਂ ਉੱਥੇ ਤਾਂ ਹੜ ਹੜਾ ਕੇ ਮਸਾਨ ਹੱਸਣ ਲੱਗ ਗਏ। ਮਸਾਨਾਂ ਨੇ ਹੱਸਣਾ ਹੀ ਸੀ ਉੱਥੇ, ਹੋਰ ਕੀ ਕਰਨਾ ਸੀ। ਜੰਗ ਚ ਹੋਰ ਕੀ ਹੁੰਦਾ। ਲਿਟੇ ਗਜਿੰਦਰ ਛੁੱਟੇ ਕਿਕਾਨ, ਲਿਟੇ ਗਜਿੰਦਰ ਛੁੱਟੇ ਕਿਕਾਨ। ਗਜਿੰਦਰ ਹਾਥੀ ਵੀ ਲਿਟੇ ਪਏ ਨੇ, ਗੋਲੀਆਂ ਲੱਗ ਕੇ ਜ਼ਖਮੀ ਹੋ ਕੇ। ਛੁੱਟੇ ਕਿਕਾਨ, ਕਿਕਾਨ ਵਿਚਾਰੇ ਉਹ ਮਰ ਗਿਆ, ਉਹ ਖੁੱਲੇ ਫਿਰਦੇ ਨੇ। ਜਾਂ ਸਵਾਰ ਮਰ ਗਿਆ ਤਾਂ ਘੋੜੇ ਦਾ ਖੁੱਲੇ ਫਿਰਦੇ ਨੇ, ਛੁੱਟੇ ਭੱਜੇ ਫਿਰਦੇ ਨੇ ਆਪਣੇ ਜਿੱਧਰੋਂ ਮਰਜੀ, ਖਾਲੀ ਫਿਰਦੇ ਨੇ ਤੁਰੇ। ਜੁਟੇ ਸੋ ਵੀਰਤਾ ਕੜਕ ਜੰਗ, ਵੀਰ ਜਿਹੜੇ ਨੇ, ਜਵਾਨ ਜਿਹੜੇ ਨੇ ਜੰਗ ਦੇ ਵਿੱਚ ਜੁਟੇ ਹੋਏ ਨੇ, ਪੂਰੇ ਸ਼ਿੱਦਤ ਨਾਲ ਜੁਟੇ ਹੋਏ ਨੇ। ਛੁੱਟੀ ਕਿਰਪਾਨ ਬੁੱਠੇ ਖਤੰਗ, ਜਿੱਥੇ ਕਿਰਪਾਨ ਵੱਜ ਜਾਂਦੀ ਹੈ ਉੱਥੇ ਟੁਕੜਾ ਲਾ ਕੇ ਪਰੇ ਮਾਰਦੀ ਹੈ, ਕੱਟ ਦਿੰਦੀ ਹੈ। ਉੱਥੇ ਖਤ ਕਰ ਦੇਣਾ, ਕੱਟ ਦੇਣਾ, ਵੱਢ ਦੇਣਾ। ਡਾਕਣੀ ਡਹਿਕ ਚਾਵੜੀ ਚਿਕਾਰ, ਬਸ ਉਹ ਡਾਕਣੀ ਜਿਹੜੀ ਹੈਗੀ ਹੈ, ਜਿਹਨੂੰ ਕਹਿੰਦੇ ਨੇ, ਉਹ ਸਮਝ ਲਓ ਉਹ ਜਿਹਾ ਰੁਕ ਹੋਇਆ। ਯਾਨੀ ਜਿਹੜੇ ਬੁਜ਼ਦਲ ਆਦਮੀ ਨੇ ਨਾ, ਬੁਜ਼ਦਲ ਆਦਮੀਆਂ ਨੂੰ ਡਰਾਉਣ ਵਾਲਾ ਸੀਨ ਹੁੰਦਾ, ਉਹ ਡਰਦੇ ਹੁੰਦੇ ਨੇ ਦੇਖ ਕੇ ਇਹ ਜਿਹਾ ਕੁਛ। ਉਹਨਾਂ ਵਾਸਤੇ ਡਾਕਣੀ ਹੈ। ਡਾਕਣੀ ਡਹਿਕ। ਆਮ ਆਦਮੀ ਤਾਂ ਭਿਆਨਕ ਰੂਪ ਦੇਖ ਕੇ ਉਦਾਂ ਹੀ ਡਰ ਜਾਂਦਾ। ਡਰਾਉਣਾ ਭਿਆਨਕ ਰੂਪ ਹੈ ਇਹ ਜੰਗ ਦਾ। ਜਿੱਥੇ ਬਹੁਤ ਹੈ ਉੱਥੇ ਹੈ ਹੀ ਕੁਛ ਨਹੀਂ। ਉੱਥੇ ਤਾਂ ਇਹ ਉਹਨਾਂ ਵਾਸਤੇ ਹੋਲੀ ਹੈ, ਲੜਨ ਵਾਲਿਆਂ ਵਾਸਤੇ ਹੋਲੀ ਹੈ, ਦੂਜਿਆਂ ਵਾਸਤੇ ਬਹੁਤ ਦੂਆ ਭਿਆਨਕ ਰੂਪ ਹੈ। ਇੱਥੇ ਹੀ ਫਰਕ ਹੈ। ਜਿਵੇਂ ਉਹਨਾਂ ਵਾਸਤੇ ਨਸ਼ਾ ਕੁਝ ਹੋਰ ਹੈ, ਉਹਨਾਂ ਵਾਸਤੇ ਕੁਝ ਹੋਰ ਹੈ। ਜੰਗ ਦਾ ਰੂਪ ਜਵਾਨਾਂ ਵਾਸਤੇ ਕੁਝ ਹੋਰ ਹੈ, ਸਧਾਰਨ ਆਦਮੀ ਵਾਸਤੇ ਕੁਝ ਹੋਰ ਹੈ। ਮਰੇ ਪਏ ਆਦਮੀ ਨੂੰ ਦੇਖ ਕੇ ਦੂਆ ਦਾ ਦਹਿਲ ਜਾਂਦਾ। ਉਹ ਕੋਈ ਗੱਲ ਹੀ ਨਹੀਂ, ਨਾਲ ਦਾ ਵੀ ਪਿਆ, ਉਹਦੀ ਛਾਤੀ ਤੇ, ਆਪਣੇ ਨਾਲ ਦੀ ਛਾਤੀ ਤੇ ਪੈਰ ਧਰ ਕੇ ਲੜੀ ਜਾਂਦਾ, ਉਹਨੂੰ ਪਰਵਾਹ ਕੋਈ ਨਹੀਂ। ਦੋਹਾਂ ਦਾ ਸੋਚ ਦਾ ਫਰਕ ਪੈ ਗਿਆ ਨਾ। ਇਸ ਗੱਲ ਨੂੰ ਜਿਹੜਾ ਆਦਮੀ ਨਹੀਂ ਸਮਝਦਾ, ਉਹ ਆਦਮੀ ਹੀ ਨਹੀਂ ਹੈ। ਉਹ ਵਿਦਵਾਨ ਤਾਂ ਹੋ ਸਕਦਾ, ਬੰਦਾ ਨਹੀਂ ਹੈ। ਉਹ ਵਿਦਵਾਨ ਵੀ ਨਹੀਂ ਹੈ ਵਧੀਆ,
ਜਿਹੜਾ ਇਸ ਫਰਕ ਨੂੰ ਨਹੀਂ ਸਮਝਦਾ ਉਹ ਮਹਾਮੂਰਖ ਹੈ। ਫਿਰ ਦੋਏ ਆਦਮੀ ਨੇ, ਉਹੀ ਆਦਮੀ ਕਿਸੇ ਟਾਈਮ ਉਹਦੇ ਤੇ ਜਾਂ ਕਾਲ ਸਵਾਰ ਹੁੰਦਾ ਹੈ, ਕੁਝ ਵੀ ਕਰ ਸਕਦਾ ਹੈ, ਉਹੀ ਆਦਮੀ ਹੈ, ਉਹਦੇ ਗੱਲ ਨੂੰ ਪਛਾਣਦਾ। ਆਦਮੀ ਦੀ ਅਵਸਥਾ ਤੇ ਡਿਪੈਂਡ ਕਰਦਾ ਕੀ ਹੈ, ਇੱਕੋ ਅਵਸਥਾ ਨਹੀਂ ਹੁੰਦੀ ਆਦਮੀ ਦੀ। ਤਾਂ ਆਦਮੀ ਉਹ ਕਾਲ ਦਾ ਰੂਪ ਧਾਰਨ ਕਰੀ ਫਿਰਦਾ ਹੁੰਦਾ ਹੈ। ਇੱਕ ਟਾਈਮ ਉਹ ਦਿਆ ਦੇ ਘਰ ਚ ਹੁੰਦਾ ਹੈ, ਭੂਤ ਸਵਾਰ ਹੈ, ਕਿਸੇ ਟਾਈਮ ਕਾਇਰਤਾ ਦੇ ਘਰ ਚ ਹੁੰਦਾ ਹੈ, ਉਹੀ ਕਾਇਰਤਾ ਦੇ ਘਰ ਚ ਹੋ ਜਾਂਦਾ ਹੈ, ਉਹੀ ਡਰਪੋਕ ਹੋ ਜਾਂਦਾ ਉਹੀ ਆਦਮੀ। ਡਾਕਣੀ ਡਹਿਕ ਚਾਵੜੀ ਚਕਾਰ। ਉਹ ਚੀਕਾਂ ਮਾਰਦੀਆਂ ਨੇ ਜਿਹੜੀਆਂ ਚੁੜੇਲਾਂ ਨੇ, ਚੁੜੇਲਾਂ ਜਿਹੜੀਆਂ ਨੇ ਚੀਕਾਂ, ਉਹ ਜਿਹੜੀਆਂ ਚੀਕਾਂ ਵੱਜਦੀਆਂ ਨੇ ਨਾ ਉੱਥੇ, ਉਹ ਕਹਿੰਦੇ ਨੇ ਅਗਰ ਜੀ ਇੱਥੋਂ ਰਾਤ ਨੂੰ ਚੀਕਾਂ ਸੁਣਦੀਆਂ ਨੇ, ਸਾਨੂੰ ਕਹਿੰਦੇ ਨੇ ਨਾ ਰਾਤ ਨੂੰ ਆਮ ਡਰਦੇ ਨੇ, ਕੋਈ ਨਹੀਂ ਸੁਣਦਾ, ਉਹਨਾਂ ਦੇ ਅੰਦਰੋਂ ਹੀ ਚੀਕਾਂ ਆਉਂਦੀਆਂ, ਸੁਣੀ ਹੋਈ ਗੱਲ ਹੈ। ਅੰਦਰੋਂ ਪੈਦਾ ਹੋਣਾ, ਡਰਪੋਕਾਂ ਦੇ ਅੰਦਰੋਂ ਪੈਦਾ ਹੋਣਾ, ਕੁਛ ਨਹੀਂ ਹੁੰਦਾ ਕਿਤੇ ਚੀਕਾਂ ਚੋਂ। ਜੇ ਇੱਥੇ ਪਾਣੀ ਪਾਣੀ ਮੰਗਦੇ ਨੇ ਰਸੋਈ ਦੇ ਜੰਗਲ ਦੇ ਵਿੱਚ, ਉਦੋਂ ਬਹੁਤ ਸਾਰੇ ਮੁਸਲਮਾਨ ਮਾਰਤੇ ਸੀ ਲੋਕਾਂ ਨੇ 47 ਚ। ਜਿਹੜੇ ਲੋਕ ਡਰਪੋਕ ਸੀ, ਬਾਅਦ ਦੇ ਵਿੱਚ ਸੁਣੀਆਂ ਸੀ ਗੱਲਾਂ, ਉਹ ਕਹਿੰਦੇ ਜੀ ਪਾਣੀ ਪਾਣੀ ਦੀ ਆਵਾਜ਼ ਆਉਂਦੀ ਹੈ ਸਾਨੂੰ। ਉਹ ਕਿਸੇ ਨੇ ਕਹਿ ਦਿੱਤਾ ਵੀ ਉੱਥੇ ਪਾਣੀ ਪਾਣੀ ਮੰਗਦਾ ਹੁਣ ਵਿਚਾਰਾ, ਕੋਈ ਪਾਣੀ ਮੰਗਦੇ ਹੁੰਦੇ ਨੇ। ਉਦੋਂ ਤਾਂ ਸਾਰਿਆਂ ਤੇ ਭੂਤ ਸਵਾਰ ਹੋਇਆ ਤਾਂ ਨਾ, ਸਮਝ ਗਿਆ ਸਾਡੀ। ਹੁਣ ਉਹਨਾਂ ਨੇ ਸੁਣਿਆ ਹੋਇਆ ਤਾਂ ਉਹਨਾਂ ਨੂੰ ਪਾਣੀ ਪਾਣੀ ਉਹਨਾਂ ਦੇ ਅੰਦਰੋਂ ਆਵਾਜ਼ ਆਉਣ ਲੱਗੀ। ਉਹ ਚੁੜੇਲਾਂ ਦੀਆਂ ਆਵਾਜ਼ਾਂ ਬਣ ਜਾਂਦੀਆਂ, ਹੁੰਦਾ ਕੁਝ ਵੀ ਨਹੀਂ, ਕਿਉਂ ਹੈ। ਕਾਕੰ ਕਹਿਕ ਵੱਜੇ ਦੁਧਾਰ। ਦੁਧਾਰੇ ਜਿਹੜੇ ਵੱਜਦੇ ਨੇ ਨਾ, ਖੰਡੇ ਵੱਜਦੇ ਨੇ, ਐ ਸਮਝੋ ਕੌਂ ਬੋਲਦੇ ਨੇ, ਜਿਵੇਂ ਕਾਂ ਕਾਂ ਹੁੰਦੀ ਹੈ ਨਾ, ਖੰਡੇ ਖੰਡਿਆਂ 'ਚ ਵੱਜੀ ਜਾਂਦੇ ਨੇ, ਕਾਂ ਕਾਂ ਹੀ ਹੁੰਦੀ ਹੈ। ਕੌਂ ਕਾਹਨੂੰ ਬੋਲਦੇ ਨੇ ਉੱਥੇ, ਉਹਦਾ ਖੰਡੇ ਜਦ ਚੱਲਦੇ ਨੇ, ਉਹ ਕੌਂ ਦੀ ਆਵਾਜ਼ ਹੈ। ਉਹ ਖੋਲੰ ਖੜਕ ਤੁਪਕ ਤੜਾਕ। ਖੜਕ ਜਿਹੜੇ ਨੇ ਉਹਨਾਂ ਦੇ ਖੋਲ ਜਿਹੜੇ ਟੁੱਟੇ ਪਏ ਨੇ, ਤੁਪਕ ਤੜਾਕ ਗੋਲੀਆਂ ਲੱਗ ਕੇ, ਜੇ ਹੁਣ ਮਿਆਦ ਤੇ ਆ ਕੇ ਗੋਲੀ ਵੱਜੂ ਨੇ, ਟੁੱਟੇ ਜਾਣੇ। ਸੈਥਨ ਸੜਕ ਧੱਕੰ ਤਹਾਕ। ਸੜਕ ਚੱਲ ਰਹੀ ਹੈ ਸਹਿਤੀ, ਕਿਤੇ ਧੱਕਾ ਮੁੱਕੀ ਹੋ ਰਿਹਾ, ਕੋਈ ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ, ਕਿਤੇ ਕੁਛ, ਕਿਤੇ ਜਫਮ ਜਫੀ। ਦੋਹਾਂ ਦੀਆਂ ਤਲਵਾਰਾਂ, ਇੱਕ ਦੀ ਤਲਵਾਰ ਟੁੱਟ ਗਈ, ਦੂਆ ਨੇੜੇ ਆ ਗਿਆ, ਨੇੜੇ ਆ ਗਿਆ, ਜਫੋ ਜਫੀ ਹੋ ਗਏ। ਭੁਜੰਗ ਛੰਦ ਤਹਾਂ ਆਪ ਕੀਨੋ ਹੁਸੈਨੀ ਉਤਾਰਨ। ਬਸ ਫਿਰ ਹਸੈਨੀ ਆਪ ਉਤਰਿਆ, ਨਹੀਂ ਫੈਸਲਾ ਹੋਇਆ ਕੋਈ ਜੰਗ ਦਾ, ਜੰਗ ਬਰਾਬਰ ਚੱਲਦੀ ਹੈ। ਹੁਸੈਨੀ ਨੇ ਕਿਹਾ ਵੀ ਜੰਗ ਜਿੱਤਣੀ ਹੈ ਹੁਣ ਜ਼ਰੂਰ, ਬਹੁਤ ਚਿਰ ਹੋ ਗਿਆ ਲੜਾਈ ਨੂੰ, ਬਿਆਸ ਹੋ ਗਈ, ਫਿਰ ਆਖਰੀ ਟਾਈਮ ਇੱਕ ਹੱਲੇ 'ਚ ਜੰਗ ਜਿੱਤ ਲਈ। ਹੁਸੈਨੀ ਆਪ ਆ ਉਤਰਿਆ। ਸਭੂ ਆਤ ਬਾਣੰ ਕਮਾਣੰ ਸੰਭਾਰੰ। ਨਾਲ ਜਿਹੜੇ ਬੰਦਿਆਂ ਨੇ ਬਾਣ ਕਮਾਨ ਸਾਰਿਆਂ ਨੇ ਸੰਭਾਲ ਲਏ। ਕਹਿੰਦਾ ਵੀ ਆਪ ਚੱਲੋ, ਹੁਣ ਇਹ ਤਾਂ ਗੱਲ ਨਹੀਂ ਬਣਨੀ। ਪਹਿਲਾਂ ਹੱਲਾ ਮਾਰ ਕੇ ਇੱਕ ਵਾਰ ਪਿੱਛੇ ਆ ਗਿਆ, ਬਰਛੀ ਖਾ ਕੇ ਪਿੱਛੇ ਆ ਗਿਆ, ਵੀ ਹੋਰ ਹੋ ਰਹਿਣ ਦੋ, ਢਿੱਲੀ ਜੰਗ ਅਜੋ। ਰੁਪਏ ਖਾਨ ਖੂਨੀ ਕਰੇ ਲਾਗ ਜੁੱਧੰ। ਬਸ ਖਾਨ ਖੂਨ ਸਵਾਰ ਹੋ ਗਿਆ ਖਾਨਾ ਤੇ, ਇਸ ਤਰੀਕੇ ਨਾਲ ਜੁੱਧੇ ਉਹ ਪਾ ਰਿਹਾ, ਉਹ ਪਾਰ ਦੀ ਲੜਾਈ ਤੇ ਆ ਕੇ ਖਾਨ ਆ ਗਏ। ਮੁਖੰ ਰਕਤੰ ਨੈਣ ਭਰੇ ਸੂਰ ਕ੍ਰੁੱਧੰ। ਬਸ ਅੱਖਾਂ 'ਚ ਲਹੂ ਵਗਦਾ, ਜਿਵੇਂ ਕ੍ਰੋਧ ਨਾਲ ਭਰੇ ਹੋਏ ਨੇ, ਗੁੱਸੇ ਨਾ ਆ ਪਏ ਵੀ ਆ ਮਾਰ ਲਓ ਜਾਂ ਮਰ ਜਾਓ। ਇਹ ਲੜਾਈ ਤੇ ਆ ਗਈ, ਮੁੜ ਕੇ ਜਾਣਾ ਨਹੀਂ ਹੁਣ ਹੈਗਾ ਵਾਪਸ। ਆਇਆ ਤਾਂ ਬਾਹਰ ਢੋਕ ਕੇ, ਉੱਥੇ ਕਿਹੜੇ ਮੂੰਹ ਨਾਲ ਜਾਊਗਾ ਉੱਥੇ ਮੁੜ ਕੇ, ਉਦੋਂ ਤਾਂ ਇੱਥੇ ਮਰਿਆ ਚੰਗਾ। ਜਗਿਓ ਜੰਗ ਜਾਲਮ ਸੋ ਜੋਧੰ ਜੁਝਾਰਨ। ਬਸ ਜੰਗ ਜ਼ਾਲਮ ਬਣ ਗਈ, ਜੰਗ ਜ਼ਾਲਮ ਬਣ ਗਈ। ਐਸੀ ਜੰਗ ਜਗੀ, ਸਮਝ ਲਓ ਜ਼ਾਲਮ ਬਣ ਗਈ, ਖਾ ਰਹੀ ਹੈ ਜ਼ਿਆਦਾ ਆਦਮੀ, ਜਲਦੀ ਆਦਮੀ ਜ਼ਿਆਦਾ ਖਤਮ ਹੋ ਰਹੇ ਨੇ, ਥੋੜੇ ਟਾਈਮ ਜ਼ਿਆਦਾ ਆਦਮੀ ਮਰ ਰਹੇ ਨੇ। ਬਹੇ ਬਾਣ ਬਾਂਕੇ ਬਰਛੀ ਦੁਧਾਰਨ। ਬਰਛੀ ਦੁਧਾਰੇ ਬਾਣ ਜ਼ਿਆਦਾ ਆਦਮੀ ਤੇ ਚੱਲਣ ਲੱਗੇ। ਹੁਸੈਨੀ ਜੋ ਆਪ ਆ ਗਿਆ ਨਾਲ, ਉਧਰੋਂ ਵੀ ਫਿਰ ਬਰਾਬਰ ਦੇ ਆਏ ਆਦਮੀ ਉਹਨੇ ਨਿਕਲ ਕੇ ਆਉਂਦੇ ਨੇ, ਜਿਹਨੇ ਦੂਏ ਪਾਸੇ ਜਾਂ ਤਾਂ ਦੂਏ ਪਾਸੇ ਵਾਲੇ ਭੱਜ ਜਾਣ, ਆ ਕੇ ਟੱਕਰ ਲੈਣ।
ਮਿਲੇ ਵੀਰ ਬੀਰੰਗ ਮਹਾਤੀਰ ਬੰਕੇ। ਮਹਾ ਤੀਰ ਬੰਕੇ, ਵੀਰਾਂ ਨੂੰ ਵੀਰਾਂ ਮਿਲੇ ਆ ਕੇ, ਜਿਹੜਾ ਯੋਧਾ ਸੀ ਉਹ ਜਿਹਾ ਉਹਦੇ ਸਾਹਮਣੇ ਆ ਗਿਆ। ਤੀਰ ਜਵਾਨ ਯੋਧੇ ਜਵਾਨ ਹੱਥ ਬਣਾਏ ਆ ਕੇ, ਖੜ ਗਏ ਇੱਕ ਦੂਏ ਦੇ ਮੂਹਰੇ ਡਟ ਕੇ। ਤਕਾ ਤਕੀ ਸੈਤਨ ਕਿਰਪਾਨੰ ਝਨਕੇ। ਧੱਕਾ ਮੁੱਕੀ ਕਿਤੇ ਹੁੰਦੀ ਹੈ, ਕਿਤੇ ਤਲਵਾਰਾਂ ਚੱਲ ਰਹੀਆਂ ਨੇ, ਢੰਕਾਰਾਂ ਛੁੱਟ ਰਹੀਆਂ ਨੇ। ਪਏ ਟੋਲ ਟੰਕਾਰ ਨਾਦੰ ਨਫੀਰੰ। ਢੋਲ ਤੇ ਡੱਗੇ ਲੱਗੇ, ਨਾਦਾਂ ਨਫੀਰੀਆਂ ਵੱਜ ਪਈਆਂ। ਉਠੇ ਬਾਹੂ ਆਘਾਤ ਗੱਜੇ ਸੋ ਵੀਰੰ। ਬਾਹਾਂ ਆਪਣੀਆਂ ਦੇ ਨਾਲ ਪੂਰੇ ਜ਼ੋਰ ਨਾਲ ਪ੍ਰਹਾਰ ਕਰਦੇ ਨੇ, ਪੂਰਾ ਬਾਹਾਂ ਦਾ ਬਲ ਆ ਕੇ ਇੱਕ ਦੂਏ ਤੇ ਵਾਰ ਕਰਦੇ ਨੇ। ਨਵ ਨਦ ਨਿਸ਼ਾਨ ਵੱਜੇ ਅਪਾਰੰ। ਨਵੀਂ ਕਿਸਮ ਦੇ ਫਿਰ ਨਾਲ ਦੁਬਾਰਾ ਵੱਜੇ, ਦੁਬਾਰਾ ਜੋਸ਼ ਆਇਆ ਜੰਗ ਦਾ। ਜੰਗ ਦਾ ਜੋਸ਼ ਦੁਬਾਰਾ ਦਿੱਤਾ ਵੀ ਹੁਣ ਬਈ ਆਰ ਪਾਰ ਦੀ ਲੜਾਈ ਹੈ, ਹੁਣ ਤਕੜੇ ਹੋ ਕੇ ਲੜੋ, ਬਸ ਥੱਕ ਗਏ ਨਾ ਲੜਦੇ ਲੜਦੇ। ਰੁਲੇ ਤਚ ਮੁਛੰਗ ਉਠੀ ਸ਼ਸਤਰ ਝਾਰੰ। ਤੱਕੇ ਹੋਏ ਮੁੱਛਾਂ ਵਾਲੇ ਜਵਾਨ ਲਿਟੇ ਪਏ, ਉਠੀ ਸ਼ਸਤਰ ਝਾਰੰ। ਸ਼ਸਤਰਾਂ ਦੀ ਮਾਰ ਚੱਲ ਰਹੀ ਹੈ। ਮੁੱਛਾਂ ਵਾਲੇ ਜਵਾਨ ਜ਼ਖਮੀ ਹੋਏ, ਮਰੇ ਹੋਏ, ਲਿਟੇ ਪਏ। ਟਕਾ ਟੁਕ ਟੋਪੰ ਟਕਾ ਟੁਕ ਢਾਲੰ। ਟਕਾ ਟੁਕ ਟੋਪਾਂ, ਟੋਪਾਂ ਦੇ ਟੁਕੜੇ ਹੋਏ ਪਏ ਨੇ। ਟੋਪਾਂ ਦੇ ਉੱਤੇ ਜਾਂ ਲੱਗ ਰਹੇ ਨੇ ਨਾ, ਟਕਾ ਟੁਕ ਦੇ ਵਾਰ ਹੋ ਰਹੇ, ਟਕਾ ਟਕ ਹੋ ਰਹੀ ਹੈ ਟੋਪਾਂ ਦੇ ਉੱਤੇ, ਜਾਂ ਕੁਝ ਵੱਜਦਾ ਆ ਕੇ। ਮਹਾਵੀਰ ਬੌਨੈਤ ਬੰਕੇ ਵਿਕਰਾਲੰ। ਐ ਸਮਝੋ ਟਕਾ ਟਕ ਢੋਲ ਹੋ ਰਹੀ ਹੈ, ਢੋਲੇ ਵੱਜਦੇ ਨੇ ਉਹ ਵੀ। ਨਚੇ ਮਹਾਂਵੀਰ ਬੈਨਾਤ ਬੰਕੇ ਵਿਕਰਾਲੰ। ਵਿਕਰਾਲ ਰੂਪ ਧਾਰਨ ਕੀਤਾ ਹੈ ਯੋਧਿਆਂ ਦਾ, ਭਿਆਨਕ ਰੂਪ ਧਾਰਨ ਕੀਤਾ ਯੋਧਿਆਂ ਨੇ। ਨਚੇ ਵੀਰ ਬੈਤਾਲਿੰਗ ਭੂਤ ਪ੍ਰੇਤੰ। ਵੀਰ ਬੈਤਾਲ, ਉਹ ਆਦਮੀ ਵੀਰ ਬੈਤਾਲ ਬਣ ਕੇ ਨੱਚ ਰਹੇ ਨੇ, ਹੋਰ ਕੀ ਹੈ। ਆਦਮੀ ਬੈਤਾਲ ਬਣੇ ਹੋਏ ਨੇ ਇੱਕ ਦੂਏ ਵਾਸਤੇ। ਭੂਤ ਪ੍ਰੇਤ ਆਪੇ ਭੂਤ ਪ੍ਰੇਤ ਬਣੇ ਫਿਰਦੇ ਨੇ। ਬਸ ਜਿਹੜਾ ਮਰ ਗਿਆ ਭੂਤ ਬਣ ਗਿਆ, ਮਰ ਗਿਆ ਪ੍ਰੇਤ ਬਣ ਗਿਆ। ਨੱਚੀ ਡਾਕਣੀ ਜੋਗਣੀ ਉਰਦੇ ਹੇਤੰ। ਬਸ ਇਹੀ ਡਾਕਣੀ ਜੋਗਣੀ ਹੈ ਨੱਚੀ, ਸਾਰਿਆਂ ਦੇ ਸਿਰ ਤੇ ਮੌਤ ਨੱਚ ਰਹੀ ਹੈ। ਸਾਰਿਆਂ ਦੇ ਸਿਰ ਤੇ ਮੌਤ ਨੱਚ ਰਹੀ ਹੈ। ਨਾ ਮੌਤ ਤਾਂ ਉੱਥੇ ਨੱਚਣੀ ਸੀ, ਹੋਰ ਕੀ ਉੱਥੇ ਨੱਚਣਾ ਸੀ। ਛੁਟੀ ਜੋਗ ਤਾਰੀ ਮਹਾਰੁਦਰ ਜਾਗੇ। ਐ ਸਮਝ ਲਓ ਵੀ ਜੋਗੀ ਜਿਹੜਾ ਸੀ ਨਾ, ਸ਼ਿਵ ਜੀ ਵੀ ਤਾੜੀ ਛੁੱਟ ਗਈ। ਐਸੀ ਭਿਆਨਕ ਜੰਗ ਹੋਈ, ਜੋਗੀ ਦਾ ਧਿਆਨ ਛੁੱਟ ਗਿਆ, ਸ਼ਿਵ ਜੀ ਦਾ ਧਿਆਨ ਛੁੱਟ ਗਿਆ। ਡਗਿਓ ਧਿਆਨ ਬ੍ਰਹਮੰ ਸਭੇ ਸਿੰਧ ਭਾਗੇ। ਬ੍ਰਹਮਾ ਦਾ ਧਿਆਨ ਵੀ ਡਗਮਗਾ ਗਿਆ, ਵੀ ਪਤਾ ਨਹੀਂ ਹੁਣ ਕੀ ਹੋਵੇ, ਕਿੱਧਲਾ ਤੇ ਹਾਰੂ ਕਿੱਧਨੀ ਜਿੱਤੂ, ਹੁਣ ਕੋਈ ਪਤਾ ਨਹੀਂ। ਸਭੇ ਸਿੰਧ ਭਾਗੇ। ਸਿੱਧ ਵੀ ਉੱਠ ਕੇ ਭੱਜ ਲਏ ਸਾਰੇ। ਜਿਹੜੇ ਕਹਿੰਦੇ ਸੀ ਵੀ ਐ ਹੋਊ, ਅੱਜ ਤਾਂ ਆਪਣੀ ਹੋਊ, ਬਸ ਬੋਦਲ ਗਏ ਸਾਰੇ। ਕੋਈ ਪਤਾ ਨਹੀਂ ਹੁਣ ਕੀ ਹੋ ਜਵੇ, ਕਿੱਧਰਲੇ ਪਾਸੇ ਨੂੰ ਝੰਡਾ ਉਲਟ ਜਾਣਾ, ਇਹ ਨਹੀਂ ਪਤਾ। ਕਦੇ ਐ ਹੁੰਦਾ ਸੀ ਵੀ ਇਹ ਜਿੱਤ ਜਾਣਗੇ, ਕਦੇ ਉਹ ਫੈਸਲੇ ਸਾਰਿਆਂ ਦੇ ਜਿਹੜੇ ਸੀ ਨਾ, ਕਹਿੰਦੇ ਵੀ ਹੁਣ ਨਹੀਂ ਪਤਾ ਕੀ ਹੋ ਜਵੇ। ਇੰਨਾ ਕਸਮਾਨ ਦਾ ਯੁੱਧ ਪੈ ਗਿਆ ਨਾ, ਕਮਸਾਨ ਹੋ ਗਿਆ, ਪਤਾ ਨਹੀਂ ਵੀ ਹੁਣ ਕੀ ਹੋਊਗਾ। ਪਤਾ ਹੀ ਕੁਝ ਨਹੀਂ ਲੱਗ ਰਿਹਾ, ਕੌਣ ਕਿਹਨੂੰ ਮਾਰ ਰਿਹਾ। ਇਕੱਠੇ ਭਿੜ ਗਏ ਨਾ ਆ ਕੇ। ਹਸੇ ਕਿਨਰੰਗ ਜਚ ਵਿਦਿਆ ਤਰੇਨ। ਕਿੰਨਰ ਜਿਹੜੇ ਸੀਗੇ ਵਿੱਚ ਸਾਰੇ ਹੁੰਦੇ ਨੇ ਨਾ, ਉਹ ਵੀ ਹੱਸ ਰਹੇ ਨੇ। ਕਿੰਨਰ ਜਚ ਵਿਦਿਆ ਤਰੇਨ, ਵਿਦਵਾਨ ਵੀ ਨਾਲ ਹੁੰਦੇ ਨੇ। ਸਾਰੇ ਬੰਦੇ ਜਾਂਦੇ ਨੇ ਜੰਗ ਦੇ ਵਿੱਚ, ਸਾਰੇ ਆਪਣੀ ਸਲਾਹਾਂ ਦੇਣ ਜਾਂਦੇ ਨੇ। ਜਿਵੇਂ ਜਦ ਮੈਚ ਹੁੰਦਾ, ਉਹ ਵੀ ਤਾਂ ਨਾਲ ਹੁੰਦਾ ਆਪਣਾ, ਜਿਹੜਾ ਇਹਨਾਂ ਦਾ ਕੋਚ ਹੁੰਦਾ, ਕੋਚ ਵੀ ਤਾਂ ਨਾਲ ਹੁੰਦਾ, ਕਮੈਂਟਰੀ ਵੀ ਨਾਲ ਹੁੰਦੀ ਹੈ, ਸਾਰੇ ਹੀ ਨਾਲ ਹੁੰਦੇ ਨੇ। ਨਚੀ ਅਛਰਾ ਪਛਰਾ ਚਾਰ ਨੇ। ਅਛਰਾ ਪਛਰਾ ਚਾਰ ਨੇ, ਇਹ ਸਾਰੇ ਨੱਚਦੇ ਨੇ। ਪਰਿਓ ਘੋਰ ਜੁਦੰ ਸੋ ਸੈਨਾ ਪ੍ਰਾਨੀ। ਬਹੁਤ ਘੋਰ ਯੁੱਧ ਮਚ ਗਿਆ। ਤਹਾਂ ਖਾ ਸੈਨੀ ਮੰਡਿਓ ਵੀਰ ਬਾਨੀ। ਹੁਸੈਨੀ ਜਿਹੜਾ ਸੀਗਾ ਬਹਾਦਰੀ ਨਾਲ ਜੰਗ ਕਰਨ ਲੱਗਿਆ ਹੈ, ਬੜੀ ਬਹਾਦਰੀ ਨਾਲ ਜੰਗ ਕਰਨ ਲੱਗਿਆ ਵੀਰਵਾਨ। ਉਤੇ ਵੀਰ ਧਾਏ ਸੋ ਵੀਰੰ ਜਸਵਾਰੰ। ਬਾ ਫੇਰ ਕਹਿੰਦੇ ਜਸਵਾਰੀਏ ਰਾਜ, ਉਹ ਜਿਹੜਾ ਜਸਵਾਰੀਆ ਪਹਿਲਾਂ ਵੀ ਜਸਵਾਰੀਆ ਆਇਆ ਸੀ। ਬਾ ਫੇਰ ਜਸਵਾਰੀਏ ਦੇ ਜਿਹੜੇ ਵੀਰ ਸੀ, ਬਹਾਦਰ ਸੀ, ਉਹ ਪਿੱਛੇ ਖੜੇ ਸੀ। ਉਹ ਕਹਿੰਦੇ ਅਜੋ ਹੋਰ ਹੋ ਰਹਿਣ ਦੋ, ਥੱਕ ਲੈਣ ਦੋ। ਬਸ ਫੇਰ ਉਹਨਾਂ ਨੇ ਮੌਕਾ ਦੇ ਕੇ ਜਸਵਾਰੀਏ ਪੈ ਗਏ ਇਕੱਠੇ।
ਹੁਸੈਨੀ ਦੇ ਜਾਬੋ ਕਹਿੰਦੇ। ਜਸਵਾਰੀਆਂ ਦੇ ਜਿਹੜੇ ਬਹਾਦਰ ਸੀ ਨਾ, ਰੱਖੇ ਛਾਂਟ ਕੇ ਰੱਖੇ ਹੁੰਦੇ ਨੇ 20-25-30 ਆਦਮੀ। ਥੋੜੇ ਹੁੰਦੇ ਨੇ, ਬੜੀ ਜੰਗ 'ਚ ਬੜੇ ਹੁੰਦੇ ਨੇ, ਥੋੜੇ ਹੁੰਦੇ ਨੇ, ਉਹ ਸਾਰੇ ਜਾ ਪਏ। ਸਭੇ ਬਿਉਂਤ ਡਾਰੇ ਬਗਾ ਸੈ ਅਸਵਾਰੰ। ਬਸ ਜਿਹੜੇ ਆਲੇ ਦੁਆਲੇ ਖੜੇ ਸੀ ਨਾ, ਉਹਦੇ ਘੇਰਾ ਸੀ ਅਸਵਾਰਾਂ ਦਾ। ਹੁਸੈਨੀ ਦੇ ਆਲੇ ਦੁਆਲੇ ਸਾਰੇ ਵੀ ਉੱਤੇ ਜਾਂਦੇ ਸੀ, ਇੱਕਦਮ ਹੁਸੈਨੀ ਦੇ ਜਾ ਪਏ। ਉਹਦੇ ਆਲੇ ਦੁਆਲੇ ਜਿਹੜਾ ਘੇਰਾ ਸੀ ਅਸਵਾਰਾਂ ਦਾ, ਉਹ ਤੋੜਤਾ ਜਾ ਕੇ ਉਹਨਾਂ ਨੇ। ਹਾਂ, ਤਾਂ ਖਾ ਹੁਸੈਨੀ ਰਹਿਓ ਇੱਕ ਠਾੜੰ। ਬਸ ਹੁਸੈਨੀ ਇਕੱਲਾ ਹੀ ਰਿਹਾ। ਕੋਈ ਭੱਜ ਗਏ, ਕੁਝ ਮਾਰਦੇ। ਹੁਸੈਨੀ ਨਹੀਂ ਭੱਜਿਆ, ਪਰ ਇਕੱਲਾ ਹੀ ਖੜਾ ਰਹਿ ਗਿਆ। ਉਹ ਹੁਸੈਨੀ ਤੇ ਹੀ ਜਾ ਪਏ ਇਕੱਲੇ ਹੋ ਕੇ। ਇਹ ਨੀਤੀ ਦੱਸੀ, ਇਹ ਨੀਤੀ ਸੀ ਖਾਲਸੇ ਵਾਲੀ। ਸਿੰਘ ਸੀ ਵਿੱਚ, ਉਹਨਾਂ ਨੇ ਕਿਹਾ ਅਰੇ ਚੁੱਪ ਕਰ ਰਹੋ, ਤੁਸੀਂ ਖੜੇ ਰਹੋ, ਐਨਰਜੀ ਵੇਸਟ ਨਹੀਂ ਕਰਨੀ, ਇਹਨੂੰ ਕਰ ਲੈਣ ਦਿਓ ਐਨਰਜੀ ਵੇਸਟ। ਉਹ ਲੜਿਆ ਪਠਾਨ ਵਾਲੀ ਜੰਗ, ਇਹ ਲੜੇ ਖਾਲਸੇ ਵਾਲੀ ਜੰਗ। ਉਹਨਾਂ ਦਾ ਜਵਾਬ ਇਹ ਦੇਈ ਜਾਓ। ਆਖਰੀ ਗੇੜੇ ਜਿਹੜੇ ਹੋਣਗੇ ਦੋ, ਉਹਦੇ 'ਚ ਆਪਾਂ ਜ਼ੋਰ ਲਾਉਣਾ। ਆਖਰੀ ਗੇੜੇ ਦੇ ਵਿੱਚ ਜਦੋਂ ਥੱਕ ਲਏ, ਇਹ ਤਾਜੇ ਖੜੇ ਤੇ ਇੱਕਦਮ ਜਾ ਪਏ ਉਹਨਾਂ 'ਤੇ। ਉਹਦਾ ਘੇਰਾ ਤੋੜਤਾ ਜਿਹੜੇ ਘੋੜਸਵਾਰ ਸੀ। ਕੁਝ ਜਾ ਕੇ ਜਾਂਦੇ ਨੇ ਬਿਉਂਤ ਤੇ, ਉਹਦਾ ਕੁਝ ਭੱਜ ਗਏ ਛੱਡ ਕੇ। ਹਾਂਜੀ, ਮਨੋ ਯੁੱਧ ਖੰਭੰਗ ਰਣਗ ਭੂਮ ਗਾਡੇ। ਐ ਸਮਝ ਲਓ ਕੱਲਾ ਐ ਖੜਿਆ ਰਿਹਾ ਜਿਵੇਂ ਰਣ ਭੂਮ ਦੇ ਵਿੱਚ ਝੰਡਾ ਗੱਡਿਆ ਹੁੰਦਾ। ਕੱਲਾ ਹੀ ਖੜਾ ਰਿਹਾ, ਭੱਜਿਆ ਨਹੀਂ ਹੈਗਾ। ਜਿਸੈ ਕੋਪ ਕਹਿ ਕਹਿ ਹਠੀ ਬਾਣ ਮਾਰਿਓ। ਜਿੱਥੇ ਕੋਪ ਕਹਿ ਕਹਿ ਜਿਹਨੂੰ ਗੁੱਸਾ ਕਰਕੇ ਜਿਹਦੇ ਤੇ ਬਾਣ ਮਾਰਦਾ ਸੀਗਾ, ਖੜਾ ਨਹੀਂ ਸੀ ਰਹਿ ਸਕਦਾ। ਤਿਸੈ ਛੇਦ ਕਹਿ ਪੈਰ ਪਾਰੇ ਪੰਧਾਰਿਓ। ਬਸ ਐ ਸਮਝ ਲਓ ਤੇ ਪਾਰ ਨਿਕਲ ਜਾਂਦਾ ਸੀ ਛੇਦ ਕੇ ਬਾਣ। ਹੁਸੈਨੀ ਦਾ ਮਾਰਿਆ ਤੀਰ ਪਾਰ ਨਿਕਲ ਜਾਂਦਾ ਸੀ ਉਹਦੇ। ਸਾਹਿਬਾਨ ਸੂਰੰਗ ਸਭੇ ਆਨ ਢੁਕੇ। ਬਸ ਸੂਰਮਿਆਂ ਨੇ ਵੀ ਬਾਣ ਬਰਦਾਸ਼ਤ ਕੀਤੇ ਉਹਦੇ ਸਾਰੇ, ਪਰ ਆ ਕੇ ਘੇਰ ਲਿਆ। ਚਹੂ ਔਰ ਤੇ ਮਾਰ ਹੀ ਮਾਰ ਕੂਕੇ। ਚਾਰਾਂ ਪਾਸਿਆਂ ਤੋਂ ਹੀ ਆਏ ਨਾ ਉਹ ਘੇਰਾ ਪਾ ਕੇ। ਚਾਰ ਇੱਕ ਪਾਸੇ ਤੀਰ ਚਲਾਊਗਾ ਆਦਮੀ ਕੀ ਕਰੂਗਾ? ਨੇੜੇ ਆ ਕੇ ਘੇਰ ਲਿਆ ਕੇ ਚਾਰੇ ਪਾਸਿਆਂ ਤੋਂ ਮਾਰੀ ਮਾਰ, ਫੜ ਲੋ ਮਾਰੋ ਹੋ ਰਹੀ, ਵਿਚਾਲੇ ਘੇਰ ਲਿਆ ਕੇ। ਭਲੀ 500 ਅਸਤਰ ਔਰ ਸ਼ਸਤਰ ਝਾਰੇ। ਉਹਨੇ ਬਥੇਰੀ ਆਪਣੀ ਕੋਸ਼ਿਸ਼ ਕੀਤੀ। ਅਸਤਰ ਵੀ ਸੀ ਉਹਦੇ ਕੋਲ, ਤੀਰ ਵੀ ਸੀ, ਸ਼ਸਤਰ ਵੀ ਸੀ, ਸਾਰੇ ਹੀ ਵਰਤ ਲਏ ਉਹਨੇ। ਝਾੜਦਾ ਰਿਹਾ, ਹਟਿਆ ਨਹੀਂ ਉਹ ਮਾਰਨ ਤੇ। ਬਾਹਰ ਉਹਨੇ ਸਹਿੰਦਾ ਵੀ ਰਿਹਾ, ਚਲਾਉਂਦਾ ਵੀ ਰਿਹਾ। ਗਿਰੇ ਭਿਸਤ ਕੋ ਖਾਂ ਹੁਸੈਨੀ ਸਿਧਾਰੇ। ਬਸ ਅਖੀਰ ਨੂੰ ਗਿਰ ਗਿਆ। ਚਾਰੇ ਪਾਸਿਆਂ ਤੋਂ ਜਦ ਵੱਜਦੇ ਰਹੇ, ਕਹਿੰਦੇ ਭਿਸਤ ਚਲਿਆ ਗਿਆ, ਸੁਰਗ ਨੂੰ ਚਲਾ ਗਿਆ। ਹੁਸੈਨੀ ਆਖਰ ਮਰ ਗਿਆ ਔਰ ਸੁਰਗ ਨੂੰ ਚਲਾ ਗਿਆ। ਦੋਹਰਾ ਜਬੇ ਹਸਾਨੀ ਜੂਝਿਓ ਭਇਓ ਸੂਰਮਨ ਰੋਸ। ਬਾਅਦ ਜਦੋਂ ਹੁਸੈਨੀ ਕਹਿੰਦੇ ਮਾਰਿਆ ਗਿਆ, ਸੂਰਮਿਆਂ ਦੇ ਮਨ ਦੇ ਵਿੱਚ ਬੜਾ ਹੀ ਖੁਸ਼ੀ ਹੋਈ। ਰੋਜ਼ ਖੁਸ਼ੀ ਨੂੰ ਕਹਿੰਦੇ ਬੜੇ ਖੁਸ਼ ਹੋਏ। ਭਾਜ ਚਲੇ ਅਵਰੇ ਸਭੈ ਉਠਿਓ ਕਟੋਚਣ ਜੋਸ। ਕਟੋਚੀਏ ਜਿਹੜੇ ਸੀਗੇ ਨਾ, ਉਹ ਰਹਿ ਗਏ ਜੇ। ਕਟੋਚੀਆ ਜੋ ਪਿੱਛੇ ਖੜਾ, ਉਹ ਦੋ ਖੱਲੇ ਕਰਕੇ ਪਿੱਛੇ ਜਾ ਖੜਿਆ। ਕਟੋਚੀਏ ਨੂੰ ਬੜਾ ਹੋ ਗੁੱਸਾ ਆਇਆ ਵੀ ਹੁਣ ਸਾਡੀ ਵਾਰੀ ਆ। ਉਹਨੂੰ ਜੋਸ਼ ਆ ਗਿਆ। ਕਟੋਚੀਆ ਜਿਹੜਾ ਸੀ ਉਹ ਨਹੀਂ ਜੋ ਮਰਿਆ। ਕਿਰਪਾਲ ਹੈਗਾ ਜੀ। ਉਹਨੂੰ ਜੋਸ਼ ਆਇਆ ਚੌਪਈ ਵੀ ਇਹਦਾ ਬੰਦਾ ਮੈਂ ਮਰਵਾਇਆ, ਮੇਰੀ ਵਜ੍ਹਾ ਨਾਲ ਹੋਇਆ। ਉਹਨੇ ਕਹਾ ਵੀ ਹੁਣ ਮਰਨਾ ਮਾਰਨਾ। ਉਹਨੇ ਸੋਚਿਆ ਸ਼ਾਇਦ ਮੈਂ ਜਿੱਤ ਜੂਗਾ ਹੁਣ। ਚੌਪਈ ਕੋਪ ਕਟੋਚ ਸਭੇ ਮਿਲ ਧਾਏ। ਹਾਂ, ਗੁੱਸੇ ਨਾਲ ਕਟੋਚੀਏ ਸਾਰੇ ਪੈ ਗਏ ਹੁਣ ਆ ਕੇ। ਜਿਹੜੇ ਉਹਦੇ 20 ਆਦਮੀ 40-50 ਹੋਣੇ ਨੇ, ਉਹ ਆ ਪਏ ਸਾਰੇ। ਹਿੰਮਤ ਕਿੰਮਤ ਸਹਿਤ ਰਸਾਏ। ਹਿੰਮਤ ਦੋਏ ਦੇ ਨਾਲ। ਇਹ ਤਿੰਨੇ ਲੜਾਈ ਦੀ ਜੜ ਤੇ। ਹਿੰਮਤ ਨੇ ਉਹਨੂੰ ਕਿਹਾ ਸੀ ਕਟੋਚੀਏ ਨੂੰ, ਉਹਨੇ ਗਾਹਾਂ ਕਹਿਤਾ। ਇਹ ਤਿੰਨੇ ਜੋ ਬਚੇ ਹੋਏ ਨੇ, ਇਹ ਵੀ ਨਾਲ ਆ ਗਏ। ਸ਼ਾਇਦ ਹਰੀ ਸਿੰਘ ਤਬ ਕੀਆ ਉਠਾਨਾ। ਹਰੀ ਸਿੰਘ ਸੀਗਾ ਇਹ ਕਟੋਚੀ। ਉਹਨੇ ਅੱਗਾ ਲਿਆ। ਹਰੀ ਸਿੰਘ ਦੂਏ ਪਾਸੇ ਤੇ। ਚੁਣ ਚੁਣ ਹਣੇ ਪਖਰੀਆ ਜਵਾਨਾ। ਚੁਣ ਕੇ
ਉਹਨੇ ਜਿਹੜੇ ਸੀ ਚੰਗੇ ਚੰਗੇ ਜਵਾਨ ਯੋਧੇ ਚੁਣ ਚੁਣ ਕੇ ਮਾਰੇ। ਪਖਰੀਆ ਜਵਾਨਾਂ ਮੂਹਰੇ ਅਗਵਾਈ ਜਿਹੜੇ ਕਰ ਰਹੇ ਸੀ, ਅੱਗੇ ਹੋ ਕੇ ਲੜਦੇ ਹੁੰਦੇ ਨੇ ਜਿਹੜੇ ਪੱਖ ਦੇ ਵਿੱਚ ਆਗੂ ਜਿਹੜੇ ਹੁੰਦੇ ਨੇ ਚੁਣਵੇਂ ਮੂਹਰੇ ਲੜਦੇ ਤੇ, ਉਹ ਮਾਰੇ ਉਹਨੇ। ਨਰਾਜ ਛੰਦ ਤਬੈ ਕਟੋਚ ਕੋਪੀਆਂ ਸੰਭਾਰ ਪਾਪ ਰੋਪੀਆਂ। ਤਾਂ ਕਟੋਚੀਏ ਨੂੰ ਗੁੱਸਾ ਚੜਿਆ, ਉਹਨੇ ਸੰਭਲਿਆ, ਪੈਰ ਗੱਡ ਕੇ ਖੜਾ ਹੋ ਗਿਆ, ਜ਼ਮੀਨ 'ਚ ਆਪ ਪੈਰ ਪਾ ਲਏ। ਸਰਕ ਸ਼ਸਤਰ ਝਾ ਰਹੀ ਸੋ ਮਾਰ ਮਾਰ ਹੋ ਜਾ ਰਹੀ। ਨਾਲ ਤਾਂ ਤੀਰ ਚਲਾ ਰਿਹਾ ਨਾਲੇ ਮਾਰੋ ਮਾਰੋ ਕਰਦਾ। ਫਿਕਰ ਨਾ ਕਰੋ, ਆਪਾਂ ਜੰਗ ਜਿੱਤ ਕੇ ਹੀ ਜਾਣਾ। ਕੋਈ ਨਹੀਂ ਜਿਹੜਾ ਮਰਦਾ, ਇਹ ਤਾਂ ਹੁੰਦਾ ਹੀ ਹੈ, ਜੰਗਾਂ ਦੇ ਵਿੱਚ ਹੁੰਦਾ ਹੀ ਹੈ, ਮਾਰਨਾ ਮਾਰਨਾ, ਪਰਵਾਹ ਨਾ ਕਰੋ, ਮੈਂ ਹੈਗਾ। ਰਾਜਾ ਸੀ ਨਾ, ਫਿਰ ਵੀ ਹੁਸੈਨੀ ਰਾਜਾ ਥੋੜੀ ਸੀ, ਹੁਸੈਨੀ ਦਾ ਰਾਜਾ ਨਹੀਂ ਸੀ ਨਾ, ਮੈਂ ਹੈਗਾ ਖੜਾ। ਸੈਨਾ ਨੂੰ ਦੇਖੋ, ਕੋਈ ਤਾਂ ਆਦਮੀ ਚਾਹੀਦਾ ਨਾ, ਲੀਡਰ। ਚੰਦੇਲ ਚੋਪੀਆਂ ਤਬੈ ਚੰਦੇਲ ਸੀਗੇ, ਉਹ ਵੀ ਨਾਲ ਆਏ। ਰਸਾਤ ਧਾਤ ਭੇ ਸਬੈ ਸਾਰੇ ਗੁੱਸੇ ਨਾਲ ਪਏ। ਜਿਤੇ ਗਏ ਸੋ ਮਾਰੀਆਂ ਬਚੇ ਤਿਤੇ ਸਿਧਾਰੀਆਂ। ਉਹ ਜਿਹਨੇ ਚਲੇ ਗਏ ਨਾ ਨਾਲ ਉਹਦੇ, ਸਮਝੋ ਗਾਹਾਂ ਸਾਰੇ ਮਾਰਤੇ ਗਾਹਾਂ ਵਾਲਿਆਂ ਨੇ। ਜਿੰਨੇ ਗਾਹਾਂ ਵਧੇ ਉਹਨਾਂ ਨੇ ਸਾਰੇ ਹੀ ਮਾਰਤੇ। ਦੋਹਰਾ ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਏ। ਇੱਥੇ ਸੰਗਤ ਰਾਏ ਆਇਆ ਫਿਰ ਸੀ ਗੁਰੂ। ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਏ। ਸੱਤ ਸਵਾਰ ਸੀ। ਜੇ ਸੰਗਤ ਰਾਏ ਨਾ ਹੁੰਦਾ ਇਸ ਵਕਤ ਤਾਂ ਪਾਸਾ ਪੜ ਜਾਂਦਾ ਜੰਗ ਦਾ। ਇਹ ਜੋ ਖੜਾ ਸੀ ਪਿੱਛੇ, ਇਹ ਖੜੇ ਸੀ, ਇਹ ਜੋ ਖੜੇ ਸੀ ਨਾਲੇ ਸੀ ਲੜ ਰਹੇ, ਪਿੱਛੇ ਸੀ। ਜੇ ਅਖੀਰ ਹੋ ਗਈ ਤਾਂ ਫਿਰ ਅਸੀਂ ਆਵਾਂਗੇ ਪੂਰੇ। ਇਹ ਨੀਤੀ ਸੀ ਦਸਮ ਪਾਤਸ਼ਾਹ ਦੀ। ਸੱਤੇ ਸਵਾਰ ਸੀ ਸਿਰਫ ਉਹਦੇ ਨਾਲ ਚੁਣ, ਹੋਰ ਵੀ ਸੀ ਬੰਦੇ ਸੱਤੇ ਮੂਹਰੇ ਲੈ ਕੇ। ਜੇ ਮੂਹਰੇ ਨਾ ਆਉਂਦਾ ਰਾਜਾ ਨਹੀਂ ਸੀ ਮਰਦਾ। ਕਟੋਚੀਆ ਉਹਨੇ ਕਿਹਾ ਵੀ ਰਾਜਾ ਪਿਆ ਗੁੱਸੇ ਨਾਲ, ਥੋਤੇ ਨਹੀਂ ਹੁਣ ਸਾਹਬ ਹੋਣਾ। ਆਪ ਆ ਗਏ ਮੂਹਰੇ, ਆ ਕੇ ਜੁਝ ਗਿਆ। ਹਾਂ, ਦਰਸੋ ਸੁਣ ਜੂਝੇ ਤਨੇ ਬਹੁਤ ਜੋਤ ਭਇਓ ਆਏ। ਦਰਸੋ ਸੀ ਉਧਰ, ਦਰਸੋ ਇਹਦਾ ਚੇਲਾ ਸੀਗਾ, ਦਰਸੋ ਇਹਦਾ ਚੇਲਾ ਸੀਗਾ। ਇਹ ਗੁਰੂ ਘਰ ਦਾ ਸੇਵਕ ਸੀ ਨਾ, ਇੱਥੇ ਦਾ ਪ੍ਰਚਾਰਕ ਸੀ ਸੰਗਤੀਆ। ਇਸ ਇਲਾਕੇ ਦਾ ਪ੍ਰਚਾਰਕ ਸੀ ਸੰਗਤੀਆ। ਸੰਗਤੀਆ ਦੀ ਗੁਰੂ ਘਰ 'ਚ ਚਲਦੀ, ਸੰਗਤੀਆ ਦੇ ਨੂੰ ਭੇਜ ਕੇ ਸਹਾਇਤਾ ਲਈ ਸੀ ਗੁਰੂ ਘਰ ਤੋਂ ਇਹਨਾਂ ਨੇ। ਗੋਪਾਲੇ ਨੇ ਸੰਗਤੀਏ ਦੇ ਕਹੇ ਤੇ ਹੀ ਉੱਥੋਂ ਸਹਾਇਤਾ ਆ ਗਈ ਸੀ। ਸਹਾਇਤਾ ਇਹ ਸਿੰਘ ਸੀ ਨਾਲ ਇਹਦੇ, ਸਿੰਘ ਚੱਲਦਾ ਨਾ ਲਫ਼ਜ਼। ਦਰਸੋ ਸੁਣ ਜੂਝੇ ਤਨੇ ਬਹੁਤ ਜੁਜਤ ਭਇਓ ਆਏ। ਦਰਸੋ ਸੀ ਉਹਦੇ ਲੋਕ ਬੰਦੇ ਸੀ, ਉਹਦੇ ਵੀ ਨਾਲ ਸੀ। ਹਾਲਾਂਕਿ ਉਹ ਫੌਜੀ ਨਹੀਂ ਸੀ, ਉਹਦੇ ਨਾਲ ਦੇ ਬੰਦੇ ਸੀ। ਉਹ ਵੀ ਜੂਝ ਗਿਆ, ਇਹ ਜੂਝ ਗਿਆ, ਉਹ ਵੀ ਆ ਗਏ ਮੈਦਾਨ 'ਚ। ਹਿੰਮਤ ਹੂੰ ਉਤਰਿਓ ਤਹਾਂ ਵੀਰ ਖੇਤ ਮੰਝਾਰ। ਹਿੰਮਤ ਉਤਰਿਆ ਉਹਨਾਂ ਦੇ ਦਰਸੋ ਦੇ ਮੁਕਾਬਲੇ 'ਚ, ਖੇਤ ਦੇ ਵਿੱਚ, ਜੰਗ ਦੇ ਵਿੱਚ। ਕੀਰਤਨ ਕੀਰਤਨ ਘਾਏ ਸੈ ਕੀਰਤਨ ਕਹਿ ਤਨ ਝਾਰ। ਕਾਫੀਆਂ ਨੂੰ ਉਹਨੇ ਕਾਇਲ ਕੀਤਾ, ਕਾਫੀਆਂ ਨੂੰ ਮਾਰ ਦਿੱਤਾ। ਬਾਜ ਤਹਾਂ ਜੂਝਤ ਭਇਓ ਹਿੰਮਤ ਗਇਓ ਪਰਾਏ। ਬਸ ਜਿਹੜਾ ਹਿੰਮਤ ਸੀਗਾ ਉਹਦਾ, ਜਿਹੜਾ ਸੀ ਨਾ ਘੋੜਾ, ਉਹ ਮਾਰਿਆ ਗਿਆ। ਹਿੰਮਤ ਭੱਜ ਉੱਠਿਆ, ਘੋੜਾ ਮਾਰਿਆ ਗਿਆ ਤੇ ਘੋੜੇ ਤੋਂ ਖਾਲੀ ਉਹ ਭੱਜ ਉੱਠਿਆ ਮੈਦਾਨ 'ਚੋਂ। ਲੋਥ ਕਿਰਪਾਲੇ ਕੀ ਨਿਮਿਤ ਕੋਪ ਪਰੇ ਅਰ ਰਾਏ। ਉਧਰ ਜਿਹੜਾ ਲੋਥ ਕਿਰਪਾਲੇ ਕੀ ਨਿਮਿਤ ਕਿਰਪਾਲੇ ਦੀ ਕੋਪ ਪਰੇ ਇਹ ਜਿਹੜਾ ਹਿੰਮਤ ਰਾਇਆ ਹੈ, ਇਹ ਆਪਣਾ ਸੀਗਾ ਨਾ ਸੰਗਤੀਆ। ਇਹਨੇ ਕਿਰਪਾਲਾ ਮਾਰਿਆ ਜਾ ਕੇ। ਫਿਰ ਐ ਕਿਰਪਾਲੇ ਦੇ ਲੜਨ ਵਿੱਚ ਹਿੰਮਤੀਆ ਇੱਕ, ਇਹ ਸੰਗਤੀਆ ਨਾ, ਸੰਗਤੀਆ ਹਿੰਮਤੀਆ ਨਹੀਂ, ਦਰਸੋ ਸੰਗਤੀਆ ਔਰ ਦਰਸੋ। ਇਹਨਾਂ ਨੇ ਕਿਰਪਾਲ ਉਹ ਮਾਰਿਆ ਰਾਜਾ। ਜਦੋਂ ਆਇਆ ਨਾ ਬਹੁਤਾ ਹੀ ਹੋ ਕੇ, ਇਹ ਜਾ ਕੇ ਆਪ ਤਾਂ ਜੁੱਝ ਗਏ, ਪਰ ਉਹ ਵੀ ਮਾਰਦੇ ਇਹਨਾਂ ਨੇ। ਉਹ ਲੋਥ ਨੂੰ ਆਏ ਫਿਰ ਭੱਜ ਕੇ, ਵੀ ਲੋਥ ਲੈ ਲਈ। ਲੋਥ ਕਿਰਪਾਲੇ ਕੀ ਨਿਮਿਤ ਕੋਪ ਪਰੇ ਅਰ ਰਾਏ। ਉਹਦੇ ਬੰਦੇ ਫਿਰ ਲੋਥ ਵਾਸਤੇ ਆਏ ਬਹੁਤ ਚੜ ਕੇ, ਵੀ ਲੋਥ ਲਿਆਓ, ਕਿਉਂਕਿ ਚਲਿਆ ਗਿਆ ਦੂਰ ਉਹ ਲੜਦਾ। ਉਹਨਾਂ ਨੇ ਜਾ ਕੇ ਮੂਹਰੇ ਹੋ ਗਏ। ਜੇ ਮੂਹਰੇ ਨਾ ਜਾਂਦੇ ਤਾਂ ਉਹਦੇ ਮੂਹਰੇ ਖੜਦਾ ਨਹੀਂ ਸੀ ਹੋਈ।
ਇਹ ਜਾ ਪਏ ਫਿਰ ਆਦਮੀ ਸੰਗਤੀਏ ਦੇ ਸੱਤੇ ਸਵਾਰ ਔਰ ਇਹਨਾਂ ਨੇ ਮਾਰੇ ਜਾ ਕੇ। ਹਾਂ। ਰਸਾਵਲ ਛੰਦ ਬਲੀ ਵੀਰ ਰੂਜੇ ਸਮਹੂ ਸਾਰ ਜੂਝੇ। ਬਲੀ ਵੀ ਰੁੱਝੇ, ਬੜੇ ਬੜੇ ਯੋਧੇ ਜਿਹੜੇ ਸੀ ਜਵਾਨ ਮਾਰੇ ਗਏ। ਕਿਰਪਾ ਰਾਮ ਗਾਜੀ ਲਰਿਓ ਸੈਨ ਭਾਜੀ। ਕਿਰਪਾ ਰਾਮ ਗਾਜੀ ਉਹ ਵੀ ਲੜਿਆ, ਉਹਨੂੰ ਦੇਖ ਕੇ ਸੈਨਾ ਭੱਜ ਗਈ। ਮਹਾ ਸੈਨ ਗਾਹੇ ਨਿਰਭੈ ਸ਼ਸਤਰ ਬਾਹੇ। ਉਹਨੇ ਬੜੀ ਸੈਨਾ ਗਾਹੀ, ਨਿਰਭੈ ਹੋ ਕੇ ਸ਼ਸਤਰ ਚਲਾਏ। ਘਣਿਓ ਕਾਲ ਕਹਿ ਕੇ ਚਲੇ ਜੁਸ ਲੈ ਕੇ। ਘਣਿਓ ਕਾਲ ਕਹਿ ਕੇ ਚਲਿਓ ਜਸ ਲੈ ਕੇ। ਬਹੁਤ ਸਾਰਿਆਂ ਦਾ ਕਾਲ ਕਰਿਆ ਉਹਨੇ, ਬਹੁਤ ਸਾਰੇ ਮਾਰੇ ਔਰ ਜਸ ਲੈ ਕੇ ਆਪ ਵੀ ਚਲਾ ਗਿਆ। ਬਜੇ ਸ਼ੰਖ ਨਾਦੰ ਸੁਰੰਗ ਨਿਰਬਖਾਦੰ। ਬਜੇ ਸ਼ੰਖ ਨਾਦੰ ਸੁਰੰਗ ਨਿਰਬਖਾਦੰ। ਸ਼ੰਖਨਾਦ ਹੋ ਗਿਆ ਔਰ ਇੱਕੋ ਹੀ ਸੁਰ ਦੇ ਵਿੱਚ ਨਿਰਭ ਹੋਇਆ, ਇੱਕੋ ਪਾਸੇ ਦਾ ਸ਼ੰਖ ਵੱਜਿਆ, ਜਿੱਤ ਦਾ ਹੀ ਸ਼ੰਖ ਵੱਜਿਆ। ਬਜੇ ਡੋਰ ਡੱਡੰ ਹਠੇ ਸ਼ਸਤਰ ਕੱਢੰ। ਬੜੇ ਢੋਲ ਵੱਜੇ, ਨਗਾਰੇ ਵੱਜੇ, ਹਠੀਆਂ ਨੇ ਸ਼ਾਸਤਰ ਕੱਢੇ ਆਪਣੇ। ਪਰੀ ਪੀਰ ਭਾਰੀ ਜੂਝੇ ਛਤਰ ਧਾਰੀ। ਬੜੀ ਪੀਰ ਭਾਰੀ ਜੁਝੇ ਸ਼ਸਤਰ ਧਾਰੀ। ਬੜੀ ਭਿਆਨਕ ਜੰਗ ਹੋਈ, ਸ਼ਸਤਰ ਧਾਰੀ ਬਹੁਤ ਸਾਰੇ ਜੁਝ ਗਏ। ਮੁਖੰ ਮੁੱਛ ਬੱਕੰ ਮੰਡੇ ਵੀਰ ਹੰਕੰ। ਮੁਛੰ ਮੁਖ ਬੱਕਮ, ਮੁੱਛਾਂ ਵਾਲੇ ਜਵਾਨ ਲਲਕਾਰੇ ਮਾਰਦੇ ਨੇ। ਮੰਡੇ ਵੀਰ ਹੰਕੰ। ਹਾਂ, ਵੀਰ ਜਿਹੜੇ ਨੇ ਜੰਗ ਦੇ ਵਿੱਚ ਹੱਕਾ ਮਤਲਬ ਹੈ ਜੰਗ ਦੇ ਵਿੱਚ ਜੁਟੇ ਹੋਏ ਨੇ। ਮੁਖੰ ਬਾਰ ਬੋਲੇ ਰਣੰਗ ਭੂਮੀ ਡੋਲੇ। ਮੁਖਮ ਬਾਰ ਬੋਲੇ, ਮੁਖਮ ਮਾਰ ਬੋਲੇ, ਰਣ ਭੂਮ ਡੋਲੇ। ਰਣ ਭੂਮ ਦੇ ਵਿੱਚ ਡੋਲਦੇ ਫਿਰਦੇ ਨੇ, ਮੁਖੋਂ ਮਾਰ ਲੋ ਕਰਦੇ ਨੇ। ਹਥਿਆਰ ਸੰਭਾਰੇ ਉਬੇ ਬਾਜ ਡਾਰੇ। ਹਥਿਆਰ ਸੰਭਾਲਦੇ ਨੇ ਔਰ ਘੋੜੇ ਬੜੇ ਤੇਜ਼ ਭਜਾ ਰਹੇ ਨੇ। ਉਡੇ ਬਾਜ ਡਾਰੇ। ਹਾਂ, ਉਡੇ ਬਾਜ ਡਾਰੇ। ਹਾਂ। ਬਸ